वाहिगुरू जी की फतेह everybody. So पिछले I'm told कि 12 sessions तो ਜਿਹੜੀ ਮੂਲ ਮੰਤਰ ਦੀ discussion ਚਲਦੀ ਪਈ ਹੈ. Hopefully today will be the second last if not the last part of that discussion though. ਤੇ ਅੱਜ ਜਿਹੜੇ ਇੱਕ ਜਿਹੜਾ last attribute ਬਾਕੀ ਹੈ ਜਿਹੜਾ ਉਹ ਹੈ ਸਹਿਭੰਗ ਵਾਲਾ. ਉਹਦੇ ਜ਼ਿਆਦਾ ਟਾਈਮ ਨਹੀਂ ਲੱਗੇਗਾ ਸਮਝਾਉਣ ਨੂੰ and then after that we will move to the concept of guru or gurprasad ਵਾਲਾ concept. And then after that ਫਿਰ ਜਪਦੀਆਂ ਚਾਰ ਲਾਈਨਾਂ ਆਦ ਸੱਚ ਜੁਗਾਦ ਸੱਚ ਵਾਲੀਆਂ ਉਹਦੇ ਵਿੱਚ ਹੀ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ because ਉਹ very ਸਮਝਾ. If everybody can mute themselves I really appreciate that. And then ਉਸ ਤੋਂ ਬਾਅਦ ਫਿਰ ਗੁਰਪ੍ਰਸਾਦ ਤੋਂ ਬਾਅਦ ਫਿਰ ਜਿਹੜੀ ਹੈ ਪਹਿਲੀ ਪੌੜੀ ਦੀ all important ਪਹਿਲੀ ਪੌੜੀ ਦੀ discussion ਜਿਹੜੀ ਹੈ ਉਹ ਉੱਥੋਂ ਆਰੰਭ ਹੋਏਗੀ ਉੱਥੋਂ ਦੀ. And ਮੈਂ 5 ਪੌੜੀਆਂ ਕਰਨੀਆਂ ਹਨ that's what I had thought though originally and 5 ਪੌੜੀਆਂ ਜਿਹੜੀਆਂ ਹਨ ਜਿਹੜੀਆਂ ਕਿ critical ਹਨ ਪਹਿਲੀਆਂ 5 ਉਹਨਾਂ 5 ਪੌੜੀਆਂ ਤੇ ਫੋਕਸ ਕਰਾਂਗੇ. ਬਹੁਤ ਸੈਲਫ ਐਕਸਪਲੇਨੇਟਰੀ ਨਹੀਂ ਹਨ ਅਨਫੋਰਚੂਨੇਟਲੀ ਜਪਜੀ ਦੀ ਬਾਣੀ. ਔਰ ਵੈਸੇ ਵੀ ਗੁਨਾਹ ਦੇ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ ਇਸ ਹਫਤੇ ਸੋ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ. ਤੇ ਉਹਨਾਂ ਦੀ ਲਾਈਫ ਔਰ ਉਹਨਾਂ ਦੀ ਆਪਣੀ ਇੱਕ ਸ਼ਖਸੀਅਤ ਪਰਮਾਤਮ ਰੂਪ ਸਨ ਆਪ ਔਰ ਬਹੁਤ ਵੱਡੇ ਰੈਵੋਲੂਸ਼ਨਰੀ ਵੀ ਸਨ. ਬੜੀ ਵੱਡੀ ਰੈਵੋਲੂਸ਼ਨਰੀ ਬਾਣੀ ਹੈ ਜਪਜੀ. ਮਤਲਬ ਕਿ ਪ੍ਰੇਮਾ ਭਗਤੀ ਦਾ ਪਹਿਲੀ ਵਾਰੀ ਕਿਸੇ ਨੇ ਇਸ ਤਰ੍ਹਾਂ ਡਿਸਕਸ ਕੀਤਾ. ਪਹਿਲੇ ਜਿਹੜਾ ਸਿਸਟਮ ਹੁੰਦਾ ਸੀ ਹਿੰਦੂਇਜ਼ਮ ਵਿੱਚ ਜਨਰਲੀ ਘਰ-ਬਾਰ ਛੋੜ ਕੇ ਤਪ ਕਰਨ ਜਾਣਾ ਐਂਡ ਐਵਰੀਥਿੰਗ ਪਰਮਾਤਮਾ ਦੀ ਪ੍ਰਾਪਤੀ ਆਪਣੇ ਆਪ ਨੂੰ ਕਸ਼ਟ ਦੇ ਕੇ ਕਰਨੀ. ਤੇ ਉਹਨਾਂ ਨੇ ਸਾਰੇ ਸਿਸਟਮ ਜਿਹੜੇ ਹਨ ਜਪਜੀ ਵਿੱਚ ਰਿਜੈਕਟ ਕੀਤੇ ਸਾਰੇ ਤੇ ਇੱਕ ਪ੍ਰੇਮਾ ਭਗਤੀ ਦੇ ਉਹ ਪ੍ਰੇਮਾ ਭਗਤੀ ਦਾ ਰਸਤਾ ਹੀ ਉਹਨਾਂ ਨੇ ਅਪਣਾਇਆ. ਔਰ ਜਪਜੀ ਬਾਰ-ਬਾਰ ਇਸ ਗੱਲ ਦਾ ਜ਼ਿਕਰ ਆਇਆ ਇਸ ਗੱਲ ਦਾ ਕਿ ਭਾਵ ਕਿੰਨਾ ਇੰਪੋਰਟੈਂਟ ਹੈ. ਹਰ ਜਗ੍ਹਾ ਭਾਵ ਰੱਖਣਾ ਹੈ ਭਾਵ ਨਾਲ ਮਿਲਦਾ ਹੈ ਪ੍ਰਮਾਤਮਾ ਸੋ ਇਹ ਜਿਹੜੀ ਡਿਸਕਸ਼ਨ ਜਿਹੜੀ ਹੈ ਜਪਜੀ ਸਾਹਿਬ ਦੀ ਇਹ ਜਿਹੜੀਆਂ ਪਹਿਲੀਆਂ ਜਿਹੜੀਆਂ ਐਟਰੀਬਿਊਟ ਜਿਹੜੇ ਡਿਫਾਈਨ ਜਿਹੜੇ ਸ਼ੁਰੂ ਕੀਤੇ ਹਨ ਕਰਤਾ ਪੁਰਖ ਤੋਂ. ਸਹਿਭੰਗ ਉਹਦਾ ਲਾਸਟ ਵਰਡ ਹੈ ਜੀ. So Sahibhang, let me just use my pen for a second though because most authors have described it this way. So let me just do the same thing here. Let me share my white screen though main whiteboard. So nazar aa raha hai na sab you can see the screen right everybody I hope so ਸਹਿਭੰਗ ਜਿਹੜਾ ਵਰਡ ਜਿਹੜਾ ਹੈ ਜਿਹੜਾ ਦੋ ਮੈਂ ਪੰਜਾਬੀ ਵਿੱਚ ਲਿਖਣਾ ਤੇ ਉੱਤੇ ਟਿੱਪੀ ਹੈ ਭੰਗ ਦੇ ਉੱਤੇ ਤੇ ਬਹੁਤ ਆਥਰਸ ਨੇ ਦੋ ਅਲੱਗ ਤਰੀਕੇ ਨਾਲ ਇਹਨੂੰ ਡਿਫਾਈਨ ਕੀਤਾ ਹੈ. ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸੰਥਿਆ ਵਿੱਚ ਸਹਿ ਤੇ ਭੰਗ ਦੋਨਾਂ ਦੇ ਮੀਨਿੰਗ ਅਲੱਗ ਲਿਖੇ ਹਨ. ਸੋ ਮੈਂ ਸ਼ੇਅਰ ਕਰ ਲੈਂਦਾ ਜੋ ਸੰਥਿਆ 'ਚ ਲਿਖਿਆ ਹੈ ਤੁਹਾਡੇ ਨਾਲ. ਤੇ ਸਹਿ ਇਸ ਵਰਡ ਸਵੈ ਤੋਂ ਆਇਆ ਹੈ ਸੰਸਕ੍ਰਿਤ ਦੇ ਸਵੈ ਤੋਂ ਤੇ ਸਵੈ ਦੇ ਵਰਡ ਮੀਨਿੰਗ ਹੁੰਦੇ ਹਨ ਆਪਣੇ ਆਪ ਤੋਂ ਜਾਂ ਖੁਦ ਤੋਂ ਜਾਂ ਆਪਣੇ ਆਪ ਤੋਂ. ਹਾਂਜੀ ਤੇ ਭੰਗ ਦੇ ਜਿਹੜੇ ਮੀਨਿੰਗ ਜਿਹੜੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸੰਥਿਆ ਜਿਹੜੇ ਦਿੱਤੇ ਹਨ ਉਹ ਪ੍ਰਕਾਸ਼ ਸਰੂਪ ਹੈ. ਪ੍ਰਕਾਸ਼ ਰੂਪ ਕਹਿ ਲੋ ਜਾਂ ਸਰੂਪ ਕਹਿ ਲੋ. मैंने एक लाइट है एक जोत है जोत भी लिखे है. हाँ जी सो दो अगर कंबाइन करो दोनों नु ते most authors have agreed on there some though have a little different opinion but मैं ਜਿਹੜੀ majority opinion ਦੀ ਗੱਲ ਕਰ ਰਿਹਾ as what they say though कि ਆਪਣੇ ਆਪ ਤੋਂ ਹੈ ਨੰਬਰ 1 ਔਰ ਉਹ ਸਿਰਫ ਜੋਤ ਸਰੂਪ ਹੈ ਮਨੇ ਕਿ ਇੱਕ ਪ੍ਰਕਾਸ਼ ਰੂਪ ਵਿੱਚ ਹੈ. ਉਹ ਇਹੋ ਜਿਹਾ ਪ੍ਰਕਾਸ਼ ਹੈ ਜਿਹੜਾ ਦੂਸਰਿਆਂ ਨੂੰ ਚਾਨਣਾ ਤੇ ਦਿੰਦਾ ਹੈ. ਦੂਸਰਿਆਂ ਵਿੱਚ ਚਾਨਣਾ ਉਹਦਾ ਹੀ ਹੈ ਲੇਕਿਨ ਉਹਨਾਂ ਦਾ ਆਪਣਾ ਚਾਨਣਾ ਆਪਣੇ ਆਪ ਤੋਂ ਹੈ. ਉਹਨਾਂ ਦੇ ਚਾਨਣੇ ਦੇ ਪਿੱਛੇ ਕੋਈ ਹੋਰ ਕੋਈ ਰੂਪ ਨਹੀਂ ਹੈ. ਸੋ ਸਵੈਭੰਗ ਮਨੇ ਸੈਲਫ ਇਲੂਮੀਨੇਟਡ ਹੈ ਮਤਲਬ ਔਰ ਉਹਨਾਂ ਦੀ ਇਲੂਮੀਨੇਸ਼ਨ ਪੂਰੇ ਕਾਇਨਾਤ ਵਿੱਚ ਹੈ ਲੇਕਿਨ ਆਪਣੀ ਇਲੂਮੀਨੇਸ਼ਨ ਆਪਣੇ ਵਜ੍ਹਾ ਨਾਲ ਹੈ. ਆਪਣੀ ਇਲੂਮੀਨੇਸ਼ਨ ਜਿਹੜੀ ਹੈ ਕਿਸੇ ਦੂਸਰੇ ਐਕਸਟਰਨਲ ਫੋਰਸ ਦੀ ਵਜ੍ਹਾ ਨਾਲ ਇਲੂਮੀਨੇਸ਼ਨ ਨਹੀਂ ਹੈ. ਸੋ ਚੰਦ ਦੀ ਖੂਬਸੂਰਤੀ ਰਾਤ ਨੂੰ ਸੂਰਜ ਦੀ ਰੋਸ਼ਨੀ ਦੀ ਵਜ੍ਹਾ ਨਾਲ ਹੈ. ਸੋ ਉਹ ਉਹਦਾ ਪਿੱਛੇ ਰੀਜ਼ਨ ਹੈ. ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹਦੀ ਆਪਣੀ ਹੈ ਲੇਕਿਨ ਉਹਦੇ ਪਿੱਛੇ ਵੀ ਪ੍ਰਮਾਤਮਾ ਕਰਨ ਕਰਾਉਣ ਵਾਲਾ ਹੈ. ਇਸ ਵਾਸਤੇ ਉਹਨਾਂ ਦਾ ਆਪਣਾ ਨਹੀਂ ਹੈ ਸੂਰਜ ਦਾ ਕਿ ਕੋਈ ਪਿੱਛੋਂ ਕੋਈ ਹੋਰ ਸ਼ੈ ਹੈ ਨਾਮ ਦੀ ਜਿਹੜੀ ਕਰਦੀ ਹੈ ਕੰਮ. ਪ੍ਰਮਾਤਮਾ ਦੇ ਉੱਤੇ ਇਹ ਲਾਗੂ ਹੁੰਦਾ ਕਿ ਇੱਕ ਤੇ ਆਪਣੇ ਆਪ ਤੋਂ ਹੈ ਕੋਈ ਦੂਸਰਾ ਕੋਈ ਕਾਰਨ ਨਹੀਂ ਹੈ ਤੇ ਪ੍ਰਕਾਸ਼ ਰੂਪ ਵਿੱਚ ਹੈ
ਜੋਤ ਸਰੂਪ ਵਿੱਚ ਹੈ। ਤੇ ਜੋਤ ਵਰਡ ਗੁਰਬਾਣੀ ਬੜੀ ਵਾਰੀ ਵਰਤਿਆ ਗਿਆ ਜੋਤ ਵਰਡ ਪ੍ਰਮਾਤਮਾ ਨੂੰ ਵਾਸਤੇ ਐਡਰੈਸ ਕਰਨ ਵਾਸਤੇ ਬੜੀ ਬੜੀ ਵਰਡ ਭੰਗ ਸਵੈਭੰਗ ਜੋਤ ਸਰੂਪ ਵਰਤਿਆ ਗਿਆ। ਅਜੂਨੀ ਸੰਭੋਵੀ ਵਰਡ ਆਇਆ ਹੈ ਤੇ ਤਨਾਸਰੀ ਸ਼ਬਦ ਆਂਦਾ ਹੈ ਕਿ ਸਭ ਮੈਂ ਜੋ ਆਰਤੀ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ। ਜੋਤ ਉਹਦੀ ਜੋਤ ਹੈ ਜਿਹੜੀ ਸਾਰਿਆਂ ਵਿੱਚ ਹੈ ਜੋ ਸਾਰੀ। ਇਹ ਕਿਉਂ ਹੈ, ਇਹ ਕਿਉਂ ਮਤਲਬ ਕਿ ਵਾਈ ਇਜ਼ ਦਿਸ ਇੰਪੋਰਟੈਂਟ ਦੋ ਸਹਿਭੰਗ ਵਾਲਾ ਕਨਸੈਪਟ, ਤਾਂ ਕਿ ਕਿਉਂਕਿ ਇਹ ਨਾ ਕੋਈ ਸਮਝੇ ਕੋਈ ਕਿ ਉਹਦੇ ਪਿੱਛੇ ਕੋਈ ਕਾਰਨ ਜਾਂ ਉਹਨੂੰ ਕੋ ਬਣਾਉਣ ਵਾਲਾ ਕੋਈ ਹੋਰ ਸੀ, ਕੋਈ ਹੋਰ ਉਹਦੇ ਪਿੱਛੇ ਕੋਈ ਕਾਰਨ ਸੀ। ਉਹਦੇ ਪਿੱਛੇ ਕੋਈ ਕਾਰਨ ਨਹੀਂ ਹੈ ਕੋਈ, ਉਹ ਕਾਰਨ ਆਪਣਾ ਆਪ ਹੈ ਔਰ ਉਹਦੇ ਪਿੱਛੇ ਕੁਝ ਨਹੀਂ ਹੈ। ਇਲੂਮੀਨੇਸ਼ਨ ਉਹਦੀ ਆਪਣੀ ਹੈ। ਇਲੂਮੀਨੇਸ਼ਨ ਹੁਣ ਕੋਈ ਕੁਐਸਚਨ ਪੁੱਛ ਸਕਦੇ ਨੇ ਕਿ ਉਹ ਕਿੱਥੋਂ ਬਣੀ ਜੀ, ਇਹ ਸਾਨੂੰ ਨਹੀਂ ਪਤਾ। ਵੀ ਨਾਟ ਗੋਇੰ ਟੂ ਵੈਂਚਰ ਇਨਟੂ ਦੈਟ। ਉਹ ਜਿਹਨੇ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੇ ਸੋਏ, ਉਹੀ ਇੱਥੇ ਵੀ ਲਾਗੂ ਹੁੰਦਾ ਹੈ। ਸਹਿ ਹੈ ਆਪਣੇ ਆਪ ਤੋਂ ਹੈ, ਭੰਗ ਹੈ ਜੋਤ ਸਰੂਪ ਹੈ। ਤੇ ਗਿਆਨ ਪ੍ਰਬੋਧ ਇੱਕ ਬਾਣੀ ਹੈ ਦਸਮ ਪਾਤਸ਼ਾਹ ਦੀ, ਬਹੁਤ ਮੈਂ I'm going to clear this up now because I'm done with my drawing and I'm going to stop sharing my screen here. ਗਿਆਨ ਪ੍ਰਬੋਧ ਇੱਕ ਬਾਣੀ ਹੈ, ਗੁਰੂ ਗ੍ਰੰਥ ਦਸਮ ਗ੍ਰੰਥ ਵਿੱਚ ਆਂਦੀ ਹੈ ਗਿਆਨ ਪ੍ਰਬੋਧ ਬਾਣੀ। ਉਹਦੇ ਵਿੱਚ ਇੱਕ ਲਾਈਨ ਆਂਦੀ ਹੈ ਜਿਹੜੀ ਆਥਰਸ ਬਹੁਤ ਕੋਟ ਕਰਦੇ ਹਨ ਕਿ ਜਮੀ ਅਸਮਾਨ ਕੇ ਬਿਖੇ ਸਮਸਤ ਇੱਕ ਜੋਤ ਹੈ। ਮਨੇ ਸਾਰੀ ਕਾਇਨਾਤ ਦੇ ਪਿੱਛੇ ਇੱਕ ਜੋਤ ਹੈ, ਇੱਕ ਲਾਈਟ ਹੈ ਜਿਹੜੀ ਸੈਲਫ ਇਲੂਮੀਨੇਟਡ ਹੈ। ਤੋ ਇਹ ਜਿਹੜੀ ਲਾਈਟ ਜਿਹੜੀ ਹੈ, ਜਿਹੜੀ ਸੈਲਫ ਇਲੂਮੀਨੇਟਡ ਜਿਹੜੀ ਹੈ, ਸਾਧਨ ਪੱਖ ਇਹਦਾ ਬਾਰ-ਬਾਰ ਸਹਿਭੰਗ ਕਹਿਣ ਨਾਲ ਜਾਂ ਬਾਰ-ਬਾਰ ਜਪਜੀ ਦਾ ਪਾਠ ਕਰਨ ਨਾਲ ਜਾਂ ਬਾਰ-ਬਾਰ ਮੂਲ ਮੰਤਰ ਦਾ ਉਚਾਰਨ ਕਰਨ ਨਾਲ ਫਾਇਦਾ ਇਹਦਾ ਇਹ ਹੈ ਕਿ ਉਹ ਜੋਤ ਰੂਪ ਜਿਹੜਾ ਆਪ ਹੈ, ਤੁਸੀਂ ਵੀ ਉਸ ਜੋਤ ਰੂਪ ਵਿੱਚ ਮਿਲ ਸਕਦੇ ਹੋ। ਦੈਟ ਇਜ਼ ਦੀ ਸਾਧਨ ਪੱਖ ਆਫ ਦਿਸ। ਸਾਧਨ ਪੱਖ ਇਹ ਹੈ ਇਹਦਾ। ਕਿਉਂਕਿ ਜਿਹੜਾ ਕਰਦਾ ਹੈ, ਜਿਹੜਾ ਮਿਲਦਾ ਹੈ ਉਸ ਸਹਿਭੰਗ ਨਾਲ, ਉਹ ਆਪ ਸਹਿਭੰਗ ਰੂਪ ਹੋ ਜਾਂਦਾ ਹੈ। ਆਪ ਉਸ ਜੋਤ ਵਿੱਚ ਰਲ ਜਾਂਦਾ ਹੈ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਵਰਡ ਆਏ ਹਨ ਬਿਲਾਵਲ ਦੇ ਰਾਗ ਵਿੱਚ, ਹੈ ਨਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਵੀ ਵਰਡ ਆਏ ਹਨ। ਬਾਣੀ ਬੜੀ ਵਾਰੀ ਜੋਤ ਬਾਰੇ ਵਰਡ ਆਏ ਹਨ। ਬੜੀਆਂ ਕੋਟੇਸ਼ਨ ਤੁਹਾਨੂੰ ਗੁਰਬਾਣੀ ਵਿੱਚ ਜੋਤ ਦੇ ਉੱਤੇ ਮਿਲਣਗੀਆਂ। ਉਹ ਜੋਤ ਸਰੂਪ ਹੈ ਤੇ ਜਿਹੜੇ ਜਪਦੇ ਹਨ ਉਹਨੂੰ, ਜਿਹੜੇ ਧਿਆਨਦੇ ਹਨ ਉਸ ਨੂੰ, ਜਿਹੜੇ ਯਾਦ ਕਰਦੇ ਹਨ ਉਸ ਨੂੰ, ਜਿਹੜੇ ਉਹਦੇ ਵਰਗੇ ਬਣਦੇ ਹਨ, ਉਹ ਫਿਰ ਆਪ ਜੋਤ ਸਰੂਪ ਹੋ ਜਾਂਦੇ ਹਨ। ਉਹ ਆਪ ਜੋਤ ਵਿੱਚ ਮਿਲ ਜਾਂਦੇ ਹਨ। ਭਾਵ ਉਹਨਾਂ ਦੇ ਵਿੱਚ ਜਿਹੜੀ ਲਾਈਟ ਜਿਹੜੀ ਤੇ ਆਲਰੇਡੀ ਪਈ ਹੋਈ ਹੈ। ਇੱਕ ਗੱਲ ਯਾਦ ਰੱਖੋ ਕਿ ਤਿਸਕੇ ਚਾਨਣ ਸਭ ਮੈਂ ਚਾਨਣ ਹੋਏ, ਇਹ ਤੇ ਗੱਲ ਬਿਲਕੁਲ ਪੱਕੀ ਹੈ। ਕਿਉਂਕਿ ਉਹ ਜੋਤ ਸਾਰਿਆਂ ਵਿੱਚ ਹੈ, ਪਰ ਗੁਰਸਾਖੀ ਜੋਤ ਪ੍ਰਗਟ ਨਹੀਂ ਹੁੰਦੀ। ਉਹ ਜੋਤ ਹੈ ਨਾ, ਪ੍ਰਗਟ ਉਹਨਾਂ ਚ ਹੁੰਦੀ ਹੈ ਜੋ ਗੁਰੂ ਦੀ ਸਿੱਖਿਆ ਨਾਲ ਆਪਣੀ ਜ਼ਿੰਦਗੀ ਬਿਤਾਉਂਦੇ ਹਨ, ਹੈ ਨਾ। ਉਹ ਉੱਥੇ ਜੋਤ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ। ਤੇ ਜਦੋਂ ਉਸ ਜੋਤ ਦੇ ਉੱਤੇ ਬਹੁਤ ਫੋਕਸ ਕਰਕੇ ਨਾਮ ਕੋਈ ਜਪਦੇ ਹਨ ਜਿਹੜਾ, ਜਾਂ ਮੂਲ ਮੰਤਰ ਦੇ ਪਾਠ ਦੇ ਉੱਤੇ ਬਹੁਤ ਫੋਕਸ ਕਰਕੇ ਕਰਦੇ ਹਨ, ਤੇ ਫਿਰ ਉਹਨਾਂ ਵਿੱਚ ਉਹ ਜੋਤ ਜਿਹੜੀ ਹੈ ਵੱਡੀ ਜੋਤ ਦੇ ਨਾਲ, ਉਹਦੇ ਜੋਤ ਦੇ ਨਾਲ ਉਹਨੂੰ ਪ੍ਰਕਾਸ਼ ਹੋ ਜਾਂਦਾ ਉਸ ਜੋਤ ਦੇ ਨਾਲ। ਹੁਣ ਮੈਨੂੰ ਤਾਂ ਐਕਸਪੀਰੀਅੰਸ ਨਹੀਂ ਹੈ ਨਾ, ਮੈਂ ਤਾਂ ਫਿਰ ਝਲਕਾਰੇ ਆਉਂਦੇ ਨੇ ਕਈ ਵਾਰੀ ਇੱਧਰ ਉੱਧਰ, ਪਰ ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੂੰ ਪਤਾ ਹੈ। ਗੁਰਬਾਣੀ 'ਚ ਬੜੀ ਬਹੁਤ ਡਿਸਕਸ਼ਨ ਹੈ ਇਸ ਬਾਰੇ। ਬੜੀ ਜਗ੍ਹਾ ਬੜੀ ਥਾਂ ਤੇ ਗੁਰਬਾਣੀ ਵਿੱਚ ਇਹ ਗੱਲ ਆਈ ਹੈ ਕਿ ਜੋਤੀ ਜੋਤ ਰਲ ਜਾਂਦੀ ਹੈ। ਜੋ ਜੋਤੀ ਸੰਗ ਜੋਤ ਸਮਾਵੇ, ਸੁਖਮਨੀ ਵਿੱਚ ਲਾਈਨਾਂ ਆਉਂਦੀਆਂ ਜੋਤ ਬਾਰੇ। ਜੋਤੀ ਸੰਗ ਜੋਤ ਸਮਾਵੇ, ਜੋਤੀ ਨਾਲ ਜੋਤ ਜਿਸ ਤਰ੍ਹਾਂ ਜਲਾਉਂਦਾ ਹੈ। ਸਤਸੰਗਤ ਦੇ ਉੱਤੇ ਨਾਲ ਬੜੀ ਵਾਰੀ ਇਹ ਦਿੱਤੇ ਜਾਂਦਾ ਹੈ, ਮੈਟਾਫਰ ਦਿੱਤਾ ਜਾਂਦਾ ਹੈ ਜੋਤ ਦਾ। ਸੋ ਉਹ ਜੋਤ ਰੂਪ ਵਿੱਚ ਹੈ, ਲਾਈਟ ਰੂਪ ਵਿੱਚ ਹੈ, ਇਲੂਮੀਨੇਸ਼ਨ ਹੈ। ਉਹਦਾ ਚਾਨਣਾ ਦੁਨੀਆ ਦੇ ਹਰ ਕੋਨੇ ਵਿੱਚ, ਕਾਇਨਾਤ ਦੇ ਹਰ ਕੋਨੇ ਵਿੱਚ ਉਹਦਾ ਚਾਨਣਾ ਹੈ। ਲੇਕਿਨ ਉਹਦਾ ਆਪਣਾ ਚਾਨਣੇ ਦੇ ਪਿੱਛੇ ਕੋਈ ਐਕਸਟਰਨਲ ਫੈਕਟਰ ਨਹੀਂ ਹੈ ਕੋਈ। ਉਹ ਆਪ ਸੈਲਫ ਇਲੂਮੀਨੇਟਡ ਹੈ। ਇਹ ਸਹਿਭੰਗ ਦੀ ਡੈਫੀਨੇਸ਼ਨ ਜਿਹੜੀ 99% of the authors that are the mainstream ਜਿਹੜੇ author ਜਿਹੜੇ ਹਨ, ਉਹ ਐਗਰੀ ਕਰਦੇ ਹਨ ਇਸ ਨੂੰ। ਤੇ ਜਿਹੜਾ ਬਾਰ-ਬਾਰ ਸਹਿਭੰਗ ਨੂੰ ਜਪਦਾ ਹੈ ਤੇ ਆਪ ਸਹਿਭੰਗ ਹੈ, ਆਪ ਸਹਿਭੰਗ ਵਿੱਚ ਰੂਲ। ਉਹ ਡਿਫਰੈਂਟ ਨਹੀਂ ਹੈ। ਜਿਸ ਆਪ ਕਰਤਾ ਪੁਰਖ ਕਹਿਣ ਨਾਲ ਆਪ ਕਰਤਾ ਪੁਰਖ ਵਿੱਚ ਮਿਲ ਜਾਂਦਾ ਹੈ। ਆਪ ਨਿਰਭਉ ਕਰਨ ਨਾਲ ਨਿਰਭਉ ਬਣ ਜਾਂਦਾ ਹੈ। ਆਪ ਨਿਰਵੈਰ ਕਰਨ ਨਾਲ ਆਪ ਨਿਰਵੈਰ ਬਣ ਜਾਂਦਾ ਹੈ। ਉਸੀ ਤਰ੍ਹਾਂ ਆਪ ਅਜੂਨੀ ਜਪਦਿਆਂ ਅਜੂਨੀ ਵੀ ਹੋ ਜਾਂਦੇ, ਕਿਉਂਕਿ ਜਨਮ ਮਰਨ ਦੇ ਗੇੜੇ ਕੱਟੇ ਜਾਂਦੇ ਹਨ। ਪ੍ਰਭ ਕੈ ਸਿਮਰਨ ਗਰਭ ਨਾ ਬਸੈ ਆਏ, ਪ੍ਰਭ ਕੈ ਸਿਮਰਨ ਗਰਭ ਨਾ ਬਸੈ ਆਏ ਨਾ ਵਰਡ। ਇਹ ਸੁਖਮਨੀ ਦੇ ਬਿਗਨਿੰਗ ਅਸ਼ਪਦੀਆਂ ਵਿੱਚ ਵੀ ਇਹ ਗੱਲਾਂ ਆਈਆਂ ਹਨ ਸਾਰੀਆਂ। ਸੋ ਜਿਹੜਾ ਆਪ ਅਜੂਨੀ ਜਪਦਾ ਹੈ, ਜਿਹੜਾ ਆਪ ਜਪਦਾ ਹੈ ਉਹਨਾਂ ਨਾਵਾਂ ਨੂੰ, ਤੇ ਉਹ ਉਹਨਾਂ ਨਾਂ ਦੀ ਜਿਹੜਾ ਪ੍ਰਕਾਸ਼ ਜਿਹੜਾ ਹੈ ਤੁਹਾਡੇ ਮਨ ਵਿੱਚ ਹੁੰਦਾ ਹੈ ਸਾਰਾ।
ਸੋ ਇਹ ਇਹਨਾਂ ਲਾਈਨਾਂ ਦਾ ਸਾਧਨ ਪੱਖ ਹੈ ਤੇ ਇਹ ਸਹਿਭੰਗ ਅਖੀਰਲਾ ਐਟਰੀਬਿਊਟ ਹੈ। ਤੇ ਹੁਣ ਜਿਹੜੇ ਐਟਰੀਬਿਊਟ ਜਿਹੜੇ ਡਿਫਾਈਨ ਕਰ ਆਏ ਨੇ, ਲੈਟ ਮੀ ਗੋ ਬੈਕ ਟੂ ਦ ਏਕ ਓੰਕਾਰ ਦੀ ਡਿਸਕਸ਼ਨ। ਏਕ ਓੰਕਾਰ ਦੇ ਵਿੱਚ ਸਾਰਾ ਕੁਝ ਸੀ, ਓੰਕਾਰ ਤੇ ਇੱਕ ਵਿੱਚ ਹੈ ਨਾ, ਉਹਦੇ ਉਹ ਤੁਸੀਂ ਬੜਾ ਡਿਸਕਸ ਕਰ ਆਏ ਉਹਨਾਂ ਚ। ਫਿਰ ਇੱਕ ਦਾ ਫਰਦਰ ਡਿਸਕ੍ਰਿਪਸ਼ਨ ਦਿੱਤੀ ਨੇ ਸੱਤ। ਲੈਟ ਮੀ ਜਸਟ ਡਰਾ ਅ ਸਮਾਲ ਡਾਇਆਗ੍ਰਾਮ, ਦਿਸ ਮਾਈਟ ਮੇਕ ਇਟ ਲਿਟਲ ਬਿਟ ਮੋਰ ਕਲੀਅਰ, ਯੂ ਨੋ। this will become little bit more clearer ਹੋ ਜਾਏਗਾ thought process। ਹਾਂਜੀ, ਸੋ ਪਹਿਲੇ ਦੇ ਇਹ ਡਿਸਕ੍ਰਾਈਬ ਕੀਤਾ ਸੀ। ਸੋ ਇੱਕ ਨੂੰ ਜਿਹੜਾ ਨਿਰਗੁਣ ਰੂਪ ਨਾਲ ਜੁੜਿਆ ਹੋਇਆ ਸੀ, ਉਹ ਇੱਕ ਜਿਹੜਾ ਹੈ ਉਹ ਸੱਤ ਦੀ ਡੈਫੀਨੇਸ਼ਨ ਦਿੱਤੀ ਉਹਨਾਂ ਨੇ ਕਿਹਾ ਕਿ ਇਹ ਸੱਤ ਰੂਪ ਵਿੱਚ ਹੈ, ਹਮੇਸ਼ਾ ਰਹਿਣ ਵਾਲਾ ਹੈ, ਤੇ ਓੰਕਾਰ ਉਹਦਾ ਕ੍ਰੀਏਟਿਵ ਰੂਪ ਹੈ। ਹਾਂਜੀ, ਇਹ ਐਸੋਸੀਏਸ਼ਨ ਇਹਦੀ ਐਸੋਸੀਏਸ਼ਨ ਨਾਮ ਨਾਲ ਜ਼ਿਆਦਾ ਹੈ, ਕਿਉਂਕਿ ਨਾਮ ਕ੍ਰੀਏਟ ਕੀਤਾ ਗਿਆ ਕ੍ਰੀਏਟਿਵ ਬਣਨ ਵਾਸਤੇ। ਸੋ ਸਮਝ ਲਓ ਕਿ ਇੱਕ ਓੰਕਾਰ ਸੱਤ ਉਹਦੀ ਵਿਆਖਿਆ ਕਰਦਾ ਹੈ। ਨਾਮ ਵਿਆਖਿਆ ਜਿਹੜੀ ਹੈ ਜਨਰਲੀ ਓੰਕਾਰ ਨਾਲ ਜੋੜੀ ਜਾਂਦੀ ਹੈ ਉਸਦੀ, ਕਿਉਂਕਿ ਨਾਮ ਜਿਹੜਾ ਹੈ ਓੰਕਾਰ, ਕਿਉਂਕਿ ਨਾਮ ਦੀ ਕ੍ਰੀਏਸ਼ਨ ਕ੍ਰੀਏਟਿਵਿਟੀ ਵਾਸਤੇ ਹੋਈ। ਤੇ ਉਸ ਤੋਂ ਬਾਅਦ ਸਤਨਾਮ, ਫਿਰ ਅੱਗੇ ਜਿਹੜੇ ਵਰਡ ਆਏ ਹਨ, ਜਿਹੜੇ ਕਰਤਾ ਆਇਆ ਹੈ, ਪੁਰਖ ਆਇਆ ਹੈ, I'm going to write all of them down। ਕਰਤਾ ਪੁਰਖ ਨਿਰਭਉ ਆਇਆ ਹੈ, ਨਿਰਵੈਰ ਆਇਆ ਹੈ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਤੇ ਸਹਿਭੰਗ। ਸਹਿਭੰਗ ਮੈਂ ਇਕੱਠਿਆਂ ਲਿਖ ਦਿੰਦਾ, ਬੜੇ ਆਥਰ ਅਲੱਗ-ਅਲੱਗ ਲਿਖਦੇ ਹਨ, ਤੁਸੀਂ ਜਿਸ ਤਰ੍ਹਾਂ ਤੁਹਾਡਾ ਮਨ ਚੱਕੇ। ਵੈਸੇ ਜਪਜੀ ਸਾਹਿਬ ਪ੍ਰੋਨਾਂਸੀਏਸ਼ਨ ਜਿਹੜੀ ਹੈ ਇਕੱਠੀ ਕਰਦੀਆਂ ਨਹੀਂ। ਤੇ ਇਹ ਜਿਹੜੇ ਐਟਰੀਬਿਊਟਸ ਜਿਹੜੇ ਆਏ ਹਨ ਸਾਰੇ, ਇਹ ਜਿਹੜੇ ਐਟਰੀਬਿਊਟ ਜਿਹੜੇ ਆਏ ਹਨ ਜਿਹੜੇ ਸਾਰੇ, ਇਹ ਐਟਰੀਬਿਊਟਸ ਜਿਹੜੇ ਹਨ ਸਾਰੇ ਪ੍ਰਮਾਤਮਾ ਦੇ ਐਟਰੀਬਿਊਟਸ ਆਏ ਹਨ ਸਾਰੇ, ਤੇ ਇਹ ਦੋਨੋਂ ਜਗ੍ਹਾ ਲਾਗੂ ਹੁੰਦੇ ਹਨ। ਹਾਂਜੀ, ਤੇ ਸੱਤ ਜਿਹੜਾ ਵਾ, ਕਈ ਵਾਰੀ ਸੱਤ ਨੂੰ ਆਥਰਸ ਐਜ਼ ਆਈ ਸੈਡ ਬਿਫੋਰ ਕਿ ਸੱਤ ਕਈ ਵਾਰੀ ਇੱਕ ਜਿਹੜਾ ਹੈ ਉਹ ਜਿਹੜਾ ਲਕਸ਼ਣ ਜਿਹਦਾ ਡਾਇਰੈਕਟ ਨਾਮ ਹੈ ਪ੍ਰਮਾਤਮਾ ਦਾ। ਜੇ ਕਿਸੇ ਨੂੰ ਪਛਾਣਵੇ ਕੌਣ ਹੈ ਜੀ, ਉਹ ਸੱਤ ਸਰੂਪ ਹੈ। ਹਾਂਜੀ, ਸੱਤ ਦੇ ਉੱਤੇ ਬੜੇ ਲੰਬੇ ਡਿਸਕਸ਼ਨ ਕਰਕੇ ਆਏ ਆ, ਮੈਂ ਦੁਬਾਰਾ ਨਹੀਂ ਕਰਨੀ ਇਹਦੀ ਡਿਸਕਸ਼ਨ। ਪਰ ਇਹ ਜਿਹੜੇ ਵਰਡ ਜਿਹੜੇ ਆਏ ਹਨ, ਇਹ ਐਟਰੀਬਿਊਟਸ ਹਨ ਪ੍ਰਮਾਤਮਾ ਦੇ ਸੁਭਾਅ ਦੇ ਐਟਰੀਬਿਊਟਸ ਨੇ। ਕਿਉਂ ਜਾਏ ਉਹ ਕਰਤਾ ਹੈ, ਕਰਤਾ ਹੋ ਕੇ ਪੁਰਖ ਵੀ ਹੈ, ਕ੍ਰੀਏਟ ਕਰਨ ਵਾਲਾ ਹੈ, ਦਾਤਾ ਦੇਣ ਵਾਲਾ ਹੈ, ਦਾਤਾ ਦੇ ਕੇ ਸਿਖਾਉਣ ਵਾਲਾ ਹੈ, ਸਭ ਕੁਝ ਕਰਾਉਣ ਵਾਲਾ ਉਹ ਹੈ। ਫਿਰ ਦੇ ਕੇ ਚਲਾ ਨਹੀਂ ਜਾਂਦਾ, ਆਪ ਰਹਿੰਦਾ ਹੈ ਨਾਲ ਸਾਡੇ ਪੁਰਖ ਰੂਪ ਵਿੱਚ। ਡਰ ਕਿਸੇ ਦਾ ਨਹੀਂ ਉਸਨੂੰ, ਨਾ ਡਰ ਸਾਨੂੰ ਦਿੰਦਾ ਹੈ, ਕਿਉਂਕਿ ਉਹ ਡਰੇ ਕਿਉਂ ਕਿਸੇ ਤੋਂ, ਕ੍ਰੀਏਸ਼ਨ ਉਹਦੀ ਆਪਣੀ ਹੈ। ਵੈਰ ਕਿਸੇ ਨਾਲ ਨਹੀਂ, ਬਿਕਾਜ਼ ਸਾਰੇ ਉਹਦੇ ਬੱਚੇ ਨੇ। ਉਹਦੇ ਵਾਸਤੇ ਸਾਰੀਆਂ ਰਿਲੀਜਨ ਸੇਮ ਹਨ, ਉਹਦੇ ਵਾਸਤੇ ਕਾਲਾ ਪੀਲਾ ਗੋਰਾ ਜੂ ਇਟ ਡਜ਼ਨਟ ਮੈਟਰ, ਉਹਦੇ ਬੱਚੇ ਸਾਰੇ ਹਨ। ਅਕਾਲ ਰੂਪ ਚ ਹੈ ਕਿਉਂਕਿ ਟਾਈਮ ਔਰ ਸਪੇਸ ਚ ਨਹੀਂ ਹੈ ਆਪ। ਮੂਰਤ ਹੈ ਬਿਕਾਜ਼ ਕੌਨਸ਼ੀਅਸਨੈਸ ਹੈ ਉਹਦੇ ਚ। ਹਮੇ ਅਜੂਨੀ ਹੈ, ਆਣਾ ਜਾਣਾ ਨਹੀਂ ਹੈ ਇਹਦੇ ਵਿੱਚ, ਹਮੇਸ਼ਾ ਰਹਿਣ ਵਾਲਾ ਹੈ। ਤੇ ਸਹਿਭੰਗ ਹੈ, ਜੋਤ ਸਰੂਪ ਹੈ, ਤੇ ਆਪਣੇ ਆਪ ਤੋਂ ਸੈਲਫ ਇਲੂਮੀਨੇਟਡ ਹੈ। ਅਗਰ ਮੈਂ ਕੁਇਕਲੀ ਇਹਦੀ ਮੈਂ ਕਰਾਂ ਐਨਾਲਿਸਿਸ ਤੇ ਇਹਦੀ, ਹਾਂਜੀ, ਤੇ ਇਹ ਮੂਲ ਮੰਤਰ ਦਾ ਮੇਨ ਹੈ। ਹੁਣ ਪ੍ਰੋਬਲਮ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਲਿਖੀਆਂ ਹਨ, ਜਿਹੜੀਆਂ ਇਹ ਨੌਲੇਜ ਦੇਣ ਵਾਸਤੇ ਨਹੀਂ ਲਿਖੀਆਂ ਹੋਈਆਂ ਚੀਜ਼ਾਂ ਸਾਰੀਆਂ। ਹਾਂਜੀ, ਇਹ ਚੀਜ਼ਾਂ ਇਸੇ ਲਿਖੀ ਗਿਆ, ਤੁਹਾਨੂੰ ਦੱਸ ਦਿੱਤੀ ਜੀ, ਇਹ ਨੌਲੇਜ ਮਿਲ ਗਈ ਹੈ ਸਾਰੀ ਤੁਹਾਨੂੰ। ਇਹ ਨਹੀਂ ਸੀ ਮੋਟਿਵ ਉਹਨਾਂ ਦਾ ਲਿਖਣ ਦਾ। ਜੇ ਇਹ ਮੋਟਿਵ ਹੁੰਦਾ ਤੇ ਗੁਰਪ੍ਰਸਾਦ ਵਰਡ ਨਾ ਆਉਂਦੇ ਅੱਗੇ। ਇਹ ਮੋਟਿਵ ਨਹੀਂ ਉਹਨਾਂ ਦਾ। ਮੋਟਿਵ ਇਹ ਹੈ ਕਿ ਹੁਣ ਇਸ ਵਰਗੇ ਬਣ ਜਾਓ, ਤੁਸੀਂ ਇਸ ਨਾਮ ਵਿੱਚ ਮਿਲ ਜਾਓ, ਇਸ ਸੱਤ ਵਿੱਚ ਮਿਲ ਜਾਓ, ਓੰਕਾਰ ਵਿੱਚ ਆਪ ਮਿਲ ਜਾਓ। ਹਾਂਜੀ, ਆਪ ਕਰਤਾ ਬਣੋ, ਆਪ ਨਿਰਭਉ ਬਣੋ, ਆਪ ਨਿਰਵੈਰ ਬਣੋ, ਆਪ ਅਜੂਨੀ ਬਣੋ, ਆਪ ਸਹਿਭੰਗ ਬਣੋ। ਇਹ ਗੋਲ ਸੀ। ਜੇ ਇਹ ਗੋਲ ਨਾ ਹੁੰਦਾ, ਸਿਰਫ ਇਨਫੋਰਮੇਸ਼ਨ ਗੈਦਰਿੰਗ ਦਾ ਗੋਲ ਹੁੰਦਾ, ਇਨਫੋਰਮੇਸ਼ਨ ਤੁਹਾਨੂੰ ਦੇ ਦਿੱਤੀ ਸਾਰੀ, ਤੇ ਫਿਰ ਅੱਗੇ ਗੁਰਪ੍ਰਸਾਦ ਲਿਖਣ ਦੀ ਲੋੜ ਨਹੀਂ ਸੀ ਕੋਈ ਅੱਗੇ। ਇਹ ਮੈਂ ਗੱਲ ਕਲੈਰਿਟੀ ਕਰਦੇ ਆ ਇਸ ਇਸ਼ੂ ਦੀ, ਯੂ ਨੋ। ਇਹ ਬੜੇ ਲੋਕ ਕਨਫਿਊਜ਼। ਬਾਈ ਦ ਵੇ, this generally speaking 99.99% of the authors are all on the same viewpoint ਇੱਥੇ, ਭਾਈ ਸਾਹਿਬ ਭਾਈ ਵੀਰ ਸਿੰਘ included, you know। ਸੋ ਇਹ ਇਨਫੋਰਮੇਸ਼ਨ ਜਿਹੜੀ ਦਿੱਤੀ ਗਈ ਹੈ ਤਾਂ ਕਿਉਂਕਿ ਪ੍ਰਮਾਤਮਾ ਬਾਰੇ ਤੁਸੀਂ ਜਾਣੂ ਹੋ ਜਾਓ, ਨੰਬਰ 1, ਜਾਣੂ ਹੋ ਕੇ ਤੇ ਉਸ ਵਰਗੇ ਬਣ ਜਾਓ, ਉਹਦੇ ਨਾਲ ਮਿਲ ਜਾਓ।
ਤਾਂ ਦਿੱਤੀ ਗਈ ਹੈ ਇਨਫੋਰਮੇਸ਼ਨ ਹੈ ਸਾਰੀ। ਤੇ ਹੁਣ ਆਈ ਹੈ ਗੱਲ, ਅਗਲੀ ਗੱਲ ਜਿਹੜੀ ਆਈ ਹੈ ਵੀ ਇਹ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦੇ ਦਿੱਤੀ ਹੈ, ਪਰ ਇਹ ਤੁਹਾਨੂੰ ਰਿਅਲਾਈਜ਼ ਕਿਸ ਤਰ੍ਹਾਂ ਹੋਏਗੀ ਇਨਫੋਰਮੇਸ਼ਨ? हैंड होल्डिंग थोड़ी कौन करेगा, दसेगा कौन इस बारे, कौन थोड़ा हाथ पकड़ेगा, कौन लैके जाएगा, कौन थोड़ी मदद करेगा? और हर जगह मदद की लोड़ पैंदी है इंसान नूं। देखो छोटी मोटी गल हुंदी है ते मदद की लोड़ पैंदी है। बच्चा छोटा हुंदा है, मां दा रोल बहुत वड्डा हुंदा है, मदर दा रोल, फादर दा रोल वड्डा हुंदा है, मां दा रोल होर भी वड्डा हुंदा है। हर चीज बच्चे मां सिखांदी है बच्चे नूं, छोटियां छोटियां चीजां तो मां सिखांदी है। नहाना किस तरह है, ब्रश किंज करना है, खाना किंज है, किंज करना है, फिर स्कूल लैके जाना है, वापस लैके आना है, किंज पढ़ना है, सारा कुछ जिहड़ी मां दा और प्यो दा सब तो वड्डा रोल। उस तो बाद फिर टीचर दा रोल शुरू हुंदा है, फिर स्कूल च टीचर हुंदे ने, फिर प्रोफैसर हुंदे ने, वो भी हैंड होल्डिंग चलदी है। सो पूरा बंदा सिखदा रहिंदा इन्हां चीज़ां कोलों। ते एक बंदा होवे जिहदा मां प्यो ना होवे, कोई ना होवे, सिखाण वाला कोई ना होवे, तो उस बंदे दी जिंदगी बड़ी डिफरेंट होएगी, यू नो। इस वास्ते ये चीज़ां जिहड़ियां लिखियां जिहड़ियां ਅਸੀਂ डिस्कस कर आए हां, इन्हां दे चीज़ां दे जिहड़ियां रियलाइजेशन जिहड़ी है इन्हां चीज़ां दी, and I'm going to change my colors to make sure that everybody gets this point। इन्हां चीज़ां दी जिहड़ी रियलाइजेशन जिहड़ी है वो गुरु तो आंदी, जे अगर इस रस्ते ते ओ गुरप्रसाद तो है, और किधरों नहीं मिल सकदी तुहानूं। ते अज जिहड़ा टॉपिक जिहड़ा है, जिहड़ा हुण गुरु ते फोकस करां भी गुरु कौन है, गुरु दा कांसेप्ट की है सिखिज्म विच, गुरु दी की निशानियां हैं सच्चे गुरु दियां। गुरु बारे किथे किथे डिस्कशन गुरु ग्रंथ साहिब महाराज आई है, जिहड़ी तुसीं पढ़ सकदे हो आप। गुरु बारे किथे किथे बहुत ज्यादा मिलिया लिखदा है, यू नो, ताकि तुसीं आप पढ़ सकदे हो। So अगली discussion, I'm going to stop for a second. If somebody has a question, then I like to erase this thing though, if it's okay with everybody. So I just do this thing so that थोड़ी clarity हो जाती है देखने में, you know। हाँ जी, Vikri ji, you had a question? Thank you, Virji. Sat Sri Akal ji. Thank you for this nice summary. Before you go to that next topic of Guru, I was curious about that minority opinion. Jada tusi keh rahe sige ki there are some authors who have a different opinion about Saibhang. नहीं, कोई मैनू नहीं मिलिया, कोई बहुत जे अगर होएगा भी ते किधरे किधरे साहिबम दे बहुत 0.1% किधरे, but you know this is what the major जेड़ा opinion जेड़ा है, मैनू याद भी नहीं जेड़े डिसेंटिंग ओपिनियन कोई होवन अगर किधरे दे, मैंने पढ़े 10 साल पहले किधरे कोई पढ़िया होना एक आधी। जनरली स्पीकिंग प्रोफेसर साहब सिंह उन्होंने ला लो, भाई साहब भाई वीर सिंह उन्होंने ला लो, भाई हरबंस सिंह उन्होंने ला लो, जेड़े टीके जेड़े संप्रदायी टीकियां विच ला लो भी सेम मीनिंग मिलेंगे किधरे ना किधरे। आजकल कोई कई बंदे अपने सोच कर लेंदा है कि यू नो, ते मेरे हिसाब नाल इहदी व्याख्या ਉਹੀ कर सकदा है ਜਿਹੜਾ इस लेवल ते थोड़ा बहुत पहुंचिया होवे, ਜਿਹੜਾ इस लेवल थोड़ा बहुत अचीव कीता होवे जिसने, है ना। मेरे वर्गे बंदे तो सिर्फ पढ़ के ही सुना सकते हैं, ते ਜਿਹੜੇ सच्ची जिन्हां ने जपिया है नाम, जिन्हां ने परमात्मा नाल प्यार कीता है, लेट मी क्लियर दिस अप, यू नो, ਉਹਨਾਂ ਨੂੰ ਪਤਾ है असली चीज़ां ਜਿਹੜੀਆਂ हैं। सो दो तरह के ऑथर्स हैं वीर जी। एक ऑथर होंदे ने जेड़े सिर्फ इन्फॉर्मेशन गिविंग वाले ऑथर होंदे ने जेड़े, है ना। फिर दूसरे ऑथर होंदे ने भाई गुरदास वर्गे, यू नो, भाई नंद लाल वर्गे, यू नो, सूर्य प्रकाश कवि संतोख सिंह वर्गे, यू नो, भाई साहब भाई वीर सिंह वर्गे, यू नो, कान सिंह नाभा वर्गे, जिन्हां ने सिर्फ लिखिया नहीं है, जिन्हां ने ये चीज़ां जड़ियां ना अपनी जिंदगी विच एक्सपीरियंस कीतियां, जिन्हां ने खुद देखा है सहभंग नूं, जिन्हां ने खुद महसूस किया है सहभंग नूं। सो you know, yeah, that is the I don't know what else to say, Vijay. So Anji Kulab ji, you had your hands up with it। Anji ਵੀਰ ਜੀ, ਤੁਸੀਂ ਗਿਆਨ ਪ੍ਰਬੋਧ ਦੀ ਇੱਕ ਲਾਈਨ ਦੱਸੀ ਸੀ, ਕੀ ਸਟਾਰਟ ਸੀ ਉਹ? ज्ञान प्रबोध की लाइन है विजय जी कि जमी आसमान के बिखे समस्त एक जोत है। मेहरबानी। जमी आसमान के बिखे समस्त एक जोत है, मतलब सारी क्रिएशन दे पीछे एक लाइट है खाली, या एक सोर्स है उस लाइट दा, यू नो। सो ज्ञान प्रबोध एक चैप्टर है दसम बाणी दा, जिन्होंने अजकल ओदे उत्ते बड़ा डिस्कशन ते कंट्रोवर्सी जी है। सो मैं ना चक्रां च नहीं पैण देना किसी नूं। सो तुहाडी जो खुशी है तुसी करो, मेरे वास्ते उन्हां दी बाणी गुरबाणी है। सो
that's how I consider it. So ਕਈਆਂ ਨੂੰ ਅੱਜਕੱਲ have ਲੋਕ ਅੱਜਕੱਲ you see that most people who object and everything ਆਪ ਪੜ੍ਹੀ ਨਹੀਂ ਹੋਈ ਖਾਸ ਉਹਨਾਂ ਨੇ ਕੁਝ ਲੇਕਿਨ ਬਸ ਦੁਨੀਆ ਦੇਖ ਦੇਖ ਕੇ ਦੂਸਰਿਆਂ ਦੀ ਗੱਲਾਂ ਚ ਆ ਕੇ ਨਾਲੇ ਅੱਜਕੱਲ ਇੱਕ ਰਿਵਾਜ ਹੈ ਕਿ ਜਿੰਨੀ ਕੰਟਰੋਵਰਸੀ ਤੁਸੀਂ ਕ੍ਰੀਏਟ ਕਰ ਸਕੋ ਤੇ ਉਤਨੀ ਬੈਟਰ ਹੈ ਬਿਕਾਜ਼ ਫਿਰ ਉਹ ਕਰਨ ਨਾਲ ਜਿਹੜਾ ਬੰਦਾ ਬੋਲ ਰਿਹਾ ਹੈ ਉਹ ਫਿਰ ਉਹਦੇ ਪਿੱਛੇ ਲੋਕ ਜ਼ਿਆਦਾ ਚਲੇ ਜਾਂਦੇ ਨੇ ਅੱਜਕੱਲ ਇਹ ਰਿਵਾਜ ਹੈ ਕਿ ਜਿਹੜੇ ਪਿੱਛੇ ਜਿਹੜੇ ਬੰਦੇ ਲਿਖ ਗਏ ਹਨ ਉਹ ਠੀਕ ਹੈ ਅਸੀਂ ਦੱਸਾਂਗੇ ਅਸੀਂ ਸਿਆਣੇ ਆ which I do not contribute to that view at all ਮੇਰੇ ਵਾਸਤੇ ਇਹ ਟ੍ਰਾਂਸਲੇਸ਼ਨ ਜਿਹੜੀਆਂ ਬਾਣੀ ਦੀਆਂ ਹਨ ਉਹਨਾਂ ਦੇ ਮੂੰਹ ਹੀ ਸੋਹਣੀਆਂ ਲੱਗਦੀਆਂ ਹਨ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਆਪਣੀ ਜ਼ਿੰਦਗੀ ਵਿੱਚ ਜਿਨ੍ਹਾਂ ਨੇ ਖੱਟਿਆ ਹੈ ਨਾਮ ਨੂੰ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪਿਆਰ ਕੀਤਾ ਹੈ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਸਿਰਫ ਪੂਰੀ ਉਮਰ ਬਹਿਸ ਹੀ ਕੀਤੀ ਹੈ ਜਿਨ੍ਹਾਂ ਨੇ ਪੂਰੀ ਉਮਰ ਸਿਰਫ ਵਾਦ ਵਿਵਾਦ ਖੜੇ ਕੀਤੇ ਹਨ ਅਨਫੋਰਚੂਨਟਲੀ ਉਹਨਾਂ ਦੇ ਹੱਥ ਕੁਝ ਨਹੀਂ ਆਉਂਦਾ ਐਟ ਦੀ ਐਂਡ ਉਹ ਵਿਚਾਰੇ ਇੰਝ ਹੀ ਚਲੇ ਜਾਂਦੇ ਦੁਨੀਆ ਤੋਂ ਸੋ ਮੇਰੀ ਸੁਜੈਸ਼ਨ ਇਹ ਹੈ ਕਿ ਬਾਣੀ ਦੇ ਕਿਧਰੇ ਕੋਈ ਇਸ਼ੂ ਹੋਵੇ ਜਾਂ ਕਿਧਰੇ ਕੋਈ ਗੱਲ ਤੇ ਵਾਦ ਵਿਵਾਦ ਹੋਵੇ ਨਾ ਸਮਝ ਆਏ ਸਮਝਣਾ ਉਹਨਾਂ ਕੋਲੋਂ ਚਾਹੀਦਾ ਹੈ ਜਿਨ੍ਹਾਂ ਦੀ ਲਾਈਫ ਵਿੱਚ ਕਮਾਈ ਹੈ ਖਾਲੀ ਨੌਲੇਜ ਨਹੀਂ ਹੈ ਇਹ ਬਹੁਤ ਇੰਪੋਰਟੈਂਟ ਜੇ ਕਮਾਈ ਨਹੀਂ ਹੈ ਤੇ ਫਿਰ ਕੁਝ ਵੀ ਨਹੀਂ ਹੈ ਤੋ ਵੱਡੇ ਪਿਆਣੇ ਸਿਆਣੇ ਬਜ਼ੁਰਗ ਕਿਹਾ ਕਰਦੇ ਕੋਈ ਮਿਲੇ ਕੋਈ ਕਿਤੇ ਗੱਲ ਪੁੱਛਿਆ ਕਰਦੇ ਕਿ ਤੁਹਾਡਾ ਨਾਂ ਕੀ ਹੈ ਤੇ ਫਲਾਣਾ ਨਾਮ ਕਹਿੰਦੇ ਕਮਾਈ ਹੈ ਕੋਈ ਮਤਲਬ ਕੋਈ ਕੀਤਾ ਕੁਝ ਸੇਵਾ ਕੋਈ ਸਿਮਰਨ ਕੋਈ ਕੀਤਾ ਇਸ ਪਾਸੇ ਲੱਗੇ ਹੋ ਕਿ ਨਹੀਂ ਲੱਗੇਗੀ ਨਾ ਸੋ ਕਮਾਈ ਵਾਲੇ ਬੰਦਿਆਂ ਦੀ ਹੁਣ ਤੁਸੀਂ ਫॉर एग्जांपल ਤੁਸੀਂ ਅਗਰ ਭਾਈ ਨੰਦ ਲਾਲ ਜੀ ਦੀ ਬਾਣੀ ਨੂੰ ਐਗਜ਼ਾਮਿਨ ਕਰੋ ਅਗਰ ਪੜੋ ਉਸ ਨੂੰ ਤੁਸੀਂ ਤੇ ਮੈਂ ਕਹਿੰਦਾ ਇਤਨਾ ਅਨਇਮੈਜਿਨੇਬਲ ਲਵ ਤੁਹਾਨੂੰ ਨਜ਼ਰ ਆਏਗਾ ਉਹਨਾਂ ਦੀ ਬਾਣੀ ਵਿੱਚ ਅਨਇਮੈਜਿਨੇਬਲ ਲਵ ਆਪਣੇ ਗੁਰੂ ਦੀ ਤਰਫ ਨਜ਼ਰ ਆਏਗਾ ਜਿਹੜਾ ਤੁਹਾਨੂੰ ਪ੍ਰੋਬਬਲੀ ਕਿਸੇ ਆਥਰ ਤੋਂ ਹੋਰ ਨਜ਼ਰ ਨਹੀਂ ਆਣਾ ਉਹ ਨਾਲ ਰਹੇ ਹਨ ਨਾ ਗੁਰੂ ਮਹਾਰਾਜ ਉਹ ਰਹੇ ਹਨ ਨਾ ਕਲਗੀਧਰ ਪਿਤਾ ਨਾਲ ਉਹਨਾਂ ਦੇ ਸੇਵਕ ਬਣ ਕੇ ਰਹੇ ਹਨ ਨਾਲ ਹਰ ਚੀਜ਼ ਦੀ ਸੇਵਾ ਕੀਤੀ ਹੈ ਨਾਲ ਉਹਨਾਂ ਦੇ ਰਹੇ ਹਨ ਉਹਨਾਂ ਦੇ ਨਾਲ ਟਾਈਮ ਬਿਤਾਇਆ ਉਹਨਾਂ ਨੇ ਸੰਗਤ ਕੀਤੀ ਹੈ ਉਹਨਾਂ ਕੋਲੋਂ ਸਿੱਖਿਆ ਉਹਨਾਂ ਨੇ ਬਹੁਤ ਕੁਝ ਉਹਨਾਂ ਦੇ ਨਾਲ ਟਾਈਮ ਬਿਤਾਇਆ ਹੈ ਸੇਵਾ ਕੀਤੀ ਹੈ ਅਨੰਦਪੁਰ ਸਾਹਿਬ ਰਹੇ ਹਨ ਨਾਲ ਫਿਰ ਉਹਨਾਂ ਵਰਗਾ ਹੁਣ ਭਾਈ ਮਣੀ ਸਿੰਘ ਦੇ ਨਾਲ ਕੌਣ ਕੰਪੇਅਰ ਕਰ ਸਕਦਾ ਉਹ ਜੋ ਲਿਖ ਕੇ ਗਏ ਹਨ ਉਹਨਾਂ ਵਰਗਾ ਤੇ ਕੋਈ ਨਹੀਂ ਹੋ ਸਕਦਾ ਉਹਨਾਂ ਤੇ ਬੜਾ ਤੋ ਇਹੋ ਜਿਹੇ ਜਿਹੜੇ ਮਹਾਂਪੁਰਖ ਜਿਹੜੇ ਆਏ ਹਨ ਦੁਨੀਆ ਵਿੱਚ ਜਿਹੜੇ ਭਾਈ ਸਾਹਿਬ ਭਾਈ ਵੀਰ ਸਿੰਘ ਵਰਗੇ ਜਿਨ੍ਹਾਂ ਨੇ ਖੁਦ ਐਕਸਪੀਰੀਅੰਸ ਕੀਤਾ ਇਹਨਾਂ ਚੀਜ਼ਾਂ ਨੂੰ ਉਹਨਾਂ ਦਾ ਓਪੀਨੀਅਨ ਬਹੁਤ ਵੱਡਾ ਕਾਊਂਟ ਕਰਦਾ ਹੈ ਸੋ ਐਨੀਵੇ ਦੈਟਸ Veer ji, I just wanted to make a comment ki I was very fortunate Chicago area ਚ ਜਦ ਰਹਿੰਦਾ ਸੀਗਾ ਤੇ ਗਿਆਨੀ ਮਸਕੀਨ ਜੀ ਨਾਲ ਮੁਲਾਕਾਤ ਹੋਈ ਸੀਗੀ ਤੇ ਉਹਨਾਂ ਦੀ ਵਿਆਖਿਆ ਸੁਣੀ ਸੀਗੀ ਕਿਉਂਕਿ ਉਹਨਾਂ ਨੇ ਪੂਰਾ ਪਬਲਿਸ਼ ਕੀਤਾ ਸੀਗਾ ਉਸ ਸਮੇਂ ਕੈਸੇਟਸ ਵਾਕਮੈਨ ਤਾਂ ਮੈਂ ਸੁਣਦਾ ਸੀਗਾ I know ਉਸ ਲਈ ਕੈਸੇਟਸ ਹੁੰਦੀਆਂ ਸਨ ਹਾਂਜੀ ਤੇ ਉਹਦੇ ਵਿੱਚ ਇਸ ਤਰ੍ਹਾਂ ਸਹਿਵੰਗ ਦੇ ਬਾਰੇ ਮਤਲਬ ਉਹਨਾਂ ਨੇ I just want to mention a couple of different things. Sure. ਉੱਥੇ ਉਹਨਾਂ ਨੇ ਸਵੈੰਭੂ ਕਿਹਾ ਸੀਗਾ ਕਿ ਸ਼ਾਇਦ ਸਵੈੰਭੂ ਦੇ ਨਾਲ ਰਿਲੇਟਡ ਹੈਗਾ which is also has a similar meaning ਸਵੈੰਭੂ ਆਪਣੇ ਆਪ self existing ਤੇ ਇੱਕ ਹੋਰ ਜਿਹੜੀ ਗੱਲ ਆਈ ਸੀਗੀ I think that I may be mixing up because I've heard from different ਅਲੱਗ-ਅਲੱਗ ਵਿਆਖਿਆ ਸੁਣੀਆਂ ਤੇ ਉਹਦੇ ਵਿੱਚ ਇੱਕ ਜਗ੍ਹਾ ਸੋਹਮ ਦੇ ਨਾਲ ਕੋਈ ਕਨੈਕਸ਼ਨ ਹੈਗਾ some people say ਜਿਹੜਾ ਸੋਹਮ ਬੜਾ ਕਾਫੀ ਫੇਮਸ ਮੰਤਰ ਹੈਗਾ ਮਤਲਬ ਕਾਫੀ ancient ਹੈਗਾ and which I think is sort of consistent with what you were saying ਕਿ ਜੋਤ ਸਭ ਵਿੱਚ ਹੈਗੀ ਤੇ ਸੋਹਮ ਜਿਹੜਾ ਹੈਗਾ it is that the jyot in me is also related to the Paramatma. So and then there was another thing which I think somebody else had mentioned about jada bhang da jada straightforward meaning hega ki todna bhang so basically ode vich jada connection jada siga e vaad vivad di gal nahi hegi this is about how these different meanings can ultimately point to the same thing ki ਉਸ ਜੋਤ ਨੇ ਹੀ ਆਪਣੇ ਆਪ ਤੋਂ ਭੰਗ ਕਰਕੇ ਸਾਰੀ ਕ੍ਰੀਏਸ਼ਨ ਕ੍ਰੀਏਟ ਕੀਤੀ ਹੈਗੀ so there's some interesting variations I have come across so I just wanted to make that comment. Thank you Vijay. No problem I just shared with you the mainstream ਜਿਹੜਾ view ਹੈ or different views ਹੋ ਸਕਦੇ ਨੇ ਕਈਆਂ ਦੇ
ਪਰ ਅਗੇਨ ਮੇਰੇ ਵਾਸਤੇ ਉਹ ਇਤਨੇ ਇੰਪੋਰਟੈਂਟ ਨਹੀਂ ਹਨ ਮੇਰੇ Yeah. ਵਾਸਤੇ ਇੰਪੋਰਟੈਂਟ ਹੈ ਕਿ ਸਹਿਭੰਗ ਨਾਲ ਤੁਸੀਂ ਜੁੜੇ ਕਿ ਨਹੀਂ ਜੁੜੇ ਵੈਦਰ ਯੂ ਨੋ 100 ਮੀਨਿੰਗਸ ਔਰ 50 ਮੀਨਿੰਗਸ ਔਰ 10 ਮੀਨਿੰਗਸ ਮੇਰੇ ਵਾਸਤੇ ਉਹ ਘੱਟ ਇੰਪੋਰਟੈਂਟ ਹੈ ਇਹ ਮੇਰੇ ਪਰਸਨਲ ਵਿਊਜ਼ ਹਨ ਮੇਰੇ Right. ਵਾਸਤੇ ਜ਼ਿਆਦਾ ਇੰਪੋਰਟੈਂਟ ਹੈ ਕਿ ਕਿਸਨੇ ਜਾਪ ਕੀਤਾ ਹੈ ਇਹਦਾ ਔਰ ਕੌਣ ਮਿਲਿਆ ਹੈ ਸਹਿਭੰਗ ਨਾਲ ਤੇ ਜਿਹੜੀ ਮੀਨਿੰਗ ਤੇ ਕਰੋੜਾਂ ਮੀਨਿੰਗ ਕਰ ਲਏ ਬੰਦਾ ਹਰ ਇੱਕ ਬੰਦਾ ਆਪਣੀ ਸੋਚ ਨਾਲ ਕਰਦਾ ਹੈ ਯੂ نو ਪਰ ਇੱਕ ਸੈਂਟਰਲ ਫੋਕਲ ਹੁੰਦਾ ਕਿ ਸਾਰਿਆਂ ਦੇ ਜਿਹੜੇ ਸਿਆਣਿਆਂ ਦੇ ਨੇ ਕੀ ਲਿਖ ਕੇ ਗਏ ਨੇ ਪਿੱਛੇ ਹਾਂਜੀ ਸੁਮੀਤ ਜੀ ਕੀ ਤੁਸੀਂ ਕੋਈ ਕੁਐਸਚਨ ਹਾਂਜੀ ਸੁਰਿੰਦਰ ਜੀ ਮੈਂ ਪੁੱਛਣਾ ਸੀ ਜੋਤ ਜਿਹੜਾ ਕਹਿੰਦੇ ਆ ਨਾ ਕਿ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇਵ ਜੀ ਚ ਗਈ ਫਿਰ ਉਹਨਾਂ ਦੀ ਜੋਤ ਹਾਂਜੀ is it the same thing? या जोत मतलब लाइट है एक मतलब जोत मने नॉलेज जोत मने प्रिंसिपल भी है सो जोत ओ प्रकाश है इल्यूमिनेशन जड़ी है जड़ी जोत यू नो प्रकाश कह लो इल्यूमिनेशन कह लो ताकत कह लो नाम कह लो नाम भी जोत ही है यू नो सो जो मई तुसी कह लो ਉਹਨੂੰ ਅੱਖਾਂ ਵਿੱਚ ਜਿਹੜੀ ਤਾਕਤ ਅੱਖਾਂ ਵਿੱਚ ਜਿਹੜੀ ਦਿਖਾਉਂਦੀ ਹੈ ਕੰਨਾਂ ਵਿੱਚ ਜਿਹੜੀ ਤਾਕਤ ਜਿਹੜੀ ਸੁਣਨ ਦੀ ਦਿੰਦੀ ਹੈ you know ਹੱਥਾਂ ਵਿੱਚ ਜੋ ਤਾਕਤ ਜੋ ਚੁੱਕਣ ਦੀ ਸ਼ਕਤੀ ਦਿੰਦੀ ਹੈ you know ਅੰਦਰ ਜੋ ਚੱਲਦਾ ਪਿਆ ਹੈ ਜੋ ਮੈਂ ਬੋਲ ਰਿਹਾ ਉਹ ਤਾਕਤ ਜੋ ਕੋਗਨੀਟਿਵ ਐਬਿਲਿਟੀ ਦਿੰਦੀ ਹੈ ਸੁਣਨ ਦੀ ਤੇ ਸਮਝਣ ਦੀ ਤੇ ਸੋਚਣ ਦੀ ਇਹ ਸਾਰੀ ਜੋਤ ਵਿੱਚ ਉਸੇ ਜੋਤ ਦਾ ਹੀ ਨਤੀਜਾ ਹੈ ਸਾਰਾ ਹੈ ਨਾ ਤੇ ਜੇ ਉਹ ਜੋਤ ਨਾ ਹੋਵੇ ਅੰਦਰ ਉਹ ਚੀਜ਼ ਨਾ ਹੋਵੇ ਤੇ ਫਿਰ ਮੁੱਲ ਨਹੀਂ ਹੈ ਬਹੁਤਾ ਉਸ ਚੀਜ਼ ਦਾ ਸੁਖਮਨੀ ਦੀਆਂ ਤੁਸੀਂ ਮੈਨੂੰ ਗੱਲ ਸ਼ੁਰੂ ਕੀਤੀ ਤੇ ਮੈਂ ਉਹ ਸੁਖਮਨੀ ਦੀ ਲਾਈਨਾਂ ਮੈਨੂੰ ਯਾਦ ਆ ਗਈਆਂ ਕਿ I forgot which Ashpadi that is, though the लाइना सुखमनी चांदियन की रूपवंत होए ना ही मोहे, you know, प्रभ की जोत सगल घट होए, हाँ तो वो क्यों है क्योंकि देखो जी एक बहुत सोहना कोई बंदा होए रूपवंत है मैं क्लास बड़ी एग्जांपल पहले दी हुई है और इत्थे भी दी होनी बड़ी बारी रूपवंत मतलब कि बहुत कोई सोहना कोई होवे खूबसूरत हो बड़ा अट्रैक्टिव होवे कोई लेडी होवे ਜਿਹੜੇ ਸਾਰੇ ਨਾਲ ਉਹਦੇ ਜੁੜਨਾ ਚਾਹੁੰਦੇ ਹੋਣ ਸਾਰੇ ਉਹਦੇ ਨਾਲ ਕਲੋਜ਼ ਬਣਾਉਣਾ ਚਾਹੁੰਦੇ ਹੋਣ ਤੇ ਉਹ ਕਿਧਰੇ ਉਹਦੇ ਰੂਪ ਦੀ ਵਜ੍ਹਾ ਨਾਲ ਮੋਹੇ ਨਹੀਂ ਜਾ ਰਹੇ ਸਾਰੇ ਅੰਦਰ ਜੋਤ ਦੀ ਵਜ੍ਹਾ ਨਾਲ ਮੋਹੇ ਜਾ ਰਹੇ ਕਿਉਂਕਿ ਸੁਖਮਨੀ ਦੀ ਬਾਣੀ ਇਸ ਗੱਲ ਨੂੰ ਕਲੈਰਿਟੀ ਦਿੰਦੀ ਹੈ ਕਿ ਜੇ ਉਹ ਰੂਪਵੰਤ ਕਿਧਰੇ ਮਰ ਜਾਏ ਕਿਧਰੇ ਜਾਂ ਕੁਝ ਹੋ ਜਾਏ ਉਸ ਵੇਲੇ ਤਾਂ ਢਾਹ ਜਾਏ ਥੱਲੇ ਜ਼ਮੀਨ ਤੇ ਇੱਕ ਸੈਕਿੰਡ ਬਾਅਦ ਉਹਦੀ ਖੂਬਸੂਰਤੀ 'ਚ ਕੋਈ ਫਰਕ ਨਹੀਂ ਪੈ ਜਾਂਦਾ ਉਹਦੇ ਚਿਹਰੇ ਵਿੱਚ ਜਾਂ ਉਹਦੀ ਬਾਡੀ ਦੀ ਉਹਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਉਹਦੇ ਕੋਈ एक घंटे बाद शायद नीला रंग आ जाए तो बदबू फैल जाए दैट इज डिफरेंट बट विद इन द फर्स्ट 2-3 मिनट्स कोई फर्क नहीं पैंदा ਉਹਦੇ 'ਚ लेकिन ਹੁਣ ਉਹ ਮਰਨ ਤੋਂ ਬਾਅਦ ਕੋਈ ਨੇੜੇ ਨਹੀਂ ਟੁਕਣਾ ਚਾਹੁੰਦਾ ਉਹਦੇ ਕਿਉਂਕਿ ਜੋਤ ਨਹੀਂ ਰਹੀ ਉਹਦੇ 'ਚ ਤਾਂ ਕੀਮਤ ਜੋਤ ਦੀ ਸੀ ਕੀਮਤ ਉਹਦੀ ਨਹੀਂ ਸੀ ਆਪਣੀ ਸੋ that is what ਜੋਤ is something ਜਿਹੜੀ ਅੰਦਰ ਜਿਹੜੀ ਚੀਜ਼ ਜਿਹੜੀ ਅੰਦਰ ਜਿਹੜੀ ਉਹ ਚੀਜ਼ ਜਿਹੜੀ ਸਭ ਕੁਝ ਤੁਹਾਨੂੰ ਕਰਵਾਉਂਦੀ ਹੈ ਤੁਹਾਡੇ ਕੋਲ ਜਾਂ ਤੁਹਾਨੂੰ ਮਦਦ ਕਰਦੀ ਹੈ ਕਰਨ ਵਿੱਚ ਦੇਖਣ ਵਿੱਚ ਸੁਣਨ ਵਿੱਚ ਕਰਨ ਵਿੱਚ ਸੋਚਣ ਵਿੱਚ ਸਮਝਣ ਵਿੱਚ ਜਿਹੜੀ ਕੋਗਨੀਟਿਵ ਐਬਿਲਿਟੀ ਦੇਣ ਵਾਲੀ ਜਿਹੜੀ ਚੀਜ਼ ਹੈ ਉਹ ਜਿਹੜੀ ਜੋਤ ਜਿਹੜੀ ਹੈ ਸਹਿਭੰਗ ਦੇ ਹੈਣ ਕਿ ਉਹ ਜੋਤ ਜਿਹੜੀ ਹੈ ਪ੍ਰਮਾਤਮਾ ਵਿੱਚ ਉਹ ਜੋਤ ਕਿਧਰੋਂ ਬਾਹਰੋਂ ਨਹੀਂ ਆਈ ਉਹ ਜੋਤ ਉਹ ਰੋਸ਼ਨੀ ਜਿਹੜੀ ਹੈ ਜਾਂ ਉਹ ਤਾਕਤ ਜਿਹੜੀ ਹੈ ਉਹ ਸੈਲਫ ਹੈ ਸਾਰਾ ਕੁਝ ਦੈਟਸ ਵਾਟ ਦ ਸਹਿਭੰਗ ਦੇ ਜਿਹੜੇ ਅੰਦਰਲੇ ਇੰਟ੍ਰਿੰਸਿਕ ਜਿਹੜੇ ਮੀਨਿੰਗ ਜਿਹੜੇ ਹੈ ਇੱਕ ਤੁਸੀਂ ਸਮਰੀ ਬਹੁਤ ਸੋਹਣੀ ਕੀਤੀ ਹੈ ਤੇ ਇਹਦੀ ਰਿਕਾਰਡਿੰਗ ਹੋ ਰਹੀ ਹੈ ਨਾ ਕਿਉਂਕਿ ਇੰਨੀ ਛੇਤੀ ਸਾਰਾ ਡਾਈਜੈਸਟ ਕਰਨਾ ਯਾਦ ਰੱਖਣਾ ਰਿਕਾਰਡਿੰਗ ਦਾ ਉਹ ਬਟਨ ਚੱਲਦਾ ਪਿਆ ਹੈ ਸੋ ਥੈਂਕ ਯੂ that's all anyway so what I was saying earlier was ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਆਈਆਂ ਹਨ ਜਿਹੜੀਆਂ ਮੂਲ ਮੰਤਰ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਆਈਆਂ ਹਨ ਇਹਨਾਂ ਚੀਜ਼ਾਂ ਦਾ ਜਾਪ ਸਫਲ ਦੀ ਜੇ ਅਗਰ ਕਰਾਣਾ ਕਿਸੇ ਨੇ ਤੇ ਉਹ ਅਗਲੀ ਲਾਈਨ ਜਿਹੜੀ ਹੈ ਗੁਰਪ੍ਰਸਾਦ ਮਤਲਬ ਕਿ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਕਿਰਪਾ ਦੁਆਰਾ ਹੁੰਦਾ ਹੈ ਤੇ ਇੱਥੇ ਨੋਟਿਸ ਕਰੋਗੇ ਕਿ ਜਪਜੀ ਵਾਲੇ ਪ੍ਰਸਾਦ ਵਿੱਚ ਉੱਪਰ ਦੱਦੇ ਨੂੰ ਸਿਹਾਰੀ ਹੈ ਉੱਥੇ ਹਾਂਜੀ just want to make sure that everybody notices that ਹਾਂਜੀ ਲੇਕਿਨ ਬੜੀ ਵਾਰੀ ਗੁਰਪ੍ਰਸਾਦ ਦੱਦੇ ਨੂੰ ਸਿਹਾਰੀ ਨਹੀਂ ਹੁੰਦੀ ਬੜੀ ਵਾਰੀ ਦੱਦੇ ਨੂੰ ਔਂਕੜ ਵਾਲਾ ਵੀ ਗੁਰਪ੍ਰਸਾਦ ਆਇਆ ਹੈ ਸੁਖਮਨੀ ਚ ਬੜੀ ਵਾਰੀ ਆਇਆ ਹੈ ਉਹ ਵਾਲਾ ਵਰਡ ਗੁਰਪ੍ਰਸਾਦ ਜਿੱਥੇ ਗੁਰਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਨਹੀਂ ਹੈ ਦੱਦੇ ਨੂੰ ਔਂਕੜ ਹੈ ਜਿੱਥੇ ਫॉर एग्जांपल ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਤੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਉੱਥੇ ਪ੍ਰਸਾਦ ਦੇ ਸਪੈਲਿੰਗ ਦੇਖਣਾ ਸਾਹਮਣੇ ਨਹੀਂ ਹੈ ਤੁਹਾਡੇ ਇਫ ਸਮਬਡੀ ਕੈਨ ਲੁੱਕ ਇਟ ਅਪ ਦੋ ਆਮ ਪ੍ਰੀਟੀ ਸ਼ੋਰ ਕਿ that ਉੱਥੇ ਦੱਦੇ ਨੂੰ ਸਿਹਾਰੀ ਨਹੀਂ ਹੋ ਸਕਦੀ because grammatically would not make sense there. Am I right though? If somebody, I don't know which Ashwadi number that is though. I think
ਨੰਬਰ 5 ਜਾਂ 6 ਜਾਂ 7 ਵਿੱਚ ਹੈ ਵਾਲੀ ਲਾਈਨ। ਸੋ ਉੱਥੇ ਦੱਦੇ ਨੂੰ ਪ੍ਰੋਬਬਲੀ 99.9% ਆਮ ਸ਼ੋਰ ਦੱਦੇ ਨੂੰ ਔਕੜ ਹੋਏਗਾ ਉੱਥੇ, ਕਿਉਂਕਿ ਕਰ ਪ੍ਰਸਾਦ ਗੁਰਦੇਵ ਕਿਉਂਕਿ ਮੇਰੇ ਤੇ ਕਿਰਪਾ ਕਰੋ। ਹਾਂਜੀ, ਉੱਥੇ ਵਰਡ ਹੈ ਕਰ ਪ੍ਰਸਾਦ ਕਰੋ ਮੇਰੇ ਤੇ ਕਿਰਪਾ, ਪ੍ਰਸਾਦ ਮੇਰੇ ਤੇ ਦਿਓ। ਇੱਥੇ ਗੁਰ ਪ੍ਰਸਾਦ, ਇੱਥੇ ਗੁਰੂ ਦੀ ਕਿਰਪਾ ਦੁਆਰਾ ਜਾਂ ਗੁਰੂ ਦੀ ਕਿਰਪਾ ਨਾਲ ਜਾਂ ਗੁਰੂ ਤੋਂ ਇਹ ਗਿਆਨ ਮਿਲਦਾ ਹੈ। ਹਾਂਜੀ, ਸੋ ਇਹ ਇਹਦਾ ਐਸੈਂਸ ਜਿਹੜਾ ਹੈ। ਹੁਣ ਇਹ ਸ਼ੁਰੂ ਹੁੰਦਾ ਹੈ ਕਿ ਗੁਰੂ ਕੌਣ ਹੈ। ਯਾ ਥੈਂਕ ਯੂ ਸਵੀਟੀ। ਸੋ ਇੱਥੇ ਤੁਸੀਂ ਨੋਟਿਸ ਕਰੋਗੇ ਕਿ ਗੁਰਪ੍ਰਸਾਦ ਦੇ ਦੱਦੇ ਨੂੰ ਔਂਕੜ ਹੈ, ਸਿਹਾਰੀ ਨਹੀਂ ਹੈ। ਲੇਕਿਨ ਜਪਜੀ ਵਾਲਾ ਜਿਹੜਾ ਗੁਰਪ੍ਰਸਾਦ ਹੈ, ਜਿਹੜਾ ਮੂਲ ਮੰਤਰ ਵਾਲਾ ਜਿਹੜਾ ਗੁਰਪ੍ਰਸਾਦ ਹੈ, ਉਹਦੇ ਦੱਦੇ ਨੂੰ, ਉੱਥੇ ਦੱਦੇ ਨੂੰ ਔਂਕੜ ਨਹੀਂ, ਉੱਥੇ ਦੱਦੇ ਨੂੰ ਸਿਹਾਰੀ ਹੈ। ਉੱਥੇ ਦੱਦੇ ਨੂੰ ਔਂਕੜ ਨਹੀਂ ਲੱਗਿਆ ਹੋਇਆ, which means ਕਿਰਪਾ ਦੁਆਰਾ, ਕਿਰਪਾ ਨਾਲ, ਕਿਰਪਾ ਕਰਕੇ, ਉਸਦੀ ਕਿਰਪਾ ਤੋਂ ਇਹ ਪ੍ਰਾਪਤੀ ਹੁੰਦੀ ਹੈ ਉਹਦੀ। ਤੇ ਹੁਣ ਹੈ ਕਿ ਗੁਰੂ ਕੌਣ ਹੈ in Sikhism, ਤੇ ਬਹੁਤ ਇੱਕ ਵਿਸਥਾਰ ਵਾਲਾ ਚੈਪਟਰ ਹੈ ਗੁਰੂ ਵਾਲਾ। I can be speaking for the next 6 months on this chapter and not get done. So, but we have to finish it in today's class and maybe a little bit of the next week's class. So, ਗੁਰੂ ਦੀ ਡਿਸਕਸ਼ਨ ਕਿੱਥੇ ਕਿੱਥੇ ਆਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪਹਿਲੇ ਇਹ ਦੇਖੀਏ ਕਿੱਥੇ ਕਿੱਥੇ ਵੱਡੀਆਂ ਜਗ੍ਹਾ ਤੇ ਤੁਹਾਨੂੰ, ਅਗਰ ਤੁਹਾਨੂੰ ਚਾਹੀਦੀ ਹੋਵੇ ਆਪ ਗੁਰੂ ਦੀ ਡੈਫੀਨੇਸ਼ਨ ਤੇ ਕਿੱਥੋਂ ਮਿਲੇਗੀ ਤੁਹਾਨੂੰ ਖੁਦ ਜਦੋਂ ਸਟੱਡੀ ਕਰਨੀ ਹੋਵੇ ਤੇ maybe I can type in the bibliography later. ਪਹਿਲੀ ਕਿ ਜਬ ਤੋਂ ਆਸਾਨ ਗੁਰੂ ਦੀ ਡੈਫੀਨੇਸ਼ਨ ਜਿਹੜੀਆਂ ਆਈਆਂ, ਜਿਹੜੀਆਂ ਬੜੇ ਆਥਰ ਜਿੱਥੋਂ ਬੋਰੋ ਕਰਦੇ, ਜਿੱਥੋਂ ਮੈਂ ਵੀ ਅੱਜ ਬੜਾ ਕੁਝ ਬੋਰੋ ਕਰਨਾ ਹੈ, ਉਹ ਹੈ ਸੁਖਮਨੀ ਸਾਹਿਬ ਦੀ 18th ਅਸ਼ਟਪਦੀ ਤੋਂ। ਹਾਂਜੀ, ਤੇ 18th ਅਸ਼ਟਪਦੀ, ਸੁਖਮਨੀ ਸਾਹਿਬ ਦੀ 18th ਅਸ਼ਟਪਦੀ ਗੁਰੂ ਦੇ ਟੌਪਿਕ ਨਾਲ ਡੀਲ ਕਰਦੀ ਹੈ ਸਾਰਾ, ਔਰ ਕੁਝ ਹੈ ਹੀ ਨਹੀਂ ਉਹਦੇ ਚ, ਕੋਈ ਹੋਰ ਕੋਈ ਦੂਸਰਾ ਕੋਈ ਮਜ਼ਮੂਨ ਨਹੀਂ ਛੜਿਆ ਮਹਾਰਾਜ ਨੇ ਉੱਥੇ, ਗੁਰੂ ਦੇ ਟੌਪਿਕ ਨੂੰ ਹੀ ਡੀਲ ਕੀਤਾ ਨੇ। ਤੇ ਪਹਿਲੇ ਹੀ ਡੈਫੀਨੇਸ਼ਨ ਉੱਪਰ ਦੇਖ ਰਹੇ ਗੁਰੂ ਕੌਣ ਹੈ, ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਉੱਤੇ ਡੈਫੀਨੇਸ਼ਨ ਆ ਗਈ ਹੈ ਵੀ ਜਿਹਨੇ ਪ੍ਰਮਾਤਮਾ ਨੂੰ ਪਛਾਣ ਲਿੱਤਾ ਪੂਰੀ ਤਰ੍ਹਾਂ, ਜਿਹੜਾ ਪ੍ਰਮਾਤਮਾ ਨੇ ਜਿਹਨੂੰ ਜਾਣ ਲਿੱਤਾ ਜਾਂ ਉਹਨਾਂ ਵਰਗਾ ਹੋ ਗਿਆ, ਉਹ ਸਤਿਗੁਰ ਹੈ, ਹੋਰ ਕੋਈ ਸਤਿਗੁਰ ਨਹੀਂ, ਕੋਈ ਹੋਰ ਹੈ। ਤੇ ਫਿਰ ਅੱਗੇ ਗੁਰੂ ਦੀ ਡੈਫੀਨੇਸ਼ਨ ਚੱਲੇਗੀ ਵੀ ਗੁਰੂ ਨੇ ਕੀ ਕੀਤਾ ਹੈ, ਕੀ ਕਰਦਾ ਹੈ ਗੁਰੂ ਕਿਉਂ ਇੰਪੋਰਟੈਂਟ ਹੈ ਇੰਨਾ। ਇੱਕ ਤੇ ਇੱਥੇ ਆਈ ਹੈ ਬੜੀ ਵੱਡੀ ਡਿਸਕਸ਼ਨ ਜਿਹੜੀ ਅਸੀਂ ਬੋਰੋ ਕੀਤੀ ਹੈ ਬੜੀ ਵਾਰੀ। ਦੂਸਰੀ ਡਿਸਕਸ਼ਨ ਗੁਰੂ ਦੀ ਅਗਰ ਕਿਸੇ ਨੇ ਪੜ੍ਹਨੀ ਹੋਵੇ ਤੇ ਆਸਾ ਦੀ ਵਾਰ ਦੀਆਂ ਬੜੇ ਸ਼ਲੋਕਾਂ ਵਿੱਚ ਤੇ ਪੌੜੀਆਂ ਵਿੱਚ ਗੁਰੂ ਦੀ ਡੈਫੀਨੇਸ਼ਨ ਆਈ ਹੈ, ਔਰ ਬਹੁਤ ਸੋਹਣੀ ਤਰੀਕੇ ਨਾਲ ਆਈ ਹੈ। ਪਹਿਲੀ ਪੌੜੀਆਂ, ਪਹਿਲੀ ਪੌੜੀ ਦੇ ਜਿਹੜੇ ਐਸੋਸੀਏਟਡ ਸ਼ਲੋਕ ਹਨ ਉਹਨਾਂ ਨਾਲ ਵੀ, ਤੇ ਅੱਗੇ ਜਾ ਕੇ ਜਿਹੜਾ ਮੈਂ ਇੱਕ ਕੋਟ ਕਰਨਾ ਨੰਬਰ 6 ਮੇਰਾ ਫੇਵਰੇਟ ਜਿਹੜਾ ਹੈ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੀਆਂ। ਉਹ ਜਿਹੜੀਆਂ ਲਾਈਨਾਂ ਜਿਹੜੀਆਂ ਨੇ ਕਲੈਰਿਟੀ ਦਿੰਦੇ ਨੇ ਇਸ ਥਾਟ ਪ੍ਰੋਸੈਸ ਨੂੰ ਬਣੀਆਂ। ਇਸ ਤੋਂ ਸਿਵਾਏ ਗੁਰੂ ਦੀ ਡੈਫੀਨੇਸ਼ਨ ਤੁਹਾਨੂੰ ਆਲਮੋਸਟ ਹਰ ਬਾਣੀ ਵਿੱਚ ਮਿਲੇਗੀ। ਸ਼ਲੋਕ ਸੰਸਕ੍ਰਿਤੀ ਵਿੱਚ ਸ਼ਲੋਕ ਮਿਲ ਜਾਣਗੇ ਤੁਹਾਨੂੰ, ਪੜੇ ਸੰਸਕ੍ਰਿਤੀ ਵਿੱਚ ਵੀ ਮਿਲ ਜਾਣਗੇ ਤੁਹਾਨੂੰ ਸ਼ਲੋਕ ਜਿਹੜੇ ਗੁਰੂ ਨੂੰ ਡਿਫਾਈਨ ਕਰਦੇ ਨੇ, ਗੁਰੂ ਦੀ ਮਹੱਤਵ ਦੱਸਦੇ ਨੇ ਗੁਰੂ ਦਾ। ਤੇ ਇੱਕ ਹੋਰ ਬਾਣੀ ਹੈ ਜਿਹਨੂੰ ਅੱਜ ਐਗਜ਼ਾਮਪਲ ਇੱਕ ਹੋਰ ਦਿਆਂਗੇ, ਜਾਂ ਅੱਜ ਨਾ ਦੇ ਸਕੇ ਤੇ ਅਗਲੇ ਹਫਤੇ ਦਿਆਂਗੇ, ਉਹ 52 ਅੱਖਰੀ ਹੈ। 52 ਅੱਖਰੀ ਬਾਣੀ, 2 52 ਅੱਖਰੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਇੱਕ 52 ਅੱਖਰੀ ਕਬੀਰ ਸਾਹਿਬ ਦੀ ਹੈ, ਉਹ ਵੀ ਗੌੜੀ ਰਾਗ ਵਿੱਚ ਹੈ, ਤੇ ਇੱਕ ਗੌੜੀ ਰਾਗ ਵਿੱਚ ਗੁਰੂ ਅਰਜਨ ਪਿਤਾ ਦੀ ਬਾਣੀ ਹੈ 52 ਅੱਖਰੀ। 52 ਅੱਖਰੀ ਮਹਲਾ ਪੰਜਵਾਂ, ਤੇ ਉੱਥੇ ਇੱਕ ਸ਼ਲੋਕ ਆਂਦਾ ਪਹਿਲੇ ਜਿਹੜਾ ਅਸੀਂ ਅੱਜ ਦੇਖਾਂਗੇ। ਮੇਬੀ ਵਿਲ ਸਟਾਰਟ ਆਫ ਵਿਦ ਦੈਟ ਸ਼ਲੋਕ ਟੁਡੇ, and Sudhir, you can pull it up if you want to. ਉਹ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ। ਅੱਛਾ, ਇੱਕ 52 ਅੱਖਰੀ ਦੀ ਇੱਕ ਬੜੀ ਅਨਯੂਜੂਅਲ ਇੱਕ ਗੱਲ ਹੈ ਉੱਥੇ ਬੜੀ, ਜਿਨ੍ਹਾਂ ਨੇ ਪੜ੍ਹੀਆਂ ਨੇ ਉਹਨਾਂ ਨੂੰ ਪਤਾ ਹੈ, ਜਿਨ੍ਹਾਂ ਨੇ ਨਹੀਂ ਪੜ੍ਹੀ ਕਦੀ 52 ਅੱਖਰੀ ਦੀ ਬਾਣੀ, ਇਨਕਰੇਜ ਕਰਦਾ ਮੈਂ ਪੜ੍ਹਿਓ। ਤੇ ਤੁਸੀਂ ਦੇਖੋਗੇ ਕਿ ਪਹਿਲਾ ਸ਼ਲੋਕ ਜਿਹੜਾ ਹੈ ਨਾ 52 ਅੱਖਰੀ ਦਾ, ਉਹ 52 ਅੱਖਰੀ ਦਾ ਸ਼ਲੋਕ ਆਦ ਤੇ ਅੰਤ 2 ਵਿੱਚ ਆਏਗਾ। ਸੇਮ ਸ਼ਲੋਕ ਅੱਗੇ ਜਾ ਕੇ ਵੀ ਰਿਪੀਟ ਕਰਨਗੇ, ਔਰ ਥੱਲੇ ਜਾ ਕੇ ਲਿਖਿਆ ਹੋਇਆ ਹੈ ਇਹ ਸ਼ਲੋਕ ਆਦ ਅੰਤ ਪੜ੍ਹਨਾ। ਹਾਂਜੀ, ਸੋ ਉਹ ਜਿਹੜਾ ਇੱਥੇ ਗੁਰਦੇਵ ਬਾਰੇ, ਕਿਉਂਕਿ ਇਹ ਸ਼ਲੋਕ ਸਾਰੇ ਆਥਰ ਕੋਟ ਕੀਤੇ ਆਲਮੋਸਟ ਅਕ੍ਰੋਸ ਦ ਬੋਰਡ, ਆਈ ਡੋਂਟ ਕੇਅਰ ਵਿਚ ਆਥਰ ਯੂ ਟਾਕ ਅਬਾਊਟ, ਇਹ ਸ਼ਲੋਕ ਹਰ ਜਗ੍ਹਾ ਕੋਟਡ ਹੋਏਗਾ ਜਿੱਥੇ ਗੁਰੂ ਦੀ ਡਿਸਕਸ਼ਨ ਆਏਗੀ, ਬਿਕਾਜ਼ ਬਹੁਤ ਕੰਪਰੀਹੈਂਸਿਵ ਡਿਸਕਸ਼ਨ ਗੁਰੂ ਅਰਜਨ ਪਿਤਾ ਨੇ ਗੁਰੂ ਦੀ ਦਿੱਤੀ ਹੈ ਇੱਥੇ। as we go through each word and you will find out ਕਿ ਗੁਰਦੇਵ ਕੌਣ ਹਨ, ਗੁਰੂ ਕੌਣ ਹਨ, ਤੇ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆਂ ਬਿਫੋਰ ਵੀ ਸਟਾਰਟ ਟਾਕਿੰਗ the topic, though, ਕਿ ਗੁਰੂ ਦਾ ਵਰਡ ਜਿਹੜਾ ਹੈ ਬੜਾ ਮਲਟੀ ਡਾਇਮੈਂਸ਼ਨਲ ਵਰਡ ਹੈ ਗੁਰੂ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਚ ਆਇਆ ਹੈ ਨਾ।
ਗੁਰੂ ਬੜੀ ਵਾਰੀ ਪਰਫੈਕਟ ਰਿਅਲਾਈਜ਼ ਸੋਲ ਦੀ ਵਜ੍ਹਾ ਨਾਲ ਆਇਆ ਹੈ। ਸੁਡੀ ਦੀ ਮੈਂ ਇੱਕ ਸੈਕਿੰਡ ਇੱਕ ਮੈਂ ਯੂਜ਼ ਕਰ ਲਾਂ ਇੱਕ ਮੈਂ ਆਈ ਵਾਂਟ ਟੂ ਰਾਈਟ ਸਮਥਿੰਗ ਔਨ ਦਾ ਬੋਰਡ ਦੋ ਇੱਕ ਸੈਕਿੰਡ ਵਾਸ ਬਿਫੋਰ ਵੀ ਸਟਾਰਟ ਬਿਕਾਜ਼ ਦਿਸ ਵਿਲ ਹੈਲਪ ਅ ਲੋਟ I believe if I write it down. So Guru word ਗੁਰਬਾਣੀ ਵਿੱਚ ਬਹੁਤ ਹੀ ਥਾਈਂ ਗੁਰੂ ਵਰਡ ਬਹੁਤ ਹੀ ਥਾਈਂ ਬੜੇ ਡਿਫਰੈਂਟ ਮੀਨਿੰਗਸ ਵਿੱਚ ਆਇਆ ਹੈ। ਪਰਫੈਕਟਲੀ ਰਿਅਲਾਈਜ਼ ਸੋਲ ਵਾਸਤੇ ਆਇਆ ਹੈ, ਹਾਂਜੀ, ਬਿਲਕੁਲ ਜਿਹੜਾ ਰਿਅਲਾਈਜ਼ਡ ਹੋਵੇ ਸੋਲ। ਨੰਬਰ 2 ਬੜੀ ਵਾਰੀ ਲੈਡਰ ਵਾਸਤੇ ਆਇਆ ਵੀ ਗੁਰੂ ਸੀੜੀ ਹੈ ਚੜਨ ਵਾਸਤੇ, ਉਹਦੇ ਵਾਸਤੇ ਆਇਆ ਹੈ। ਬਾਈ ਦ ਵੇ ਇਹ ਵੀ ਕੋਈ ਮੇਰੀ ਨੌਲੇਜ ਨਹੀਂ ਹੈ ਜੋ ਮੈਂ ਲਿਖਦਾ ਪਿਆ ਹੈ, ਮੈਂ ਇਹ ਇੱਕ ਸਾਰਾ ਕ੍ਰੈਡਿਟ ਭਾਈ ਕਾਨ ਸਿੰਘ ਨਾਭਾ ਨੂੰ ਜਾਂਦਾ ਜੀ, ਹਾਂਜੀ, ਇਹ ਸੁਰਿੰਦਰ ਨੂੰ ਕੋਈ ਕ੍ਰੈਡਿਟ ਨਹੀਂ ਹੈ ਇਹਦਾ, ਇਹ ਮੈਂ ਉੱਥੋਂ ਪੜ੍ਹਿਆ ਸਾਰਾ ਤੇ ਉੱਥੋਂ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ ਤੁਹਾਨੂੰ ਸਾਰਾ ਕੁਝ, ਹਾਂਜੀ। ਕਈ ਵਾਰੀ ਗੁਰੂ ਵਾਸਤੇ ਖੇਵੜ ਆਇਆ ਵਰਡ ਬੜੀ ਵਾਰੀ, ਰੋਬੋਟ ਮੈਂ ਬੋਟ ਹੈ, ਚੜ ਜਾਓ ਤੇ ਪਾਰ ਕਰ ਜਾਓ ਦਰਿਆ ਦੁਨੀਆ ਦਾ, ਬੜੀ ਵਾਰੀ ਖੇੜਾ ਆਇਆ ਹੈ। ਕਈ ਵਾਰੀ ਆਇਆ ਹੈ ਵਰਡ ਕੀ ਵॉइस ऑफ गॉड है, ਵॉइस ऑफ ਅਕਾਲ ਪੁਰਖ ਹੈ। ਕਿਉਂ? ਕਿਉਂਕਿ ਗੁਰੂ ਉਹਨਾਂ ਵਿੱਚੋਂ ਰਿਅਲਾਈਜ਼ ਹੋ ਕੇ ਪ੍ਰਮਾਤਮਾ ਉਹਨਾਂ ਵਿੱਚੋਂ ਬੋਲਦਾ ਹੈ ਸਾਰਾ, ਸਤਿਗੁਰੂ ਵਿੱਚ ਆਪ ਰੱਖੀ। ਮੈਂ ਹੁਣੇ ਡਿਸਕਸ ਕਰਾਂਗੇ ਇਸ ਸਮੇਂ। ਤੇ ਪੰਜਵਾਂ ਗੁਰੂ ਵਾਸਤੇ ਵਰਡ ਬੜੀ ਆਇਆ ਕਿ ਸ਼ਬਦ ਦਾ ਦਾਤਾ ਹੈ, ਸ਼ਬਦ ਦੇਣ ਵਾਲਾ ਹੈ। ਪ੍ਰਮਾਤਮਾ ਦਾ ਵਰਡ ਜਿਹੜਾ ਹੈ, ਸ਼ਬਦ ਦਾ ਜਿਹੜਾ ਸ਼ਬਦ ਜਿਹਨੂੰ ਰਿਅਲਾਈਜ਼ ਹੋ ਕੇ ਤੁਹਾਨੂੰ ਸ਼ਬਦ ਦਾ ਦੇਵਨਹਾਰ ਹੈ ਗੁਰੂ, ਉਸ ਵਾਸਤੇ ਆਏ ਨੇ ਵਰਡ ਬੜੀ ਵਾਰੀ, ਹਾਂਜੀ। ਗੁਰੂ ਕਈ ਵਾਰੀ ਤੀਰਥ ਵਾਸਤੇ ਵੀ ਵਰਡ ਆਏ ਹਨ, ਗੁਰੂ ਤੀਰਥ ਹੀ ਮੰਨਿਆ ਹੈ, ਗੁਰੂ ਨੂੰ ਹੋਲੀ ਪਲੇਸ ਹੀ ਮੰਨਿਆ ਹੈ, ਹਾਂਜੀ। ਗੁਰੂ ਨੂੰ ਦਾਤਾ ਵਾਸਤੇ ਵਰਡ ਆਏ ਹਨ ਸਾਰੇ। ਇਹ ਡਿਫਰੈਂਟ, ਇਹ ਜਿਹੜੇ ਜਿਤਨੇ ਗੁਰੂ ਵਾਸਤੇ ਵਰਡ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਹਨ, ਸਾਰੇ ਜਿਹੜੇ ਆਥਰਸ ਨੇ ਲਿਖੇ ਹਨ, ਮੈਂ ਤੁਹਾਡੇ ਸਾਹਮਣੇ ਸਾਰੇ ਸ਼ੇਅਰ ਕਰਾਂਗਾ ਜਿਹੜੇ ਵਰਡ ਆਏ ਹਨ। ਗੁਰੂ ਜੋਤ ਵਾਸਤੇ ਆਇਆ ਹੈ ਬੜੀ ਵਾਰੀ, ਜੋਤ ਸਰੂਪੀ ਜੋਤ ਜਿਹੜੀ ਹੈ, ਜਿਹੜੀ ਮੈਂ ਗਲਤ ਸਪੈਲਿੰਗ ਲਿਖ ਦਿਆਂ, ਜਿਸ ਵੀ JYOT not JU, ਹਾਂਜੀ। ਤੇ ਗੁਰੂ ਕਈ ਵਾਰੀ ਦੀਵੇ ਵਾਸਤੇ ਵੀ ਆਇਆ ਹੈ, ਦੀਪਕ ਵਾਸਤੇ ਵੀ ਆਇਆ। ਗੁਰੂ ਅੰਧੇਰਾ ਦੂਰ ਕਰਨ ਵਾਲਾ ਹੈ, ਗੁਰੂ ਚਾਨਣਾ ਦੇਣ ਵਾਲਾ ਹੈ। ਸੋ ਬੜੇ ਡਿਫਰੈਂਟ ਤਰੀਕੇ ਦੇ ਵਰਡ ਗੁਰੂ ਵਾਸਤੇ ਗੁਰਬਾਣੀ ਚ ਯੂਜ਼ ਹੋਏ ਹਨ ਬੜੇ, ਔਰ ਹਰ ਇੱਕ ਦੇ। ਲੇਕਿਨ ਇੱਕ ਸੈਂਟਰਲ ਹੈ ਪ੍ਰੋਸੈਸ, ਇੱਕ ਸੈਂਟਰਲ ਥਾਟ ਪ੍ਰੋਸੈਸ ਹੈ। I'm going to stop this one, I'm going to clear it up though. ਉਹ ਸੈਂਟਰਲ ਪ੍ਰੋਸੈਸ ਇਹ ਹੈ ਕਿ ਉਹ ਇਨਸਾਨ ਜਾਂ ਉਹ ਚੀਜ਼ ਜਿਹੜੀ ਪਰਮਾਤਮਾ ਨਾਲ ਤੁਹਾਨੂੰ ਜੋੜ ਦੇਵੇ, ਜਾਂ ਤੁਹਾਡਾ ਰਿਸ਼ਤਾ ਪਰਮਾਤਮਾ ਨਾਲ ਹਮੇਸ਼ਾ ਵਾਸਤੇ ਜੋੜ ਦੇਵੇ, ਜਾਂ ਸਹਾਇਕ ਹੋਵੇ ਜੋੜਨ ਵਿੱਚ, ਉਹ ਗੁਰੂ ਹੈ, ਹਾਂਜੀ। ਤੇ 52 ਅੱਖਰੀ ਦਾ ਸ਼ਲੋਕ ਹੁਣ ਨੈਕਸਟ ਦੇਖਾਂਗੇ ਜਦੋਂ, ਤੇ ਉਸ ਸ਼ਲੋਕ ਵਿੱਚ ਦੇਖੋਗੇ ਕਿ ਕਿਸ ਤਰ੍ਹਾਂ ਗੁਰੂ ਅਰਜਨ ਪਿਤਾ ਨੇ ਗੁਰੂ ਦੀ ਵਿਆਖਿਆ 52 ਅੱਖਰੀ ਵਿੱਚ ਦਿੱਤੀ ਹੈ। ਇਹ 52 ਅੱਖਰੀ ਦੇ ਸ਼ਲੋਕ ਤੋਂ ਬਾਅਦ then we will continue। ਤੇ ਇਹ ਗੁਰਬਾਣੀ ਵਿੱਚ ਤੇ ਖੈਰ ਬੜੀ ਥਾਂ ਗੁਰੂ ਦੀ ਡਿਸਕਸ਼ਨ ਆਈ ਹੈ। let me make some suggestions to you if somebody wants to read up this chapter more on the chapter of Guru, ਕਿੰਨੇ ਲਿਖਿਆ ਹੈ। one of the best ever written topic ਸਤਿਗੁਰ ਦੇ ਉੱਤੇ ਗੁਰਮਤਿ ਨਿਰਣੇ ਵਿੱਚ ਹੈ ਭਾਈ ਜੋਤ ਸਿੰਘ ਹਰਾਂ ਦੀ। I think that is probably one of the top most recommendations ਮੇਰੀਆਂ, ਜੇ ਅਗਰ ਗੁਰੂ ਬਾਰੇ ਪੜ੍ਹਨਾ ਕਿਸੇ ਨੇ ਤੇ। ਹੁਣ ਤੱਕ ਜਿਤਨੀਆਂ ਆਥਰ ਜਿਤਨਾ ਕੁਝ ਕੋਟ ਕਰਦੇ ਹਨ, ਜੋ ਕਰਦੇ ਹਨ, ਗੁਰਮਤਿ ਨਿਰਣੇ ਵਿੱਚ ਬਹੁਤ ਕੁਝ ਬੋਰੋ ਕੀਤਾ ਗਿਆ ਹੈ। ਗੁਰਮਤਿ ਨਿਰਣੇ ਇਜ਼ ਵੈਰੀ ਕ੍ਰਿਟੀਕਲ। ਉਹ ਚੈਪਟਰ ਸਤਿਗੁਰ ਦਾ, ਆਈ ਥਿੰਕ ਚੈਪਟਰ ਦਾ ਨਾਮ ਸਤਿਗੁਰ ਹੈ, ਐਂਡ ਆਈ ਥਿੰਕ ਵਾਸ਼ਿੰਗਟਨ ਬੜੇ ਬੰਦਿਆਂ ਨੇ ਗੁਰਮਤਿ ਨਿਰਣੇ ਮੰਗਾਈ ਵੀ ਹੋਈ ਹੈ। ਜੇ ਕਦੀ ਟਾਈਮ ਮਿਲੇ ਤੇ ਬੁੱਕ ਖੋਲ ਕੇ ਤੇ ਸਤਿਗੁਰ ਵਾਲਾ ਚੈਪਟਰ ਹੈ ਉਹਦੇ, ਆਈ ਥਿੰਕ 7ਵਾਂ ਕੀ 8ਵਾਂ ਚੈਪਟਰ ਹੋਣਾ ਹੈ, ਉਹਦਾ ਨਾਮ ਉੱਤੇ ਸਤਿਗੁਰ ਹੈ ਚੈਪਟਰ ਦਾ ਨਾਮ। ਤੇ ਉਹਦੇ ਵਿੱਚ ਭਾਈ ਸਾਹਿਬ ਭਾਈ ਜੋਤ ਸਿੰਘ ਇਹਨਾਂ ਨੇ ਬਹੁਤ ਖੂਬਸੂਰਤੀ ਨਾਲ ਇਸ ਕਨਸੈਪਟ ਨੂੰ ਸਮਝਾਇਆ ਹੈ। ਮੇਰੀ ਜਿਹੜਾ ਮਟੀਰੀਅਲ ਹੈ ਸਮਝਾਉਣ ਦਾ ਵੀ ਕਾਫੀ ਹੱਦ ਤੱਕ ਉਸ ਕਿਤਾਬ ਤੋਂ ਹੀ ਆਇਆ ਹੈ ਸਾਰਾ। ਮੈਂ ਕੋਸ਼ਿਸ਼ ਕੀਤੀ ਹੈ ਜੋ ਇਹਨਾਂ ਨੇ ਲਿਖਿਆ ਹੈ ਉਹ ਮੈਂ ਸਾਰਾ ਤੁਹਾਡੇ ਤੱਕ ਦੱਸ ਦਿਆਂ, ਈਜ਼ੀ ਲੈਂਗੁਏਜ ਵਿੱਚ, ਤੁਹਾਨੂੰ ਆਸਾਨੀ ਨਾ ਹੋਵੇ। ਪਰ ਤਾਂ ਵੀ ਜੋ ਆਪ ਪੜ੍ਹ ਕੇ ਨੌਲੇਜ ਹੈ, ਜੋ ਮੇਰੇ ਕਹਿਣ ਤੇ ਨਹੀਂ ਹੋਏਗੀ, ਪਰ ਮੈਂ ਤੁਹਾਨੂੰ ਸਾਰੀਆਂ ਰਿਸੋਰਸਿਸ ਦੱਸ ਦਿੰਦਾ। ਦੂਸਰੀ ਰਿਸੋਰਸ ਸੰਥਿਆ ਹੈ ਭਾਈ ਵੀਰ ਸਿੰਘ ਹਰਾਂ ਦੀ। ਬਹੁਤ ਅੱਛੀ ਵਿਆਖਿਆ ਗੁਰੂ ਦੀ ਉਹਨਾਂ ਨੇ ਕੀਤੀ, ਔਰ ਬੜੇ ਪੇਜ ਲਗਾਏ ਹਨ, ਬੜਾ ਸੋਹਣੇ ਢੰਗ ਦੇ ਨਾਲ ਉਸ ਨੂੰ ਡਿਫਾਈਨ ਕੀਤਾ ਉਸਨੂੰ। ਫਿਰ ਗੁਰੂ ਦੀ ਵਿਆਖਿਆ ਤੁਹਾਨੂੰ ਮਿਲੇਗੀ ਭਾਈ ਨੰਦ ਲਾਲ ਜੀ ਬਾਣੀ ਵਿੱਚੋਂ ਤੇ ਭਾਈ ਗੁਰਦਾਸ ਜੀ ਬਾਣੀ ਵਿੱਚੋਂ, ਤੇ ਕਮਾਲ ਦੀਆਂ ਵਾਰਾਂ ਮਿਲਣਗੀਆਂ ਤੁਹਾਨੂੰ ਗੁਰੂ ਦੀ ਡੈਫੀਨੇਸ਼ਨ ਵਿੱਚ। ਕਬਿਤ ਸਵੇ ਵੀ ਮਿਲਣਗੇ ਗੁਰੂ ਪਿੱਛੇ, ਬੜੇ ਕਬਿਤ ਸਵੇ ਵੀ ਮਿਲਣਗੇ ਔਰ ਵਾਰਾਂ ਵੀ ਮਿਲਣਗੀਆਂ ਜਿਹੜੀਆਂ ਗੁਰੂ ਨੂੰ ਡਿਫਾਈਨ ਕਰਦੀਆਂ ਗੁਰੂ ਵਰਡ ਨੂੰ।
ਕੌਣ ਹੈ ਗੁਰੂ ਦੀ ਇੰਪੋਰਟੈਂਸ ਕੀ ਹੈ, ਕਿੱਥੇ ਲੈ ਕੇ ਜਾਂਦਾ ਹੈ, ਕਿਸ ਤਰ੍ਹਾਂ ਤੁਹਾਡਾ ਹੱਥ ਪਕੜਦਾ ਹੈ, ਐਵਰੀਥਿੰਗ ਇਹ ਸਾਰਾ ਕੁਝ ਜਿਹੜਾ ਹੈ ਉੱਥੇ ਹੈ ਸਾਰਾ ਕੁਝ। ਇਸ ਤੋਂ ਇਲਾਵਾ from Pushpinder to everybody 6th chapter pe Gurmat Nirne da keh rahe ho Pushpinder ji, if I one of the camera on nahi hai so I don't know। ਹਾਂਜੀ ਵੀਰ ਜੀ 6 ਹਾਂਜੀ ਵੀਰ ਚੈਪਟਰ ਜੀ। ਹੈ। ਗੁਰਮਤ ਨਿਰਣੇ ਦਾ 6 ਚੈਪਟਰ ਪੇਜ 101। ਹਾਂਜੀ ਉਹਦਾ ਨਾਮ ਸਤਗੁਰ ਹੈ ਨਾ ਚੈਪਟਰ ਦਾ। ਹਾਂਜੀ ਸਤਿਗੁਰ ਸਤਿਗੁਰ ਸਤਿਗੁਰੂ। yeah Satguru I think that probably is one of the best pieces। ਇੱਕ ਤੇ ਉਹਦੀ ਉਸ ਚੈਪਟਰ ਦੀ ਇੱਕ ਹੋਰ ਬੜੀ ਐਡਵਾਂਟੇਜ ਹੈ ਕਿ and I love ਭਾਈ ਸਾਹਿਬ ਉਹਨਾਂ ਵਰਗਾ ਕੋਈ ਹੋਇਆ ਨਹੀਂ, ਹੋਰ ਕੋਈ ਨਾ ਕਿਸੇ ਨੇ ਹੋਣਾ ਕਦੀ। ਧੰਨ ਸਨ ਇਹੋ ਜਿਹੇ ਗੁਰਸਿੱਖ ਜਿਹੜੇ ਇਸ ਦੁਨੀਆ ਚ ਆਏ। ਮੈਂ ਕਹਿੰਦਾ ਮੇਰੇ ਵਰਗੇ ਲਾਲਚੀ ਨਹੀਂ ਸਨ ਜਿਹੜੇ ਕਿ ਪੂਰੀ ਦੁਨੀਆ ਪੂਰੀ ਉਮਰ ਪੈਸੇ ਕਮਾਉਂਦੇ ਰਹਿ ਗਏ, ਜਿਹੜੇ ਜਿਨ੍ਹਾਂ ਨੇ ਆਪਣੀ ਸਾਰੀ ਲਾਈਫ ਪੰਥ ਦੀ ਉੱਚਾ ਕਰਨ ਵਾਸਤੇ ਜਿਨ੍ਹਾਂ ਨੇ ਆਪਣੀ ਸਾਰੀ ਲਾਈਫ ਲਗਾਈ। ਬਹਿਸ ਨਹੀਂ ਕੀਤੀ ਕਿਸੇ ਨਾਲ ਵਾਦ ਵਿਵਾਦ ਨਹੀਂ ਛੇੜਿਆ। ਉਹਨਾਂ ਨੇ ਪੂਰੀ ਲਾਈਫ ਉਹਨਾਂ ਨੇ ਸਿਰਫ ਤੁਹਾਨੂੰ ਤੁਹਾਡੇ ਗੁਰੂ ਨਾਲ ਮਿਲਾਉਣ ਦੇ ਉੱਤੇ ਸਾਰਾ ਫੋਕਸ ਕਰਕੇ ਇਹ ਮਹਾਨ ਕੰਮ ਸਾਰੇ ਕਰਕੇ ਗਏ ਹਨ। ਇਹੋ ਜਿਹੀਆਂ ਆਤਮਾਵਾਂ ਧੰਨ ਹਨ ਜਿਹੜੀਆਂ ਦੁਨੀਆ 'ਚ ਆਈਆਂ ਹਨ। ਅਨਫੋਰਚੂਨੇਟਲੀ ਪੜ੍ਹਦੇ ਨਹੀਂ ਉਹਨਾਂ ਨੂੰ, ਇਹ ਸਾਡੀ ਬਦਕਿਸਮਤੀ ਹੈ, ਲੇਕਿਨ ਇਹ ਧੰਨ ਹਨ ਜਿਹੜੇ। ਸੋ ਭਾਈ ਜੋਤ ਸਿੰਘ ਇਹਨਾਂ ਦੀ ਇੱਕ ਹੋਰ ਬੜੀ ਵੱਡੀ ਖਾਸੀਅਤ ਹੈ ਕਿ ਭਾਈ ਜੋਤ ਸਿੰਘ ਹੋਰੀ ਜਦੋਂ ਅਗਰ ਸਤਿਗੁਰ ਦੀਆਂ ਕੋਈ ਅਗਰ ਐਟਰੀਬਿਊਟ ਦੱਸਣਗੇ ਤੁਹਾਨੂੰ ਤੇ ਉਹਦੇ ਨਾਲ ਗੁਰਬਾਣੀ ਦੀ ਤੁਕ ਤੁਹਾਨੂੰ ਨਾਲ ਐਜ਼ ਅ ਪ੍ਰੂਫ ਦੱਸਣਗੇ ਨਾਲ, ਵੀ ਮੇਰੇ ਖਿਆਲ ਨਹੀਂ ਹੈ। ਹਾਂਜੀ ਤੇ ਦੇਖੋਗੇ ਅਗਰ ਉਹਨਾਂ ਦੀ ਬੁੱਕ ਦਾ ਨਾਂ ਦੇਖੋ ਤੁਸੀਂ, ਉਹਦਾ ਬੁੱਕ ਦਾ ਨਾਂ ਹੈ ਗੁਰਮਤ ਨਿਰਣੇ, ਤੇ ਤੱਤੇ ਨੂੰ ਸਿਹਾਰੀ ਲਗਾਈ ਨੇ ਗੁਰਮਤ ਤੇ। ਹਾਲਾਂਕਿ ਪੰਜਾਬੀ ਵਿੱਚ ਇਹ ਤੱਤੇ ਨੂੰ ਸਿਹਾਰੀਆਂ ਤੇ ਔਂਕੜ ਲਗਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਗੁਰਬਾਣੀ ਦੇ ਗ੍ਰਾਮਰ ਰੂਲਸ ਹਨ, ਪੰਜਾਬੀ ਦੇ ਨਹੀਂ ਹੈ। ਲੇਕਿਨ ਇਟਸ ਸੋ ਕਿਊਟ ਦੋ ਕਿ ਬੁੱਕ ਜਿਹੜੀ ਹੈ ਗੁਰਮਤ ਨਿਰਣੇ ਜਿਹੜੀ ਬੁੱਕ ਹੈ ਉਸ ਗੁਰਮਤ ਦੇ ਤੱਤੇ ਨੂੰ ਸਿਹਾਰੀ ਲਗਾਈ ਨੇ ਉੱਥੇ, ਵੀ ਗੁਰੂ ਦੇ ਮਤ ਦੁਆਰਾ ਕੀਤੇ ਹੋਏ ਨਿਰਣੇ, ਮੇਰੇ ਨਿਰਣੇ ਨਹੀਂ ਹੈ। ਔਰ ਅਗਰ ਪ੍ਰੀਫੇਸ ਪੜੋਗੇ ਤੇ ਆਪ ਦੱਸ ਦੇਣਗੇ ਤੁਹਾਨੂੰ ਇਹ ਮੇਰੇ ਨਿਰਣੇ ਨਹੀਂ ਹੈ, ਇਹ ਮੇਰੇ ਲਿਖੇ ਹੋਏ ਚੀਜ਼ਾਂ ਨਹੀਂ ਹੈ। ਜੋ ਗੁਰਬਾਣੀ 'ਚ ਆਇਆ ਹੈ ਉਸ ਆਧਾਰ ਤੇ ਵਿਆਖਿਆ ਕੀਤੀ ਹੈ ਸਾਰੀ ਉਹਨਾਂ ਨੇ, ਔਰ ਮੈਂ ਵੀ ਉੱਥੋਂ ਹੀ ਪੜ੍ਹਿਆ ਹੈ। ਸੋ ਮੈਂ ਤੇ ਵੈਸੇ ਵੀ ਸਾਰੀ ਨੌਲੇਜ ਸੈਕੰਡ ਹੈਂਡ ਹੈ, ਸਾਰੀ ਦੀ ਸਾਰੀ ਨੌਲੇਜ, ਕੁਛ ਨਹੀਂ ਹੈ ਫਸਟ ਹੈਂਡ ਇੱਥੇ। ਸੋ ਗੁਰਮਤ ਨਿਰਣੇ ਤੋਂ ਸਿਵਾਏ ਤੁਹਾਨੂੰ ਕਾਹਨ ਸਿੰਘ ਨਾਭਾ ਦੀਆਂ ਰਾਈਟਿੰਗਸ ਵਿੱਚੋਂ ਗੁਰੂ ਦੀ ਡੈਫੀਨੇਸ਼ਨ ਮਿਲਣਗੀਆਂ, ਭਾਈ ਸਾਹਿਬ ਭਾਈ ਵੀਰ ਸਿੰਘ ਇਹਨਾਂ ਤੋਂ ਮਿਲਣਗੀਆਂ, ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਦਰਪਣ ਚੋਂ ਮਿਲਣਗੀਆਂ, ਗੁਰੂ ਦੀ ਡੈਫੀਨੇਸ਼ਨ ਅੱਛੀ ਉਹਨਾਂ ਨੇ ਦਿੱਤੀ ਹੈ ਉੱਥੇ। ਭਾਈ ਨੰਦ ਲਾਲ ਜੀ ਦੀ ਬਾਣੀ ਚੋਂ ਮਿਲਣਗੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਮਿਲਣਗੀਆਂ, ਬੜੀ ਜਗ੍ਹਾ ਤੇ ਰੈਫਰੈਂਸਿਸ ਤੁਹਾਨੂੰ ਗੁਰੂ ਦੇ ਮਿਲਣਗੇ ਤੁਹਾਨੂੰ। ਸੋ ਮਟੀਰੀਅਲ ਦਾ ਕੋਈ ਘਾਟਾ ਨਹੀਂ ਹੈ। I can spend hours and I can spend months on this topic and never get done with that। ਹਾਂਜੀ ਸੋ ਹੁਣ now that we know the basic ਜਿਹੜੇ ਹਨ ਗੁਰੂ ਦੇ ਜਿਹੜੇ ਮੀਨਿੰਗ ਆਏ ਹਨ ਉਹ ਰਿਅਲਾਈਜ਼ ਹੈ, ਤੇ ਹੁਣ we have enough time ਸਵੀਟੀ ਦੀਦੀ to share the 52 ਅੱਖਰੀ ਵਾਲਾ ਸ਼ਲੋਕ। let's go through that and see ਗੁਰੂ ਅਰਜਨ ਪਿਤਾ ਕੀ ਕਹਿੰਦੇ ਹਨ ਇੱਥੇ ਗੁਰਦੇਵ। ਸੋ ਇਹ ਸ਼ਲੋਕ ਉੱਤੇ ਅਗਰ ਤੁਸੀਂ ਜਾਓਗੇ ਤੇ ਜਿਹੜਾ ਸਿਰਲੇਖ ਜਿਹੜਾ ਹੈ ਉਹ ਹੈ ਰਾਗ ਗੌੜੀ, ਇੱਥੇ ਹੈ ਏਕ ਓਂਕਾਰ ਸਤਿਗੁਰ ਪ੍ਰਸਾਦ। ਦੇਖੋ ਪ੍ਰਸਾਦ ਦੀ ਮੀਨਿੰਗ ਇੱਥੇ ਆ ਗਏ, ਸੋ ਇੱਥੇ ਉਹ ਲਿਖਿਆ ਹੀ ਆ ਗਿਆ ਆਪੇ ਹੀ, ਸੋ ਦੇਖੋ। ਅੱਛਾ ਹੁਣ ਮੈਂ ਇੱਕ ਹੋਰ ਗੱਲ, ਰਿਮੈਂਬਰ ਦਾ ਡਾਇਗ੍ਰਾਮ that I drew a few minutes ago though, ਤੇ ਏਕ ਓਂਕਾਰ ਵਿੱਚ ਸਾਰੇ ਐਟਰੀਬਿਊਟਸ ਹਨ, ਸਤ ਵੀ ਹੈ ਤੇ ਨਾਮ ਵੀ ਹੈ ਏਕ ਓਂਕਾਰ ਵਿੱਚ। ਗੱਲ ਯਾਦ ਰੱਖਿਓ ਮੇਰੀ, ਓਂਕਾਰ ਦੇ ਵਿੱਚ ਨਾਮ ਹੈ, ਇੱਕ ਵਿੱਚ ਸਤ ਹੈ, ਉਹ ਦੋਨਾਂ ਵਿੱਚ ਦੋਨਾਂ ਕੁਝ ਹੈ। ਔਰ ਏਕ ਓਂਕਾਰ ਦੇ ਵਿੱਚ ਸਤ ਤੇ ਨਾਮ ਹੈ, ਤੇ ਸਤ ਤੇ ਨਾਮ ਵਿੱਚ ਕਰਤਾ ਵੀ ਹੈ, ਪੁਰਖ ਵੀ ਹੈ, ਨਿਰਭਉ ਵੀ ਹੈ, ਨਿਰਵੈਰ ਵੀ ਹੈ, ਹਾਂਜੀ ਅਜੂਨੀ ਵੀ ਹੈ, ਮੂਰਤ ਵੀ ਹੈ, ਅਕਾਲ ਵੀ ਹੈ, ਸਹਿਭੰਗ ਵੀ ਹੈ। ਦੇਖੋ ਕਿਤਨੀ ਦੂਰਅੰਦੇਸ਼ੀ ਹੈ ਉਹਨਾਂ ਦੀ। ਧੰਨ ਗੁਰੂ ਅਰਜਨ ਪਿਤਾ, ਉਹਨਾਂ ਦੀ ਦੂਰਅੰਦੇਸ਼ੀ ਦੇਖੋ। ਸਿਰਫ ਇੱਕ ਵਰਡ ਪਹਿਲਾਂ ਲਿੱਤਾ ਨੇ ਏਕ ਓਂਕਾਰ, ਵੀ ਇਹ ਜਿਹੜੀਆਂ ਗੱਲਾਂ ਏਕ ਓਂਕਾਰ ਦੇ ਜਿਹੜੀ ਸੀ ਕਰ ਆਏ ਆ ਪਹਿਲੇ ਜਪਜੀ ਵਿੱਚ, ਤੇ ਸਤਿਗੁਰ ਪ੍ਰਸਾਦ ਇਹ ਗੁਰੂ ਦੀ ਕਿਰਪਾ ਤੋਂ ਇਹ ਮਿਲਦਾ ਹੈ, ਹੋਰ ਕਿੱਥੋਂ ਮਿਲ ਨਹੀਂ ਸਕਦਾ। ਹੋਰ ਕਿੱਥੋਂ ਇਹ ਸਤਿਗੁਰੂ ਦੀ ਕਿਰਪਾ ਤੋਂ ਏਕ ਓਂਕਾਰ ਦੀ ਨੌਲੇਜ ਮਿਲਦੀ ਹੈ। ਜਿਤਨੇ ਐਟਰੀਬਿਊਟਸ ਕਹਿ ਆਏ ਏਕ ਓਂਕਾਰ ਦੇ, ਗੁਰੂ ਦੀ ਕਿਰਪਾ ਤੋਂ ਸਿਵਾਏ ਕਿਧਰੋਂ ਮਿਲ ਨਹੀਂ ਸਕਦੇ। ਤੇ ਸਾਖੀ ਮੈਂ ਪਹਿਲੇ ਵੀ ਸੁਣਾਈ ਹੋਈ ਹੈ, ਕਲਗੀਧਰ ਪਿਤਾ ਦੇ ਟਾਈਮ ਪੌਂਟਾ ਸਾਹਿਬ ਜੀ ਨੂੰ ਜਦੋਂ ਹੁਕਮ ਕੀਤਾ ਸੀ ਮਹਾਰਾਜ ਘੋੜੇ ਤੇ ਬੈਠਣ ਤੇ, ਕਹਿੰਦੇ ਮੈਂ ਘੋੜੇ ਤੇ ਉੱਤੇ ਸੈਡਲ ਤੋਂ ਬੈਠਣ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੈਨੂੰ ਗਿਆਨ ਕੋਈ ਦਵਾ ਦੇਵੇ, ਕੋਈ ਇੱਕ ਬੰਦਾ ਹੋਏ ਕੋਈ। ਤੇ ਭਾਈ ਸੁਥਰਾ ਫਿਰ ਅੱਗੇ ਖੜੇ ਸਨ। ਹਾਲਾਂਕਿ ਤੁਸੀਂ ਦੇਖੋਗੇ ਉਹਨਾਂ ਦੀ ਲਾਈਫ ਵਿੱਚ
बड़े, क्योंकि सच्चे ਜਿਹੜੇ ਇਨਸਾਨ ਉਹਨਾਂ ਦੇ ਅੰਦਰ ਇੰਟ੍ਰਿੰਸਿਕ ਨੌਲੇਜ ਆ ਜਾਂਦੀ ਹੈ ਸਾਰੀ, ਤੇ ਉਹਨਾਂ ਦੇ ਬਚਨ ਜਿਹੜੇ ਆਏ ਸੂਰ ਪ੍ਰਕਾਸ਼ ਇਹੀ ਆਏ ਨਾ, ਮਹਾਰਾਜ ਜੇ ਤੁਸੀਂ ਕਿਰਪਾ ਕਰੋ ਮੇਰੇ ਤੇ ਹੱਥ ਦਿਓ ਮੇਰੇ ਸਿਰ ਤੇ ਮੈਂ ਕੋਸ਼ਿਸ਼ ਕਰ ਸਕਦਾ। ਉਹਨਾਂ ਨੇ ਕਿਹਾ ਨਹੀਂ ਤੂੰ ਕਰ ਤੂੰ। ਮਹਾਰਾਜ ਬੈਠੇ ਤੇ ਨਾਲ ਬੈਠਣ ਤੋਂ ਪਹਿਲੇ ਹੀ ਉਸਨੇ ਕਹਿ ਦਿੱਤਾ ਏਕ ਓਂਕਾਰ ਸਤਿਗੁਰ ਪ੍ਰਸਾਦ। ਇਹਦੇ ਵਿੱਚ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨੌਲੇਜ, ਉਹ ਪ੍ਰਮਾਤਮਾ ਬਾਰੇ ਵੀ ਤੇ ਕਿੱਥੋਂ ਮਿਲਦਾ ਹੈ ਉਹਦੇ ਬਾਰੇ ਵੀ। ਗੌੜੀ 52 ਅੱਖਰੀ ਮਹੱਲਾ ਪੰਜਵਾਂ, ਗੌੜੀ ਰਾਗ ਦਾ ਨਾਂ ਹੈ। 52 ਅੱਖਰੀ 52 ਅੱਖਰੀ ਅਲਫਾਬੈਟਸ ਹਨ, ਇੱਕ ਇੱਕ ਅਲਫਾਬੈਟ ਦੇ ਨਾਲ ਇੱਕ ਪ੍ਰਮਾਤਮਾ ਦੇ ਨਾਮ ਨੂੰ ਜੋੜਿਆ ਗਿਆ ਹੈ। ਮਹੱਲਾ ਪੰਜਵਾਂ ਪੰਚਮ ਗੁਰੂ ਦੀ ਬਾਣੀ ਹੈ, ਪੰਚਮ ਪਿਤਾ ਦੀ ਬਾਣੀ ਹੈ, ਤੇ ਸ਼ਲੋਕ ਹੈ ਪਹਿਲਾ, ਤੇ ਇਹ ਸ਼ਲੋਕ ਐਂਡ ਵਿੱਚ ਵੀ ਆਇਆ ਹੈ। ਤੇ ਲੈਟਸ ਗੋ ਥਰੂ ਦਾ ਸ਼ਲੋਕ ਨਾਓ। ਮੈਂ ਆਪਣੇ ਨੋਟਸ ਦੇ ਸਾਹਮਣੇ ਰੱਖ ਲਵਾਂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਜਿਨ੍ਹਾਂ ਨੂੰ ਮਹਿਸੂਸ ਹੋਏ ਉਹਨਾਂ ਵਾਸਤੇ ਹੈ, ਸਾਡੇ ਵਾਸਤੇ ਨਹੀਂ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਉਹਨਾਂ ਨੂੰ ਉਹਨਾਂ ਦੀ ਮਾਂ ਵਿੱਚ ਹੀ ਗੁਰਦੇਵ ਨਜ਼ਰ ਆਏ। ਉਹਨਾਂ ਨੂੰ ਜਿਸ ਤਰ੍ਹਾਂ ਮਾਂ ਨਾਲ ਪਿਆਰ ਸੀ, ਜਿਸ ਤਰ੍ਹਾਂ ਮਾਂ ਸਿਖਾਉਣਹਾਰ ਸੀ, ਜੋ ਮਦਰ ਨਾਲ ਰਿਲੇਸ਼ਨਸ਼ਿਪ ਸੀ ਉਹਨਾਂ ਦੀ, ਜੋ ਆਪਣੀ ਮਾਂ ਨਾਲ ਪਿਆਰ ਜਿਸ ਤਰ੍ਹਾਂ ਸੀ ਉਹਨਾਂ ਦਾ, ਉਹਨਾਂ ਨੂੰ ਗੁਰੂ ਵਿੱਚ ਉਹ ਪਿਆਰ ਨਜ਼ਰ ਆਇਆ। ਉਹਨਾਂ ਵਾਸਤੇ ਉਹਨਾਂ ਦਾ ਮਾਂ ਗੁਰੂ ਹੀ ਸੀ ਉਹਨਾਂ ਦੀ। ਸਾਨੂੰ ਨਹੀਂ ਨਜ਼ਰ ਆਉਂਦੇ, ਸਾਨੂੰ ਬਾਣੀ ਉਤਨੀ ਕਲੋਜ਼ ਨਹੀਂ ਹੈ ਨਾ, ਕਲੋਜ਼ਨੈਸ ਨਹੀਂ ਹੈ ਨਾ ਬਾਣੀ ਨਾਲ। ਮਾਂ ਨਾਲ ਪਿਤਾ ਨਾਲ ਜ਼ਿਆਦਾ ਕਲੋਜ਼ਨੈਸ ਹੈ। ਇਸ ਵਾਸਤੇ ਮਾਤਾ ਪਿਤਾ ਦੂਰ ਹੋ ਜਾਣ ਜਾਂ ਉਹ ਦੁਨੀਆ 'ਚ ਨਾ ਰਹਿਣ ਜਾਂ ਉਹਨਾਂ ਨੂੰ ਕੋਈ ਤਕਲੀਫ ਹੋ ਜਾਏ ਤੇ ਬੜੀ ਤਕਲੀਫ ਹੁੰਦੀ ਹੈ ਸਾਨੂੰ। ਗੁਰੂ ਦੂਰ ਹੋ ਜਾਏ, ਬਾਣੀ ਵਿਸਰ ਜਾਏ, ਬਾਣੀ ਦੂਰ ਹੋ ਜਾਏ, ਕਿਉਂਕਿ ਮਨ 'ਚ ਪਿਆਰ ਨਾ ਹੋਣ ਦੀ ਵਜ੍ਹਾ ਨਾਲ ਉਹ ਦਰਦ ਮਹਿਸੂਸ ਨਹੀਂ ਹੁੰਦਾ ਅੰਦਰ, ਜੋ ਮਾਤਾ ਦੇ ਜਾਣ ਨਾਲ ਦਰਦ ਮਹਿਸੂਸ ਹੁੰਦਾ ਅੰਦਰ, ਜੋ ਮਾਤਾ ਦੇ ਚਲੇ ਜਾਣ ਨਾਲ ਜਾਂ ਮਾਤਾ ਦੇ ਵਿਛੜਨ ਨਾਲ ਜਾਂ ਮਾਤਾ ਦੂਰ ਹੋਣ ਨਾਲ ਜੋ ਦਰਦ ਮਹਿਸੂਸ ਹੁੰਦਾ ਹੈ। ਪਰ ਗੁਰੂ ਅਰਜਨ ਪਿਤਾ ਦੀ ਗੱਲ ਹੋਰ ਹੈ ਨਾ, ਪਹੁੰਚੀ ਰਿਅਲਾਈਜ਼ ਸੋਲ ਹੈ ਨਾ ਉਹ। ਇਸ ਵਾਸਤੇ ਉਹਨਾਂ ਨੂੰ ਗੁਰਦੇਵ ਮਾਤਾ, ਉਹਨਾਂ ਨੂੰ ਆਪਣੀ ਮਾਂ, ਉਹਨਾਂ ਨੂੰ ਮਹਿਸੂਸ ਹੋਇਆ ਕਿ ਗੁਰੂ ਹੀ ਮੇਰੇ ਵਾਸਤੇ ਮਾਂ ਹੈ। ਤੇ ਜੇ ਅਗਰ ਇਨਫ ਨਹੀਂ ਹੈ ਤੇ ਗੁਰਦੇਵ ਪਿਤਾ ਵੀ ਲਿਖ ਦਿੱਤਾ ਨੇ ਨਾਲ। ਗੁਰਦੇਵ ਮਾਤਾ, ਗੁਰਦੇਵ ਪਿਤਾ, ਪਿਤਾ ਵੀ ਗੁਰਦੇਵ ਹਨ ਮੇਰੇ ਵਾਸਤੇ। ਪਿਤਾ ਮੇਰੇ ਗੁਰਦੇਵ ਹਨ, ਮੇਰੇ ਵਾਸਤੇ ਪਿਤਾ ਮੇਰੀ ਗੁਰਬਾਣੀ ਹੈ। ਤੇ हे ਮੇਰੇ ਦਾਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ ਤੇ ਗੁਰਦੇਵ ਸੁਆਮੀ ਪਰਮੇਸ਼ਰਾ, ਮੇਰੇ ਵਾਸਤੇ ਮੇਰੇ ਸੁਆਮੀ ਮੇਰੇ ਪਰਮੇਸ਼ਰ ਗੁਰਦੇਵ ਹੀ ਹੈ। ਗੁਰੂ ਤੋਂ ਸਿਵਾਏ ਉਸ ਦਾ ਕੋਈ ਨਾਲੇਜ ਨਹੀਂ। ਮੇਰੇ ਵਾਸਤੇ ਗੁਰੂ ਪ੍ਰਮਾਤਮਾ ਹੀ ਹੈ। ਕੋਈ ਗੁਰੂ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਹੈ। ਸੁਖਮਨੀ ਸਾਹਿਬ ਦੀ ਬਾਣੀ 'ਚ ਬੜੀ ਵਾਰੀ ਵਰਡ ਆਏ ਹਨ ਕਿ ਪ੍ਰਮਾਤਮਾ ਤੇ ਗੁਰੂ 'ਚ ਕੋਈ ਫਰਕ ਨਹੀਂ। ਤੇ ਅੱਗੇ ਦੇਖੋ, ਕਈਆਂ ਨੂੰ ਸਖਾ ਤੇ ਬੜਾ ਮਾਣ ਹੁੰਦਾ ਕਿ ਮੇਰੇ ਬੜੇ ਫਰੈਂਡਸ ਹਨ, ਸਖੀਆਂ ਬੜੀਆਂ, ਸਖਾ ਬੜੇ। ਗੁਰਦੇਵ ਸਖਾ, ਮੈਨੂੰ ਉਹਨਾਂ ਨੂੰ ਫਰੈਂਡ ਦੀ ਲੋੜ ਨਹੀਂ ਪਈ, ਕਿਉਂਕਿ ਉਹਨਾਂ ਨੇ ਆਪਣੇ ਜਿਹੜੀ ਫਰੈਂਡਸ਼ਿਪ ਜਿਹੜੀ ਹੈ ਉਹ ਹਰ ਜਗ੍ਹਾ, ਉਹ ਠੀਕ ਜਗ੍ਹਾ ਲਗਾਈ ਤੇ ਗੁਰਦੇਵ ਸਖਾ ਵਰਡ ਆਏ ਹਨ। ਗੁਰਦੇਵ ਸਖਾ, ਉਹਨਾਂ ਦੀ ਸਖੀਆਂ ਗੁਰਦੇਵ। ਅਗਿਆਨ ਭੰਜਨ, ਭੰਜਨ ਮਨੇ ਤੋੜਨ ਵਾਲੇ, ਭੰਜਨ ਮਨੇ ਨਸ਼ਟ ਕਰਨ ਵਾਲੇ, ਡਿਸਟਰੋਏ ਕਰਨ ਵਾਲੇ। ਤੇ ਗਿਆਨ ਭੰਜਨ, ਅਗਿਆਨ ਭੰਜਨ, ਅਗਿਆਨ ਨੂੰ ਦੂਰ ਕਰਨ ਵਾਲੇ, ਚਾਨਣਾ ਦੇਣ ਵਾਲੇ। ਬਿਲਕੁਲ ਜਿਹੜੇ ਚਾਨਣਾ ਦਿੱਤੇ ਮੇਰੇ ਵਾਸਤੇ। ਗੁਰਦੇਵ ਬੰਧਪ ਸਹੋਦਰਾ, ਬੰਧਪ ਰਿਲੇਟਿਵ ਨੂੰ ਕਹਿੰਦੇ ਨੇ, ਬੰਧਪ ਕਹਿੰਦੇ ਨੇ ਰਿਸ਼ਤੇਦਾਰਾਂ ਨੂੰ, ਸਖਾ ਉੱਤੇ ਬੰਧਪ, ਤੇ ਸਹੋਦਰਾ ਕਹਿੰਦੇ ਨੇ ਭਰਾ ਨੂੰ, ਬ੍ਰਦਰ ਨੂੰ। ਬਾਵਾਂ ਹੁੰਦੀਆਂ ਨਾ, ਕਹਿੰਦੇ ਭਰਾ ਹੈ ਮੇਰਾ ਵੱਡਾ, ਮੇਰੇ ਭਰਾਵਾਂ ਦੇ ਮਾਣ ਹੁੰਦਾ ਬੜਾ, ਮੇਰੇ ਬ੍ਰਦਰ ਹਨ ਬੜੇ, ਇਹ ਮੇਰੀ ਮਦਦ ਕਰਨਗੇ ਮੇਰੀ। ਤੇ ਉਹਨਾਂ ਵਾਸਤੇ ਗੁਰਦੇਵ ਹੀ ਮੇਰੇ ਭਰਾ ਹਨ, ਗੁਰਦੇਵ ਹੀ ਮੇਰੇ ਬੰਧਪ ਹਨ, ਗੁਰਦੇਵ ਹੀ ਮੇਰੀ ਸਖਾ ਹੈ, ਗੁਰਦੇਵ ਹੀ ਮੇਰੇ ਵਾਸਤੇ ਪਰਮੇਸ਼ਰ ਹਨ, ਗੁਰਦੇਵ ਹੀ ਮੇਰੇ ਵਾਸਤੇ ਪਿਤਾ ਹੈ। हे ਮੇਰੇ ਦਾਤਾ, ਗੁਰਦੇਵ ਹੀ ਮੇਰੇ ਵਾਸਤੇ ਮਾਂ ਹੈ, ਮੇਰੀ ਮਾਂ ਗੁਰਦੇਵ ਹੀ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਮ, ਗੁਰਦੇਵ ਬੰਧਪ ਸਹੋਦਰਾ। ਤੇ ਅੱਗੇ ਦੇਖੋ, ਗੁਰਦੇਵ ਦਾਤਾ। ਹਰ ਨਾਮ ਉਪਦੇਸੇ ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ। ਨਿਰੋਧਰਾ ਕਹਿੰਦੇ ਹਨ, ਨਿਰੋਧਰਾ ਮੰਤਰ ਉਹ ਹੁੰਦਾ ਹੈ ਜਿਹੜਾ ਮੰਤਰ ਦਾ ਅਸਰ ਜਿਹੜਾ ਵੈ ਕੋਈ ਦੂਸਰਾ ਮੰਤਰ ਉਹਦੇ ਤੇ ਖਾ ਨਾ ਸਕੇ। ਭਾਵ ਉਹ ਕਦੀ ਫੇਲ ਨਾ ਹੋਏ, ਮੰਤਰ ਹਮੇਸ਼ਾ ਜ਼ਿੰਦਾ ਰਹੇ, ਹਮੇਸ਼ਾ ਕੰਮ ਆਏ, ਜਿਹੜਾ ਯੁਗੋ ਯੁਗ ਅਟਲ ਮੰਤਰ ਹੋਏ, ਜਿਹੜਾ ਜਿਸ ਤਰ੍ਹਾਂ ਮੂਲ ਮੰਤਰ ਹੈ।
ਸਾਡੇ ਵਾਸਤੇ ਮੂਲ ਮੰਤਰ ਹੈ। ਗੁਰਦੇਵ ਦਾਤਾ, ਮੇਰੇ ਵਾਸਤੇ ਗੁਰੂ ਹੀ ਸਭ ਤੋਂ ਵੱਡਾ ਦਾਤਾ ਹੈ, ਹੋਰ ਕੋਈ ਦਾਤਾ ਨਹੀਂ ਹੈ। ਦੇਣ ਵਾਲਾ ਸਿਰਫ ਗੁਰੂ ਹੈ। ਕਿਉਂ ਗੁਰਦੇਵ ਦਾਤਾ ਕਿਉਂ ਹੈ? ਕਿਉਂਕਿ ਹਰ ਨਾਮ ਉਪਦੇਸ਼ ਹੈ। ਪ੍ਰਮਾਤਮਾ ਦਾ ਨਾਮ, ਪ੍ਰੇਮਾ ਭਗਤੀ ਦਾ ਉਪਦੇਸ਼ ਗੁਰੂ ਦਿੰਦੇ ਹਨ। ਗੁਰੂ ਤੋਂ ਪ੍ਰੇਮਾ ਭਗਤੀ ਦਾ ਉਪਦੇਸ਼ ਮਿਲਦਾ ਹੈ। ਗੁਰੂ ਤੋਂ ਉਪਦੇਸ਼ ਮਿਲਣ ਦੇ ਨਾਲ ਗੁਰਦੇਵ ਸਭ ਤੋਂ ਵੱਡਾ ਦਾਤਾ ਹੈ। हे ਮੇਰੇ ਦਾਤਾ, ਗੁਰਦੇਵ ਮੰਤਰ ਨਿਰੋਧਰਾ, ਸਭ ਤੋਂ ਵੱਡਾ ਨਿਰੋਧਰਾ ਮੰਤਰ, ਸਭ ਤੋਂ ਵੱਡਾ ਜਿਹੜਾ ਮੰਤਰ, ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਕਦੀ ਨਸ਼ਟ ਨਹੀਂ ਹੋਣ ਵਾਲਾ ਮੰਤਰ, ਇਹ ਗੁਰਦੇਵ ਦੇਣ ਵਾਲੇ ਹਨ। ਇਸ ਵਾਸਤੇ ਗੁਰਦੇਵ ਦੀ ਮੈਂ ਬੜੀ ਇੱਜ਼ਤ ਕਰਦਾ ਹਾਂ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ। ਸ਼ਾਂਤ ਮਨੇ ਸ਼ਾਂਤੀ, ਸਤ ਮਨੇ ਹਮੇਸ਼ਾ ਰਹਿਣ ਵਾਲਾ, ਸਤ ਸਰੂਪ, ਬੁੱਧ ਮਨੇ ਵਿਵੇਕ ਦੇਣ ਵਾਲਾ, ਸੱਚ ਔਰ ਝੂਠ ਵਿੱਚ ਫਰਕ ਦੱਸਣ ਵਾਲਾ, ਮੂਰਤ ਮਨੇ ਚੇਤਨਾ ਸਰੂਪ ਹੋਣ ਵਾਲਾ, ਹਮੇਸ਼ਾ ਕੌਨਸ਼ੀਅਸ ਰਹਿਣ ਵਾਲਾ। ਗੁਰਦੇਵ ਮੇਰੇ ਵਾਸਤੇ ਸ਼ਾਂਤੀ ਦਾਤਾ ਹੈ। ਗੁਰਦੇਵ ਮੇਰੇ ਵਾਸਤੇ ਸਤਪੁਰਖ ਨਾਲ ਮਿਲਾਉਣ ਵਾਲਾ ਸਤ ਹੈ ਆਪ। ਗੁਰਦੇਵ ਮੈਨੂੰ ਬੁੱਧ ਦੇਣ ਵਾਲਾ ਹੈ, ਮੇਰੀ ਵਿਵੇਕ, ਮੇਰੀ ਕੋਗਨੀਟਿਵ ਐਬਿਲਿਟੀ ਦੇਣ ਵਾਲਾ, ਬੁੱਧ ਦੇਣ ਵਾਲਾ ਗੁਰਦੇਵ ਹੈ। हे ਮੇਰੇ ਦਾਤਾ, ਮੇਰੇ ਅੰਦਰ ਕੌਨਸ਼ੀਅਸਨੈਸ ਦੇਣ ਵਾਲਾ ਵੀ ਗੁਰਦੇਵ ਹੈ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ। ਗੁਰਦੇਵ ਪਾਰਸ ਪਰਸਪਰਾ। ਪਾਰਸ ਕਹਿੰਦੇ ਹਨ ਜਿਹੜੇ ਲੋਹੇ ਨੂੰ ਸੋਨਾ ਕਰਨ ਵਾਲਾ। ਭਾਵ ਜਿਹੜਾ ਮਾੜਾ ਤੋਂ ਮਾੜਾ ਬੰਦਾ ਹੋਵੇ, ਜੇ ਉਹਦੇ ਨਾਲ ਉਹਦਾ ਸੰਬੰਧ ਪੈ ਜਾਏ ਉਹਦੇ ਨਾਲ, ਤੇ ਉਹ ਮਾੜੇ ਤੋਂ ਮਾੜਾ ਬੰਦਾ ਵੀ ਚੰਗੇ ਤੋਂ ਚੰਗਾ ਬਣ ਜਾਏ। ਸ਼ਲੋਕ ਸੰਸਕ੍ਰਿਤੀ ਵਿੱਚ ਬੜੇ ਸ਼ਲੋਕ ਇਹੋ ਜਿਹੇ ਹਨ ਜਿੱਥੇ ਪੰਡਤਾਂ ਨੇ ਕੁਐਸਚਨ ਕੀਤਾ, ਮਹਾਰਾਜ ਜੇ ਸਤਸੰਗਤ ਕੀਤੀ ਜਾਏ ਤੇ ਕੀ ਕੁਝ ਚੇਂਜਸ ਆਉਂਦੀਆਂ ਹਨ? ਤੇ ਉੱਥੇ ਬੜੇ ਤੁਹਾਨੂੰ ਇਹੋ ਜਿਹੇ ਸ਼ਲੋਕ ਮਿਲਣਗੇ। ਕੀ ਹੋ ਜਾਂਦਾ ਉਸ ਬੰਦੇ ਨਾਲ? ਪਾਛੰ ਕ੍ਰੋਧ ਅਗਨਵੀਯ ਨਿਰਾਸੰ ਨਿਰਾਸ ਪੂਰਨਾ। ਕਿਤਨੇ ਇਹੋ ਜਿਹੇ ਸ਼ਲੋਕ ਆਏ ਹਨ ਕਿ ਉਹ ਆਗੂ ਬਣ ਜਾਂਦਾ ਹੈ, ਉਹ ਧਨਵੰਤ, ਸਭ ਤੋਂ ਵੱਡਾ ਗਰੀਬ ਤੋਂ ਧਨਵੰਤ ਬਣ ਜਾਂਦਾ ਹੈ। ਹਰ ਚੀਜ਼ ਨੂੰ ਮਿਲ ਜਾਂਦੀ ਹੈ ਉਸਨੂੰ, ਕਿਉਂਕਿ ਗੁਰਦੇਵ ਪਾਰਸ ਹਨ। ਗੁਰਦੇਵ ਪਾਰਸ ਪਰਸਪਰਾ। ਪਰਸ ਮਨੇ ਛੂਣਾ, ਪਰਸ ਮਨੇ ਨੇੜੇ ਜਾਣਾ, ਤੇ ਪਰਾ ਮਨੇ ਇੱਕ ਸੈਲੂਟੇਸ਼ਨ ਦਿੱਤੀ ਹੈ ਉੱਥੇ ਕਿ ਉਹ ਟਰਾਂਸਫਾਰਮ ਹੋ ਜਾਂਦਾ ਹੈ। ਟੱਚ ਕਰਨ ਨਾਲ ਉਹ ਉਸ ਵਰਗਾ ਬਣ ਜਾਂਦਾ ਹੈ। ਹਾਂਜੀ, ਇਹ ਜੇ ਨਹੀਂ ਮੇਰੇ ਤੇ ਵਿਸ਼ਵਾਸ ਤੇ ਫਿਰ ਸੱਤੇ ਬਲਵੰਡ ਦੀ ਵਾਰ ਪੜੋ। ਫਿਰ ਕਿਸ ਤਰ੍ਹਾਂ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਗੁਰੂ ਨਾਨਕ ਬਣਾ ਦਿੱਤਾ। ਤੇ ਗੁਰੂ ਨਾਨਕ ਹੀ ਨਹੀਂ ਬਣਾਇਆ ਭਾਈ ਲਹਿਣੇ ਨੂੰ। ਗੁਰੂ ਨਾਨਕ ਬਣਿਆ ਹੀ ਨਹੀਂ ਉਹ। ਗੁਰੂ ਨਾਨਕ ਬਣਾ ਕੇ ਆਪ ਮੱਥਾ ਉਸਨੂੰ ਟੇਕਿਆ, ਆਪਣੇ ਜਿਉਂਦੇ ਜੀ ਮੱਥਾ ਟੇਕਿਆ ਤੇ ਸੰਗਤ ਤੋਂ ਟਿਕਵਾਇਆ ਮੱਥਾ। ਇਹੋ ਜਿਹਾ ਪਾਰਸ ਗੁਰੂ ਹੈ ਜਿਨੇ ਆਪਣੇ ਵਰਗਾ, ਆਪਣਾ ਸੇਵਕ, ਆਪਣੇ ਸੇਵਕ ਨੂੰ ਆਪਣੇ ਵਰਗਾ ਬਣਾ ਦਿੱਤਾ। ਉਹ ਪਾਰਸ ਹੈ। ਔਰ ਸਾਨੂੰ ਕਿਧਰੇ ਬਾਹਰ ਦੇਖਣ ਦੀ ਲੋੜ ਨਹੀਂ ਹੈ। ਸਿੱਖ ਗੁਰੂ ਇਤਿਹਾਸ ਵਿੱਚੋਂ ਤੁਹਾਨੂੰ ਐਗਜ਼ਾਮਪਲ ਬੜੀਆਂ ਪਾਰਸ ਦੀਆਂ ਮਿਲ ਜਾਣਗੀਆਂ ਗੁਰੂ ਤੋਂ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ। ਗੁਰਦੇਵ ਪਾਰਸ ਪਰਸਪਰਾ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ। ਗੁਰ ਗਿਆਨ ਮੱਜਨ ਅਪਰੰਪਰਾ। ਮੇਰੇ ਵਾਸਤੇ ਗੁਰਦੇਵ ਹੀ ਤੀਰਥ ਹੈ, ਗੁਰੂ ਹੀ ਤੀਰਥ ਹੈ। ਉੱਥੋਂ ਹੀ ਮੈਨੂੰ ਸਭ ਕੁਝ ਮਿਲਣਾ ਹੈ। ਕਿਉਂ ਗੁਰੂ ਤੀਰਥ ਹੈ? ਕਿਉਂਕਿ ਗੁਰੂ ਕੋਲ ਅੰਮ੍ਰਿਤ ਰੂਪੀ ਨਾਮ ਦਾ ਸਰੋਵਰ ਹੈ। ਉਹ ਸਰੋਵਰ, ਉਹ ਇਸ਼ਨਾਨ ਜਿਹੜਾ ਨਾਮ ਵਿੱਚ ਕੀਤਾ, ਜਿਹੜਾ ਪ੍ਰੇਮਾ ਭਗਤੀ ਵਿੱਚ ਕੀਤਾ ਜਾਂਦਾ ਹੈ, ਉਹ ਤੀਰਥ ਗੁਰਦੇਵ ਆਪ ਹਨ। ਤੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਫਿਰ ਉਹ ਤਾਂ ਥਾਨ ਸੁਆਵੇ ਤੇ ਹੋਣਾ ਹੀ ਹੋਣਾ। ਕਿਉਂ? ਕਿਉਂਕਿ ਜਿੱਥੇ ਗੁਰੂ ਜਾਂਦੇ ਨੇ ਉਹ ਤੀਰਥ ਸਥਾਨ ਹੈ। ਜੇ ਹਰਮੰਦਰ ਉਸਾਰਿਆ ਤੇ ਹਰਮੰਦਰ ਤੀਰਥ ਹੈ, ਤੇ ਜੇ ਨਨਕਾਣੇ ਪ੍ਰਕਾਸ਼ ਕੀਤਾ ਤੇ ਨਨਕਾਣਾ ਤੀਰਥ ਹੈ। ਜੇ ਅਨੰਦਪੁਰ ਪ੍ਰਕਾਸ਼ ਕਰਕੇ ਰਹੇ ਉਹ ਤੀਰਥ ਹੈ। ਤੇ ਜੇ ਰਹੇ ਸਾਬੋ ਕੀ ਤਲਵੰਡੀ, ਉੱਥੇ ਰਹੇ ਗੁਰੂ ਕੀ ਕਾਸ਼ੀ ਬਣ ਗਿਆ ਤੇ ਉਹ ਤੀਰਥ ਹੈ। ਤੇ ਜੇ ਆਪਣੇ ਘਰ ਵਿੱਚ ਜਿੱਥੇ ਮਹਾਰਾਜ ਦੇ ਸਰੂਪ ਪਏ ਹਨ, ਜਿੱਥੇ ਉਹ ਗੁਰਬਾਣੀ ਦਾ ਪ੍ਰਕਾਸ਼ ਹੈ, ਉਹ ਵੀ ਤੀਰਥ ਹੈ, ਉਹ ਵੀ ਤੀਰਥ ਸਥਾਨ ਹੈ। ਤੇ ਕਈ ਹਿਰਦੇ ਇਹੋ ਜਿਹੇ ਹਨ, ਕਈ ਦਿਲ ਇਹੋ ਜਿਹੇ ਹਨ ਜਿਨ੍ਹਾਂ ਦੇ ਅੰਦਰ ਉਹ ਸੱਚੇ ਦਾ ਵਿਸ਼ਵਾਸ ਹੈ, ਜਿਨ੍ਹਾਂ ਦੇ ਜਿਹੜਾ ਸੱਚਾ ਜਿੱਥੇ ਵਸਦਾ ਹੈ, ਜਿੱਥੇ ਸੱਚੇ ਦਾ ਪ੍ਰਕਾਸ਼ ਜਿਸ ਹਿਰਦੇ ਵਿੱਚ ਅੰਦਰ ਹੈ, ਉਹ ਹਿਰਦਾ ਵੀ ਤੀਰਥ ਹੈ। ਸਾਰੇ ਤੀਰਥ ਹਨ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ। ਗੁਰ ਗਿਆਨ ਮੱਜਨ ਅੰਪਰਾ। ਮੱਜਨ ਕਹਿੰਦੇ ਹਨ ਇਸ਼ਨਾਨ ਨੂੰ, ਅਪਰੰਪਰਮ ਕਹਿੰਦੇ ਹਨ ਇਨਫਿਨਿਟੀ ਨੂੰ, ਜਿਹੜੇ ਕਦੀ ਦੂਰ ਹੋਏ, ਅਪਰੰਪਰ ਜਿਹੜੇ ਜਿੱਥੇ ਪਹੁੰਚਿਆ ਨਾ ਜਾ ਸਕੇ। ਗੁਰੂ ਨੇ ਸਾਰਾ ਦਾ ਸਾਰਾ ਗਿਆਨ ਤੇ ਉਸ ਅਪਰੰਪਰ ਦਾ ਗਿਆਨ ਦੇ ਵਿੱਚ ਸਾਨੂੰ ਇਸ਼ਨਾਨ ਕਰਾਇਆ ਉਸ ਸਰੋਵਰ ਵਿੱਚ, ਜਿਹਦੇ ਵਿੱਚ
ਅੰਮ੍ਰਿਤ ਰੂਪੀ ਪ੍ਰੇਮਾ ਭਗਤੀ ਪਰ ਛੁਪੀ ਹੋਈ ਹੈ। ਇਹ ਗੁਰੂ ਦੀ ਵਜ੍ਹਾ ਨਾਲ ਹੋਇਆ ਹੈ ਸਾਰਾ। ਤੇ ਇੱਕ ਨੋਟਿਸ ਤੁਸੀਂ ਗੱਲ ਦੇਖੋਗੇ, ਅੱਗੇ ਜਾ ਕੇ ਮੈਂ ਦੀਖਿਆ ਦੀ ਵੀ ਗੱਲ ਕਰਨੀ ਹੈ, ਅੱਜ ਸ਼ਾਇਦ ਟਾਈਮ ਨਾ ਹੋਵੇ ਇਹਦਾ, ਬਟ ਨੈਕਸਟ ਵੀਕ ਤੇ ਜਿਹੜੇ ਇਹ ਨੌਲੇਜ ਲੈਂਦੇ ਹਨ, ਜਿਹੜੇ ਪੜ੍ਹਦੇ ਹਨ, ਤੇ ਇਹ ਨੌਲੇਜ ਜਦੋਂ ਅੱਗੇ ਵੰਡਦੇ ਹਨ, ਜਿਹੜੀ ਨੌਲੇਜ ਹੈਗੇ ਉਹ ਆਪ ਗੁਰੂ ਰੂਪ ਹੋ ਜਾਂਦੇ ਹਨ। ਤਾਂ ਹੀ ਸੰਗਤ ਨੂੰ ਤੁਸੀਂ ਨੋਟਿਸ ਕਰੋਗੇ ਜਦੋਂ ਐਡਰੈਸ ਕੀਤਾ ਜਾਂਦਾ ਹੈ ਤੇ ਸਿਰਫ ਸੰਗਤ ਨਹੀਂ ਕਿਹਾ ਜਾਂਦਾ, ਹਮੇਸ਼ਾ ਕਹਿੰਦੇ ਹਨ ਇਹ ਮਹਾਰਾਜ ਦੇ ਸਰੂਪ ਹਨ ਤੇ ਗੁਰੂ ਰੂਪ ਸੰਗਤ ਹੈ, ਗੁਰੂ ਰੂਪ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇਸਾ ਐਡਰੈਸ ਕੀਤਾ ਜਾਂਦਾ ਹੈ। ਕਿਉਂ ਗੁਰੂ ਰੂਪ ਹੈ? ਬਿਕਾਜ਼ ਜਿਹੜਾ ਪ੍ਰਮਾਤਮਾ ਨੂੰ ਧਿਆਨ ਵਾਲਾ ਜਿਹੜਾ ਹੈ, ਜਿਹੜਾ ਉਹ ਫਿਰ ਗੁਰੂ ਰੂਪ ਬਣ ਜਾਂਦਾ ਹੈ। ਉਹਦੇ ਵਿੱਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਜ਼ਰ ਨਹੀਂ ਰਹਿ ਜਾਂਦਾ। ਉਹ ਉਸ ਵਰਗੇ, ਉਹ ਉਤਨੀਆਂ ਉਚਾਈਆਂ ਛੂ ਲੈਂਦਾ ਉਹ। ਤੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਪੈਸ਼ਲੀ 17ਵੀਂ ਅਸ਼ਟਪਦੀ ਵਿੱਚ 16ਵੀਂ ਅਸ਼ਟਪਦੀ ਨੋਟਿਸ ਕਰੋਗੇ, ਬੜੀਆਂ ਉਹਦੀਆਂ ਗੱਲਾਂ ਆਈਆਂ ਜਿਹਦੇ ਨਾਲ ਕਿ ਬੜੀ ਕਲੈਰਿਟੀ ਹੁੰਦੀ ਹੈ ਇਸ ਥਾਟ ਪ੍ਰੋਸੈਸ ਦੀ ਕਿ ਦਿਖਿਆ ਕੀ ਹੈ। ਅੱਗੇ ਜਾ ਕੇ ਹੋਰ ਇਸ ਗੱਲ ਨੂੰ ਹੋਰ ਕਲੈਰਿਟੀ ਦਿਆਂਗੇ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਕਰਤਾ ਸਭ ਪਾਪ ਕਰਤਾ, ਗੁਰੂ ਸਭ ਕਰਨ ਕਰਾਉਣ ਵਾਲਾ ਹੈ। ਕਿਉਂ ਗੁਰੂ ਕਰਨ ਕਰਾਉਣ ਵਾਲਾ ਹੈ? ਕਿਉਂਕਿ ਪ੍ਰਮਾਤਮਾ ਉਹਨੂੰ ਸ਼ਕਤੀ ਦਿੰਦਾ ਹੈ, ਪ੍ਰਮਾਤਮਾ ਦੇ ਹੁਕਮ ਤੋਂ ਆਇਆ ਹੈ। ਇਸ ਵਾਸਤੇ ਉਹ ਕਰਤਾ ਹੈ, ਉਹ ਕਰਤੇ ਰੂਪ ਵਿੱਚ ਹੈ। ਉਹ ਕਰਤਾ ਕਰਨ ਵਾਲਾ ਉੱਪਰ ਹੈ, ਲੇਕਿਨ ਕਰਵਾਉਂਦਾ ਇਹਨਾਂ ਕੋਲੋਂ ਹੀ ਹੈ ਕੰਮ ਸਾਰੇ। ਗੁਰਦੇਵ ਕਰਤਾ ਸਭ ਪਾਪ ਹਰਤਾ। ਹਰਤਾ ਮਨੇ ਹਰ ਲੈਂਦਾ ਹੈ, ਦੂਰ ਕਰ ਲੈਂਦਾ ਹੈ, ਸਭ ਪਾਪ ਦੂਰ ਕਰਨ ਵਾਲਾ। ਕਿਉਂ? ਕਿਉਂਕਿ ਨੈਗੇਟਿਵਿਟੀ ਚੋਂ ਕੱਢਣ ਵਾਲਾ ਹੈ ਗੁਰੂ। ਹੁਣ 18th ਅਸ਼ਟਪਦੀ ਦੀਆਂ ਉਹ ਲਾਈਨਾਂ ਵੀ ਦੇਖਾਂਗੇ ਨਾ, ਜਿਹੜੀਆਂ ਜਦੋਂ ਪ੍ਰਸਤ ਗੁਰੂ ਰਾਮ ਹਰ ਰਵੇ, ਜਿਹੜੀਆਂ ਆਈ ਥਿੰਕ ਤੀਸਰਾ ਜਾਂ ਚੌਥਾ ਸਟੈਂਜ਼ਾ ਜਿਹੜਾ 18ਵੀਂ ਅਸ਼ਟਪਦੀ ਦਾ ਆਇਆ, ਉਹਦੇ 'ਚ ਹੋਰ ਕਲੈਰਿਟੀ ਦੇਣਗੇ ਗੁਰੂ ਅਰਜਨ ਪਿਤਾ ਜੀ ਦੇ ਉੱਤੇ। ਸਭ ਪਾਪ ਹਰਤਾ, ਸਾਰੀ ਨੈਗੇਟਿਵਿਟੀ ਕੱਢਣ ਵਾਲਾ ਹੈ। ਗੁਰਦੇਵ ਪਤਿਤ ਪਵਿੱਤ ਕਰਾ। ਗੁਰੂ ਨੈਗੇਟਿਵ ਤੋਂ ਨੈਗੇਟਿਵ ਬੰਦੇ ਨੂੰ ਪੋਜ਼ਿਟਿਵ ਤੋਂ ਪੋਜ਼ਿਟਿਵ ਕਰ ਸਕਦਾ ਹੈ। ਖਰਾਬ ਤੋਂ ਖਰਾਬ ਬੰਦੇ ਨੂੰ ਚੰਗੇ ਤੋਂ ਚੰਗਾ ਬਣਾ ਦਿੰਦਾ ਹੈ। ਐਸੀ ਤਾਕਤ ਹੈ ਗੁਰਦੇਵ ਵਿੱਚ, ਐਸੀ ਤਾਕਤ ਹੈ ਗੁਰੂ ਵਿੱਚ। ਆਸਾ ਦੇ ਵਰਡ ਆਏ ਹਨ, ਜਿਨ ਮਾਨਸ ਕੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬਿਲਕੁਲ ਟਾਈਮ ਨਹੀਂ ਲੱਗਦਾ ਉਸ ਨੂੰ ਕਰਨ ਦਾ, ਐਸੀ ਤਾਕਤ ਹੈ ਗੁਰਦੇਵ ਕੋਲ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਹੁਣ ਅਰਦਾਸ ਰੂਪ ਵਿੱਚ ਆਏ ਹਨ। ਅਗਲੀ ਲਾਈਨਾਂ ਹੁਣ ਗੁਰੂ ਦੇ ਉੱਤੇ ਫੋਕਸ ਨਹੀਂ, ਇਹਨੂੰ ਅਰਦਾਸ ਕਰਦੇ ਹਨ ਕਿ ਹੇ ਮੇਰੇ ਦਾਤਾ ਮੇਰੇ ਤੇ ਕਿਰਪਾ ਕਰੋ। I'm sorry, ਇੱਕ ਲਾਈਨ ਭੁੱਲ ਗਿਆ। ਗੁਰਦੇਵ ਆਦ ਜੁਗਾਦ ਜੁਗ ਜੁਗ। ਹੁਣ ਦੇਖੋ ਜਿਹੜੀ ਪ੍ਰਮਾਤਮਾ ਦੀ ਡੈਫੀਨੇਸ਼ਨ ਜਿਹੜੀ ਆਣੀ ਹੈ ਕਿ ਆਦ ਜੁਗਾਦ ਵਾਲੀ, ਉਹ ਗੁਰਦੇਵ ਤੇ ਆਂਦੀ ਹੈ। ਗੁਰਦੇਵ ਆਦ ਜੁਗਾਦ ਜੁਗ ਜੁਗ। ਗੁਰੂ ਹਮੇਸ਼ਾ ਰਿਹਾ ਤੇ ਪਹਿਲੇ ਵੀ ਰਿਹਾ ਤੇ ਹੁਣ ਵੀ ਰਹੇਗਾ। ਕਿਉਂ? ਕਿਉਂਕਿ ਇੱਥੇ ਗੁਰਦੇਵ ਵਿੱਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਹੈ। ਆਦ ਜੁਗਾਦ ਉਹ ਹਮੇਸ਼ਾ ਥਰੂ ਆਊਟ ਯੁਗਾਂ ਵਿੱਚੋਂ ਵੀ ਰਿਹਾ ਗੁਰੂ। ਹਮੇਸ਼ਾ ਗੁਰੂ ਨਾਨਕ ਹਮੇਸ਼ਾ ਰਹਿਣਗੇ, ਪਹਿਲੇ ਵੀ ਸਨ ਤੇ ਹੁਣ ਵੀ ਹਨ। ਹਾਂਜੀ, ਸਾਡੇ ਵਾਸਤੇ ਗੁਰੂ ਨਾਨਕ ਹੈ, ਜਿਹਨੇ ਦੂਸਰਿਆਂ ਵਾਸਤੇ ਕੋਈ ਗੁਰੂ, ਪਰ ਇਹ ਦੁਨਿਆਵੀ ਗੁਰੂ ਨਹੀਂ ਹੈ। ਹੁਣ ਇਹ ਕੁਐਸਚਨ ਮੇਰੇ ਕੋਲ ਬੜੀ ਵਾਰ ਰੇਜ਼ ਹੁੰਦਾ ਹੈ ਕਿ ਹੁਣ ਮੈਂ ਇੱਥੇ ਹੀ ਗੱਲ ਕਰਦੀ ਆਂ ਸਾਰੀ, ਅਗਲੇ ਹਫਤੇ ਵੀ ਤੁਹਾਨੂੰ ਵਿਸਥਾਰ ਨਾਲ ਸਮਝਾਵਾਂਗੇ ਕਿ ਕਹਿੰਦੇ ਜੀ ਬੜੇ ਨਕਲੀ ਗੁਰੂ ਹਨ ਜੀ ਦੁਨੀਆ 'ਚ, ਬੜੇ ਹਾਂਜੀ ਪਹਿਚਾਣ ਨਹੀਂ ਹੋ ਪਾਉਂਦੀ। ਕਈ ਨਕਲੀ ਗੁਰੂ ਬਣ ਕੇ ਆ ਜਾਂਦੇ ਕਿ ਅਸਲੀ ਗੁਰੂ ਅਸਲੀ ਹਾਂ। ਮੈਂ ਤੁਹਾਨੂੰ ਸਭ ਤੋਂ ਆਸਾਨ ਤਰੀਕਾ ਦੱਸ ਦਿੰਦਾ ਨਕਲੀ ਗੁਰੂ ਦਾ ਤੇ ਅਸਲੀ ਗੁਰੂ ਦਾ। ਨਕਲੀ ਗੁਰੂ ਜਿਹੜਾ ਹੈ ਨਾ, ਉਹ ਨਕਲੀ ਗੁਰੂ ਹਮੇਸ਼ਾ ਆਪਣੇ ਆਪ ਨਾਲ ਜੁੜੇਗਾ। ਉਹ ਕਦੀ ਨਹੀਂ ਕਹੇਗਾ ਪ੍ਰਮਾਤਮਾ ਨਾਲ ਜੁੜੋ। ਅਸਲੀ ਗੁਰੂ ਕਦੀ ਆਪਣੇ ਆਪ ਨਾਲ ਨਹੀਂ ਜੁੜੇਗਾ। ਉਹ ਕਦੀ ਨਹੀਂ ਕਹੇਗਾ ਮੇਰਾ ਨਾਮ ਜਪੋ। ਉਹ ਕਦੀ ਨਹੀਂ ਕਹੇਗਾ ਨਾਨਕ ਨਾਨਕ ਜਪੋ, ਜਾਂ ਗੋਬਿੰਦ ਗੋਬਿੰਦ ਜਪੋ, ਜਾਂ ਅਰਜਨ ਅਰਜਨ ਜਪੋ, ਹਾਂਜੀ, ਜਾਂ ਅੰਗਦ ਅੰਗਦ ਜਪੋ, ਜਾਂ ਅਮਰਦਾਸ ਅਮਰਦਾਸ ਜਪੋ। ਉਹਨਾਂ ਨੇ ਕਦੀ ਨਹੀਂ ਕਹਿਣਾ ਇਹ ਗੱਲ। ਉਹ ਕਦੀ ਨਹੀਂ ਕਹਿਣਗੇ ਕਿ ਮੇਰੇ ਨਾਲ ਜੁੜੋ। ਗੁਰੂ ਨਾਨਕ ਦੇਵ ਜੀ ਨੇ ਇੱਕ ਲਾਈਨ ਗੁਰਬਾਣੀ ਤੋਂ ਮੈਨੂੰ ਦੱਸ ਦਿਓ ਜਿੱਥੇ ਲਿਖੀ ਹੋਵੇ ਕਿ ਨਹੀਂ ਪ੍ਰਮਾਤਮਾ ਨੂੰ ਨਾ ਆਰਾਧੋ, ਮੈਨੂੰ ਆਰਾਧੋ, ਮੇਰੀ ਪੂਜਾ ਕਰੋ। ਦੱਸ ਦਿਓ ਇੱਕ ਲਾਈਨ ਗੁਰਬਾਣੀ ਦੀ ਹੋਵੇ ਉਹ ਜੀ। ਨਹੀਂ ਹੈ। ਇਹ ਅਸਲੀ ਗੁਰੂ ਦੀ ਪਹਿਚਾਣ ਹੈ। ਅਸਲੀ ਗੁਰੂ ਉਹ ਹੈ ਜਿਹੜਾ ਪ੍ਰਮਾਤਮਾ ਨਾਲ ਜੋੜਦਾ ਹੈ, ਜਿਹੜਾ ਆਪਣੇ ਆਪ ਨਾਲ ਨਹੀਂ ਜੋੜਦਾ। ਹਾਂ, ਇਹ ਗੱਲ ਜ਼ਰੂਰੀ ਹੈ ਕਿ ਉਹਦੇ ਨਾਲ ਜੁੜਨ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਆਸਾਨ ਹੋ ਜਾਂਦੀ ਹੈ, ਲੇਕਿਨ ਉਹ ਕਦੀ ਆਪਣੇ ਮੂੰਹੋਂ ਨਹੀਂ ਕਹਿੰਦਾ ਕਿ ਮੇਰੇ ਨਾਲ ਜੁੜੋ। ਇਸ ਵਾਸਤੇ ਇਹ ਮੇਰੇ ਦਾਤਾ ਉਸ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਮੇਰੇ ਤੇ ਕਿਰਪਾ ਕਰੋ ਹੇ ਮੇਰੇ ਦਾਤਾ। ਹੇ ਮੇਰੇ ਦਾਤਾ, ਉਸ ਗੁਰਦੇਵ ਦੀ ਸੰਗਤ ਮੈਨੂੰ ਬਖਸ਼ ਦਿਓ। ਉਸ ਗੁਰਦੇਵ ਦੀ ਕਿਰਪਾ ਨਾਲ ਉਹ ਕਿਰਪਾ ਕਰਕੇ ਮੈਨੂੰ ਸੱਚੇ ਗੁਰੂ ਦੀ ਸੰਗਤ ਬਖਸ਼ ਦਿਓ। ਤੇ ਸਾਨੂੰ ਤੇ ਸੰਗਤ ਬਚਪਨ ਤੋਂ ਮਿਲੀ, ਸਾਨੂੰ ਤੇ ਗੁਰੂ ਭਾਲਣ ਦੀ ਲੋੜ ਹੀ ਨਹੀਂ ਕਿਧਰੇ।
ਪਰ ਅਸੀਂ ਗੁਰਬਾਣੀ ਨਾਲ ਨਿਉ ਨਹੀਂ ਕੀਤਾ ਨਾ, ਗੁਰਬਾਣੀ ਨਾਲ ਗੁਰਬਾਣੀ ਦਾ ਵਿਸਾ ਕੀਤਾ, ਪਿਆਰ ਨਹੀਂ ਕੀਤਾ ਗੁਰਬਾਣੀ ਨਾਲ। ਹਮ ਮੂੜ ਪਾਪੀ ਜਿਤ ਲਗ ਤਰਾ, ਤੇ ਵਰਗੇ ਮੇਰੇ ਵਰਗੇ, ਇਹ ਗੁਰੂ ਜੀ ਦੇ ਪਿਤਾ ਆਪਣੇ ਬਾਰੇ ਗੱਲ ਕਰਦੇ ਹਨ। ਧਨ ਹੈ ਇਤਨੀ ਨਿਮਰਤਾ ਦੇ ਮਾਲਕ ਹਨ। ਹਮ ਮੂੜ ਪਾਪੀ ਜਿਤ ਲਗ ਤਰਾ, ਜਿਹਦੇ ਵਰਗੇ ਮੇਰੇ ਵਰਗੇ ਮੂੜ, ਮੇਰੇ ਵਰਗੇ ਮੂੜ ਹੁੰਦੇ ਜਿਹੜਾ ਬਹੁਤ ਸਮਾਰਟ ਨਾ ਹੋਵੇ, ਮੇਰੇ ਵਰਗੇ ਮੂੜ ਪਾਪੀ ਨੈਗੇਟਿਵ ਬੰਦੇ ਜਿਨ੍ਹਾਂ ਨਾਲ ਲੱਗ ਕੇ ਤਰ ਗਏ ਹਨ। ਤੇ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਮੇਰੇ ਵਾਸਤੇ ਪ੍ਰਮਾਤਮਾ ਤੋਂ ਥੱਲੇ ਨਹੀਂ, ਪ੍ਰਮਾਤਮਾ ਵਰਗੀ ਵੱਡੀ ਜਗ੍ਹਾ ਹੈ। ਗੁਰਦੇਵ ਨਾਨਕ ਹਰ ਨਮਸਕਾਰਾ, हे ਨਾਨਕ ਉਸ ਗੁਰਦੇਵ ਨੂੰ ਮੇਰੀ ਹਮੇਸ਼ਾ ਨਮਸਕਾਰ ਹੈ, ਉਸ ਗੁਰੂ ਨੂੰ ਹਮੇਸ਼ਾ ਮੇਰੀ ਨਮਸਕਾਰ ਹੈ, ਉਸ ਗੁਰੂ ਥਾਈ ਮੇਰੀ ਹਮੇਸ਼ਾ ਨਮਸਕਾਰ ਹੈ। ਤੇ ਇਹ ਗੁਰੂ ਦੀ ਜਿਹੜੀ ਡੈਫੀਨੇਸ਼ਨ ਜਾਂ ਇਹ ਗੁਰੂ ਦਾ ਇਹ ਜਿਹੜਾ ਦਿੱਤਾ ਨੇ, ਇਹ ਇੱਕ ਕਿਸਮ ਦਾ ਮੰਗਲਾਚਰਨ ਕਹਿ ਲਓ। ਇਹ ਮੰਗਲਾਚਰਨ ਹੈ ਗੁਰੂ ਦੀ ਤਵਾਈ 52 ਅੱਖਰੀ ਬਾਣੀ ਵਿੱਚ। ਜਨਰਲੀ ਸਪੀਕਿੰਗ ਮੰਗਲਾਚਰਨ ਬਿਗਨਿੰਗ ਵਿੱਚ ਆਉਂਦੇ ਹਨ ਸਾਰੇ, ਐਂਡਿੰਗ ਵਿੱਚ, ਪਰ ਇਹ ਮੰਗਲਾਚਰਨ 52 ਅੱਖਰੀ ਵਾਲਾ ਮੰਗਲਾਚਰਨ 2 ਵਾਰੀ ਆਇਆ ਹੈ। ਪਹਿਲੇ ਆਇਆ ਹੈ ਤੇ ਬਾਣੀ ਦੇ ਐਂਡ ਵਿੱਚ ਸੁਡੀ ਜੀ ਕੈਨ ਸ਼ੇਅਰ ਦਾ ਲਾਸਟ, ਆਈ ਥਿੰਕ ਸੈਕੰਡ, ਉਹ ਜਿਹੜਾ ਅਖੀਰਲਾ ਜਿਹੜਾ ਪਾਰਟ ਆਇਆ ਉਹਦੇ ਥੱਲੇ ਉਹਦੀ ਲਾਈਨ ਲਿਖੀ ਹੋਈ ਹੈ, ਆਈ ਵਾਂਟ ਟੂ ਸ਼ੇਅਰ ਦੈਟ। ਜਿਹੜੀ ਸਭ ਤੋਂ ਲਾਸਟ ਜਿਹੜਾ ਸ਼ਲੋਕ ਜਿਹੜਾ ਉਹਦੇ ਵਿੱਚ ਹੀ ਸੇਮ ਸ਼ਲੋਕ ਹੈ, ਪਰ ਉੱਥੇ yeah, I think a second wala hi hona hai. Yeah, I just wanted you to see that with your own eyes, you know, agar mil sake to nahi hai to koi gal nahi, koi aisi gal nahi hai. So while Sudhir is pulling that up, though, if anybody has any question on this particular shlok that we read from 52 ਅੱਖਰੀ though. ਸੁਰਿੰਦਰ ਜੀ ਇੱਕ ਵਾਰੀ ਮਜਨ ਅਪਰੰਪਰਾ ਫਿਰ ਦੱਸੋਗੇ? ਭਜਨ ਮਨੇ ਇਸ਼ਨਾਨ ਹੁੰਦਾ ਹੈ। ਹਾਂਜੀ। ਤੇ ਅਪਰੰਪਰਾ ਮਤਲਬ ਅਪਰੰਪਰ ਹੁੰਦਾ ਜਿੱਥੇ ਪਹੁੰਚਿਆ ਨਾ ਜਾ ਸਕੇ। ਉਹ ਨਾ ਪਹੁੰਚਣ ਵਾਲਾ ਪ੍ਰਮਾਤਮਾ ਦੇ ਅੰਦਰ ਵੀ ਉਹਦਾ ਗਿਆਨ ਜਾਂ ਉਹਦਾ ਇਸ਼ਨਾਨ ਤੁਹਾਨੂੰ ਕਰਵਾ ਸਕਦਾ ਹੈ ਗੁਰੂ, ਜਿਹੜਾ ਅਪਰੰਪਰ ਹੈ, ਜਿਹੜਾ ਪਹੁੰਚਿਆ ਨਹੀਂ, ਜਿੱਥੇ ਪਹੁੰਚਣਾ ਮੁਸ਼ਕਿਲ ਹੈ। ਬਾਏ ਦਾ ਵੇ ਬਿਫੋਰ ਆਈ ਨੋ ਇੰਟਰਪਟ ਦੋ, ਇਹ ਲਾਈਨ ਮੈਂ ਤੁਹਾਨੂੰ ਇਹ ਜਿਹੜੀਆਂ ਉੱਪਰ ਪੜ੍ਹ ਆਏ ਆ ਸੇਮ ਹੈ, ਲੇਕਿਨ ਜਿਹੜੇ ਲਾਸਟ ਜਿਹੜੀ ਲਾਈਨ ਜਿਹੜੀ ਹੈ ਨਾ ਉੱਤੇ ਜਿਹੜੀ ਉਹਦਾ ਲਿਖਿਆ ਇਹ ਸ਼ਲੋਕ ਆਦੰਤ ਪੜ੍ਹਨਾ, ਇੱਥੇ ਥੱਲੇ ਹਦਾਇਤ ਦਿੱਤੀ ਹੋਈ ਹੈ ਗੁਰਬਾਣੀ ਦੇ ਥੱਲੇ। ਮਨੇ ਇਹ ਨਾ ਕੋਈ ਸਮਝ ਲੈ ਕਿਤੇ ਮਿਸਪ੍ਰਿੰਟ ਤੇ ਨਹੀਂ ਹੋ ਗਿਆ, ਕਿਤੇ ਦੁਬਾਰਾ ਗਲਤੀ ਨਾਲ ਤੇ ਨਹੀਂ ਕਿਤੇ ਲਿਖ ਦਿੱਤਾ ਨੇ ਦੁਬਾਰਾ ਇੱਥੇ। ਉਹਨੇ ਕਈ ਕੁਐਸਚਨ ਉਹਨੇ ਥੈਂਕ ਗॉड ਫॉर ਦੇ ਰੋਟ ਦੈਟ ਥੱਲੇ ਕਿ ਇਹ ਸ਼ਲੋਕ ਆਦੰਤ ਪੜ੍ਹਨਾ ਹੈ। ਮਨੇ ਇਹ ਨਹੀਂ ਕਿ ਪਹਿਲੇ ਪੜ੍ਹ ਚੁੱਕੇ ਆ ਤੇ ਬਾਅਦ ਚ ਨਹੀਂ ਪੜ੍ਹਨਾ ਇਸ ਸ਼ਲੋਕ ਨੂੰ। 52 ਅੱਖਰੀ ਬਾਣੀ ਦੀ ਕਥਾ ਜਿਹੜੀ ਹੈ ਖਤਮ ਨਹੀਂ ਹੋ ਸਕਦੀ। ਸੋ 52 ਅੱਖਰੀ ਦੀ ਜਦੋਂ ਵਿਆਖਿਆ ਚੱਲਦੀ ਹੈ, ਜਦੋਂ ਜਸਟ ਟੂ ਲੈਟ ਯੂ ਨੋ, ਜਿਹੜੇ ਸਿਆਣੇ ਕਰਦੇ ਹਨ ਜਦੋਂ, ਤੇ ਇਸ ਸ਼ਲੋਕ ਦੀ ਵਿਆਖਿਆ 2 ਵਾਰੀ ਹੁੰਦੀ ਹੈ। ਗੁਰੂ ਨੇ 2 ਵਾਰੀ ਲਿਖਿਆ ਸੀ। ਮੈਂ ਅਗਰ ਕਲਾਸ ਕਰਾਂ, ਅਗਰ ਮੈਂ ਕੀਤੀ ਨਹੀਂ ਕਦੀ, ਮੈਂ ਪਾਰਟ ਆਫ ਇਟ ਕੀਤੀ ਹੋਈ ਹੈ, ਤੇ ਆਈ ਵੁੱਡ ਡਿਸਕਸ ਦਿਸ ਸ਼ਲੋਕ ਐਟ ਦ ਬਿਗਨਿੰਗ ਐਂਡ ਆਲਸੋ ਐਟ ਦੀ ਐਂਡ। ਔਰ ਹਰ ਆਥਰ ਨੇ ਉਂਝ ਕੀਤਾ ਉੱਤੇ, ਕਿਉਂਕਿ they wanted you to read this again ਦੁਬਾਰਾ ਇੱਕ ਵਾਰੀ। Going back to Sumit ji's question though, ਉਸ ਅਪਰੰਪਰ ਦੇ ਵਿੱਚ ਵੀ ਇਸ਼ਨਾਨ ਕਰਨ ਦੀ ਤਾਕਤ ਰੱਖਦੇ ਹੋ, ਉਸ ਅਪਰੰਪਰ ਦੇ ਵਿੱਚ ਤੁਹਾਨੂੰ ਵਾੜ ਸਕਦਾ ਹੈ। ਉਸ ਅੰਪਰੇਟਿਵ ਉਸ ਜਿਹੜਾ ਨਹੀਂ ਪਹੁੰਚਣ ਵਾਲਾ ਹੈ, ਜਿਹੜਾ ਉਹਦੇ ਵਿੱਚ ਵੀ ਮਜਨ ਕਰਾਉਣ ਦੀ ਤਾਕਤ ਰੱਖਦਾ ਹੈ ਗੁਰੂ। That's what the meanings are. That's what the intrinsic meanings are. And we are done with this. We can stop sharing now. I want to stop here for a second though. मैं भी थक गया, 9:38 हो गया। I have 5 or 6 more minutes left, you know. So before I move forward with Gurudev further concept. Any question on this श्लोक though? आपे भी पढ़ना है इसनो, ते आपे पढ़ के ते आपे भी आनंद लो इस श्लोक दा। ते दूसरी गल ये है कि एक गल मैं होर इत्थे मैं शेयर करना चाहना हाँ कि गुरु दी प्राप्ति ਮਿਹਰ ਨਾਲ ਹੁੰਦੀ ਹੈ। ਉਸ ਪ੍ਰਮਾਤਮਾ ਦੀ ਅਪਾਰ ਕਿਰਪਾ ਹੋਵੇ ਤਾਂ ਗੁਰਬਾਣੀ ਦਾ ਪਿਆਰ ਤੁਹਾਡੇ ਹਿਰਦੇ 'ਚ ਵਸਦਾ ਹੈ। ਤੁਹਾਡੇ ਇਹ ਇੱਕ ਫੈਕਟ ਹੈ ਲਾਈਫ ਦਾ। ਅਨਫੋਰਚੂਨੇਟਲੀ ਤੁਸੀਂ ਜੋ ਮਰਜ਼ੀ ਕਹਿ ਲਵੋ, ਹਰ ਬੰਦਾ ਦਾ ਪਿਆਰ ਦੇਖੋ, ਘਰ ਨਾਲ ਬੰਦਾ ਕਿੰਨਾ ਪਿਆਰ ਕਰਦਾ ਹੈ, ਘਰ ਦੀਆਂ ਚੀਜ਼ਾਂ ਨਾਲ, ਪੈਸੇ ਨਾਲ, ਲੋਕਰ 'ਚ ਰੱਖਦਾ ਹੈ ਸਮਾਨ, ਆਪਣੀ ਜੂਰੀ ਲੈ ਕੇ ਆਉਂਦਾ, ਸੰਭਾਲ ਕੇ ਰੱਖਦਾ ਹੈ। ਕਿੰਨੀਆਂ ਚੀਜ਼ਾਂ ਦੁਨੀਆ ਦੀਆਂ ਜਿਹੜੀਆਂ ਮਹਿੰਗੀਆਂ ਚੀਜ਼ਾਂ ਜਿਹੜੀਆਂ, ਕਿੰਨਾ ਖਿਆਲ ਕਰਦਾ ਉਹਨਾਂ ਚੀਜ਼ਾਂ ਦਾ, ਹੈ ਨਾ। ਲੇਕਿਨ somehow ਇਹ ਰਿਲੇਸ਼ਨਸ਼ਿਪ ਗੁਰਬਾਣੀ ਨਾਲ ਨਹੀਂ ਬਣ ਪਾਉਂਦੀ ਉਹਦੀ। ਇਹ ਉਹਨਾਂ ਨਾਲ ਬਣ ਪਾਉਂਦੀ ਹੈ ਜਦੋਂ ਉਹ ਆਪ ਕਿਰਪਾਲੂ ਹੋਵੇ ਤੇ ਬੰਦਾ ਬਾਰ-ਬਾਰ ਅਰਦਾਸ ਕਰੇ ਇਸ ਗੱਲ ਦੀ
बार-बार ये मंगे परमात्मा कोलों कि मैनू गुरबाणी दा विसाह ना कराओ, मैनू परमात्मा हमेशा चेते आए ते मैनू गुरबाणी नाल प्यार मेरा वधा दिओ, क्योंकि ये गल बिल्कुल पक्की है कि जितना गुरबाणी नाल प्यार वधेगा परमात्मा मिलण दे चांसेस ज्यादा हायर हो जाणगे। आसा दी वार दे विचों ਉਹ ਸ਼ਲੋਕ ਜਿਹੜਾ ਹੈ, ਜਿਹੜਾ ਆਥਰ ਬੜੇ ਕੋਟ ਕਰਦੇ ਕਿ ਨਦਰ ਕਰੇ ਜੀ ਆਪਣੀ ਤਾਂ ਸਤਿਗੁਰ ਦੀ ਪ੍ਰਾਪਤੀ, ਜੇ ਨਦਰ ਹੋਵੇ ਤਾਂ ਸਤਿਗੁਰ ਦੀ ਪ੍ਰਾਪਤੀ ਹੈ, ਨਹੀਂ ਤੇ ਬਹੁਤੇ ਜਨਮ ਭਰਮਿਆ, ਇੱਥੇ ਬੜੀ ਜਨਮ ਭਰਮਦਾ, ਕਿਤਨੀ ਜਗ੍ਹਾ ਜਿੱਥੇ ਭਰਮ ਕੇ ਥੱਕ ਕੇ ਵਿਚਾਰਾ ਆ ਜਾਂਦਾ ਹੈ ਵਾਪਸ। ਗੁਰਦੁਆਰੇ ਜਾਣ ਦੀ ਮੈਂ ਗੱਲ ਨਹੀਂ ਕਰਦਾ ਪਿਆ, ਮੱਥਾ ਸਾਰੇ ਟੇਕਦੇ ਆ, ਮੱਥੇ ਟੇਕਣ ਤੋਂ ਬਾਅਦ ਜਪਜੀ ਵਰਗੇ ਬਣ ਨਹੀਂ ਸਕੇ, ਲੇਕਿਨ ਹਾਲੇ ਵੀ ਉਹ ਆਨੰਦ ਨਹੀਂ ਆ ਸਕਿਆ ਜੋ ਆਨੰਦ ਸਾਹਿਬ ਦੀ ਬਾਣੀ ਵਿੱਚ ਹੈ। ਇਹ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਮੇਰੇ ਦਾਤੇ ਦੀ, ਇਹ ਉਸ ਲੈਵਲ ਤੇ ਉਹ ਪਹੁੰਚਦਾ ਜਦੋਂ ਪਿਆਰ, ਉਹਦਾ ਸਨੇਹ ਜਿਹੜਾ ਇਤਨਾ ਵੱਧ ਜਾਂਦਾ ਹੈ ਉਹਦੇ ਤੇ। ਗੁਰੂ ਦੀ ਲੋੜ ਜਿਹੜੀ ਹੈ ਸਭ ਨੂੰ ਸੀ। ਸਿੱਧਾ ਨੇ ਕੁਐਸਚਨ ਪੁੱਛਿਆ ਸੀ ਨਾ ਮਹਾਰਾਜ ਕੋਲੋਂ ਜਦੋਂ ਗਏ, ਸਿੱਧਗੋਸ਼ ਵਿੱਚ ਆਏ ਵਰਡ ਹੈ ਔਰ ਮੈਂ ਉਨੀ ਸਿੱਧਗੋਸ਼ ਵਾਲੀ ਬਾਣੀ ਥੋੜੀ ਹੋਰ ਮੈਚੁਰ ਹੈ ਬਹੁਤ ਬਾਣੀ, ਯੂ نو ਉਸ ਉਤਨੀ ਡਿਟੇਲਸ ਨਹੀਂ ਮੈਂ ਜਾਣਾ, ਪਰ ਉੱਥੇ ਵੀ ਗੁਰੂ ਕਹੇ ਕਿ ਨਾਨਕ ਤੇਰਾ ਗੁਰੂ ਕੌਣ ਹੈ, ਤੇਰਾ ਦੱਸ ਤੂੰ ਕਿੱਥੋਂ ਆਇਆ ਤੂੰ। ਉੱਥੇ ਵੀ ਵਰਡ ਕੌਣ ਆਇਆ, ਉੱਥੇ ਵਰਡ ਆਏ ਹਨ ਕਿ ਸ਼ਬਦ ਗੁਰੂ ਹੈ ਨਾ, ਤੇ ਸੁਰਤ ਤੁਹਾਨੂੰ ਚੇਲਾ ਵੀ ਵਰਡ ਆਏ ਹਨ ਨਾਲ, ਹੈ ਨਾ। ਤੇ ਜਦੋਂ ਤੁਹਾਡੀ ਕਨਸੈਂਟਰੇਸ਼ਨ ਉਸ ਧੁਨ ਜਾਂ ਉਸ ਸ਼ਬਦ ਵਿੱਚ ਮਿਲ ਜਾਏ ਤੇ ਸਮਝ ਲਓ ਜਦੋਂ ਸੁਰਤ ਚੇਲਾ ਬਣ ਜਾਏ, ਜਦੋਂ ਉਹਨੇ ਸੁਰਤ ਨੂੰ ਚੇਲਾ ਬਣਾਉਣਾ ਇੰਨਾ ਈਜ਼ੀ ਨਹੀਂ ਹੈ। ਸੁਰਤ ਚੇਲਾ ਬਣਦੀ ਹੈ ਸ਼ਬਦ ਪ੍ਰਕਾਸ਼ ਵਿੱਚ, ਲੇਕਿਨ ਮਾਈਂਡ ਸਾਡਾ ਬਿਖਰਿਆ ਹੋਇਆ ਨਾ ਬੜਾ, ਹਰ ਜਗ੍ਹਾ ਮਾਈਂਡ ਜਾਂਦਾ ਹੈ ਬੜਾ। ਹੌਲੀ ਹੌਲੀ ਕਰਕੇ when we understand the ਗੁਰੂ ਦਾ concept, then you will understand ਕਿ ਗੁਰਬਾਣੀ ਦੀ ਕੀ ਇੰਪੋਰਟੈਂਸ ਹੈ। ਸੋ ਗੁਰੂ ਦੀ ਲੋੜ ਹਰ ਇੱਕ ਨੂੰ ਹੈ, ਗੁਰੂਆਂ ਨੂੰ ਵੀ ਸੀ ਗੁਰੂ ਦੀ ਲੋੜ। ਗੁਰੂ ਨਾਨਕ ਦੇਵ ਜੀ ਨੂੰ ਆਪ ਬਾਣੀ ਵਿੱਚ ਆਇਆ ਕਿ ਮੇਰਾ ਗੁਰੂ ਪਰਮਾਤਮਾ ਹੈ, ਮੇਰਾ ਗੁਰੂ ਅਕਾਲ ਪੁਰਖ ਹੈ। ਤੇ ਅੱਗੇ ਜਾ ਕੇ ਦੇਖੋਗੇ ਜਦੋਂ ਤੇ ਬਾਕੀ ਗੁਰੂਆਂ ਦੀ ਬਾਣੀ ਨੂੰ ਦੇਖੋਗੇ ਤੇ ਬਾਕੀ ਗੁਰੂਆਂ ਨੇ ਆਪਣੇ ਗੁਰੂਆਂ ਨੂੰ ਬੜਾ ਪ੍ਰੇਜ਼ ਕੀਤਾ ਹੈ। ਗੁਰੂ ਅਰਜਨ ਪਿਤਾ ਦੇ ਬੜੇ ਵਰਡ ਆਏ ਹਨ ਗੁਰੂ ਨਾਨਕ ਦੇਵ ਜੀ ਬਾਰੇ ਆਏ ਹਨ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਬੜੇ ਵਰਡ ਇਹੋ ਜਿਹੇ ਆਏ ਹਨ ਗੁਰਬਾਣੀ ਵਿੱਚ ਕਿ ਨਾਨਕ ਤੋਂ ਵੱਡਾ ਹੋਰ ਕੋਈ ਨਹੀਂ, ਗੁਰੂ ਨਾਨਕ ਤੋਂ ਵੱਡਾ ਹੋਰ ਕੋਈ ਨਹੀਂ। ਸੋ ਇਹ ਕਿਉਂ ਹੈ ਇਹ ਗੱਲ? ਗੁਰੂ ਦੀ ਇੰਪੋਰਟੈਂਸ ਇਸ ਵਾਸਤੇ ਹੈ ਕਿਉਂਕਿ ਸਾਡੇ ਲਿਮਿਟਡ ਹਨ ਐਕਸਪੀਰੀਐਂਸਸ ਬੜੇ, ਤੇ ਉਹਨਾਂ ਦੇ ਲਿਮਿਟਡ ਨਹੀਂ ਹਨ ਐਕਸਪੀਰੀਐਂਸਸ, ਉਹਨਾਂ ਦੇ ਐਕਸਪੀਰੀਐਂਸਸ ਅਨਲਿਮਿਟਡ ਹਨ। ਉਹ ਪ੍ਰਮਾਤਮਾ ਤੱਕ ਪਹੁੰਚੇ, ਉਹਨਾਂ ਨੂੰ ਪਤਾ ਹੈ ਕਿੰਜ ਕਰਨਾ ਹੈ। ਦੇਖੋ ਜਦੋਂ ਕੋਈ ਡਾਕਟਰ ਬਣਦਾ ਹੈ ਨਾ, ਉਹ ਪਹਿਲੇ ਰੈਜ਼ੀਡੈਂਸੀ ਕਰਨੀ ਪੈਂਦੀ ਹੈ ਨਾ ਉਹਨੂੰ, ਕਿਉਂ? ਕਿਉਂਕਿ ਜਿਹੜਾ ਸਿਆਣਾ ਸਰਜਨ ਹੈ ਉਹ ਨਾਲ ਸਰਜਰੀ ਕਰਦਾ ਤੇ ਇੱਕ ਜਿਹਨੂੰ ਨਹੀਂ ਪਤਾ ਉਹ ਦੇਖਦਾ ਵੀ ਕੀ ਕਰਦਾ ਪਿਆ ਇਹ ਬੰਦਾ, ਤੇ ਇਹਨੂੰ ਮੈਂ ਕਾਪੀ ਕਰ ਲਵਾਂ, ਇਹ ਦੇਖਦਾ ਪਿਆ ਅਗਲੀ ਵਾਰੀ ਕਰਾਂਗਾ, ਤੇ ਉਹ ਫਿਰ ਉਹ 3 ਸਾਲ 4 ਸਾਲ ਜੋ ਵੀ ਕਰਦਾ ਉਹ ਰੈਜ਼ੀਡੈਂਸੀ ਕਰਦਾ। ਕਿਉਂ? ਕਿਉਂਕਿ ਉਹ ਦੇਖਣਾ ਪੈਂਦਾ ਉਹਨੂੰ ਹਰ ਜਗ੍ਹਾ, ਵੀ ਹਸਪਤਾਲ 'ਚ ਕਿੰਜ ਕੰਮ ਚੱਲਦੇ ਨੇ ਸਾਰੇ, ਇਹ ਕਿੰਜ ਆਪਰੇਸ਼ਨ ਹੁੰਦੇ ਨੇ, ਕੀ ਕਰਦਾ ਪਿਆ ਬੰਦਾ ਸਾਰਾ, ਉਹਨਾਂ ਤੋਂ ਦੇਖ ਕੇ ਬੰਦਾ ਬਣਦਾ ਨਾ ਸਾਰਾ। ਗੁਰੂ ਦੀ ਵੀ ਉਹੀ ਇੰਪੋਰਟੈਂਸ ਹੈ। ਐਜ਼ ਯੂ ਐਕਸਪਲੋਰ ਦਿਸ ਵਰਡ ਫਰਦਰ ਤੋਂ ਗੁਰਬਾਣੀ ਤੋਂ ਐਗਜ਼ਾਮਪਲ, you will realize ਕਿ ਗੁਰੂ ਦੀ ਇੰਪੋਰਟੈਂਸ ਇਸ ਵਾਸਤੇ ਹੈ ਕਿਉਂਕਿ you realize in total। ਤੇ ਉਹ ਇੱਕ ਸ਼ਲੋਕ ਮੈਂ ਅਗਰ ਸ਼ੇਅਰ ਮੈਂ ਕੀਤਾ ਹੋਇਆ, let me see if I can find it though, ਆਸਾ ਦੀ ਵਾਰ ਵਿੱਚੋਂ, so let me see if I can share this or not, and ਇਹ ਮੈਂ ਢੂੰਡ ਕੇ ਰੱਖਿਆ ਸੀੜੀ ਦੀ, ਜੇ ਨਿਕਲ ਗਿਆ ਤੇ ਨਿਕਲ ਗਿਆ, ਨਹੀਂ ਨਿਕਲਿਆ ਤੇ ਫਿਰ ਤੁਸੀਂ ਕਰ ਲੈਣਾ। ਤੇ ਗੁਰੂ ਤੋਂ ਸਿਵਾਏ ਇਹ ਨਜ਼ਰ ਆ ਰਿਹਾ ਮੇਰਾ ਫੁੱਲਾ ਵਿੱਚ ਤੁਹਾਨੂੰ ਇਹ ਵਾਲਾ ਲਾਈਨਾਂ, ਇਹ ਪੌੜੀ ਹੈ 6ਵੀਂ। let's go through it before we end the class though, ਕਿ ਇਹ ਗੱਲ ਪੱਲੇ ਬੰਨ ਲਿਓ ਅੱਜ, ਇਹ ਨੰਬਰ 6 ਪੌੜੀ ਜਿਹੜੀ ਹੈ ਕਿ ਬਿਨ ਸਤਗੁਰ ਕਿਨੇ ਨਾ ਪਾਇਓ, ਮਨੇ ਕਦੀ ਪਹਿਲੇ ਨਹੀਂ ਹੋਇਆ ਕਦੀ, ਤੇ ਬਿਨ ਸਤਗੁਰ ਕਿਨੇ ਨਾ ਪਾਇਆ, ਨਾ ਪਹਿਲੇ ਮਿਲਿਆ ਹੈ ਕਦੀ ਕਿਸੇ ਨੂੰ ਤੇ ਨਾ ਬਾਅਦ ਚ ਮਿਲਣਾ ਹੈ ਕਿਸੇ ਨੂੰ। ਕਰੋੜਾਂ ਯਤਨ ਕਰਕੇ ਦੇਖ ਲਵੋ, ਗੁਰਬਾਣੀ ਦੇ ਵਿਸਾਹ ਕੀਤਾ ਅਗਰ ਤੇ ਤੁਹਾਨੂੰ ਕਦੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਕਿਉਂ ਇਸ ਗੱਲ ਦੀ ਨਹੀਂ ਹੈ? ਤੇ ਅਗਲੀ ਲਾਈਨ ਵਿੱਚ ਕਲੈਰਿਟੀ ਇਸ ਵਾਸਤੇ ਹੈ ਕਿਉਂਕਿ ਸਤਿਗੁਰੂ ਵਿੱਚ ਆਪ ਰੱਖੀ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਵਿੱਚ ਉਹ ਗਿਆਨ ਪ੍ਰਮਾਤਮਾ ਨੇ ਆਪ ਰੱਖਿਆ ਹੈ ਤੇ ਉਹ ਦੁਨੀਆ 'ਚ ਆ ਕੇ ਪ੍ਰਗਟ ਕਰਕੇ ਦੂਸਰਿਆਂ ਨੂੰ ਸੁਣਾ ਦਿੰਦੇ। ਇਸ ਵਾਸਤੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੀਆਂ ਕਰ ਪ੍ਰਗਟ ਆਖ ਸੁਣਾਇਆ, ਤੇ ਜਿਨ੍ਹਾਂ ਨੂੰ ਮਿਲ ਗਿਆ ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਤੇ ਕਿਉਂ ਮੋਹ ਚੁਕਾਇਆ ਵਰਡ ਆਇਆ ਇੱਥੇ? ਕਿਉਂਕਿ ਮੋਹ ਦੀ ਵਜ੍ਹਾ ਦੇ ਨਾਲ, ਦੂਸਰੀਆਂ ਅਟੈਚਮੈਂਟ ਦੀ ਵਜ੍ਹਾ ਦੇ ਨਾਲ ਗੁਰੂ ਨਾਲ ਉਹ ਗਹਿਰਾ ਰਿਸ਼ਤਾ ਨਹੀਂ ਬਣ ਪਾਉਂਦਾ, ਕਿਉਂਕਿ ਦੂਸਰੇ ਰਿਸ਼ਤੇ ਹਾਵੀ ਹੋ ਜਾਂਦੇ ਨੇ ਬੜੇ। ਮੈਂ ਨਹੀਂ ਕਹਿੰਦਾ ਮਾਪਿਓ ਨੂੰ ਛੋੜ ਦਿਓ, ਮੈਂ ਨਹੀਂ ਕਦੇ ਕਹਿੰਦਾ ਕਿ
ਭਰਾਵਾਂ ਨੂੰ ਛੋੜ ਦਿਓ ਜਾਂ ਜੌਬ ਛੋੜ ਦਿਓ, ਇਹ ਗੱਲ ਨਹੀਂ ਹੈ, ਪਰ ਉਹਨਾਂ ਨੂੰ ਹਾਵੀ ਨਾ ਹੋਣ ਦਿਓ, ਉਹ ਰਿਲੇਸ਼ਨਸ਼ਿਪ ਨੂੰ, ਇਸ ਰਿਲੇਸ਼ਨਸ਼ਿਪ ਦੇ ਉੱਤੇ ਉਹਨੂੰ ਵਿਜੇ ਨਾ ਪਾਣ ਦਿਓ ਉਹਦੇ ਉੱਤੇ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਤੇ ਕਿਹੜੀ ਵਿਚਾਰ ਉੱਤਮ ਹੈ? ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਤੇ ਬਾਕੀ ਵਿਚਾਰ ਉੱਤਮ ਨਹੀਂ ਹੈ, ਬਹਿਸ ਵਾਲੀ, ਵਿਵਾਦ ਵਾਲੀ, ਆਦ ਵਿਵਾਦ ਵਾਲੀ, ਫਲਾਣਾ ਕੀ ਹੈ, ਟਿੰਗਾਣ ਕੀ ਹੈ, ਉਹ ਕੀ ਕਿਹਾ ਉਹਨੇ, ਫਲਾਣੇ ਨੇ ਕੀ ਕਿਹਾ ਹੈ, ਉਹ ਸਾਰਾ ਜਿਹੜਾ ਹੈ ਉੱਤਮ ਵਿਚਾਰ ਉਹ ਹੈ ਜਿਨ੍ਹਾਂ ਨੇ ਸੱਚੇ ਵਿੱਚ ਚਿਤ ਲਾਇਆ ਆਪਣਾ, ਜਿਨ੍ਹਾਂ ਪ੍ਰਮਾਤਮਾ ਦੀ ਸੱਚੀ ਪ੍ਰੇਮਾ ਭਗਤੀ ਕੀਤੀ ਹੈ, ਤੇ ਜਿਨ੍ਹਾਂ ਨੇ ਕੀਤੀ ਹੈ, ਜਿਨ੍ਹਾਂ ਨੇ ਉਹ ਫਿਰ ਜਗਜੀਵਨ ਦਾਤਾ ਪਾਇਆ, ਫਿਰ ਉਹਨਾਂ ਵਾਸਤੇ ਤੇ ਉਹ ਤੇ ਫਿਰ ਆਬਵੀਅਸਲੀ ਜਗਜੀਵਨ ਦਾਤਾ ਪਾਇਆ ਹੈ, ਉਹਨਾਂ ਨੇ ਜੀਵਦਾਨ ਪਾ ਲਿੱਤਾ ਉਹਨਾਂ ਨੇ। ਤੇ ਆਸਾ ਚ ਗਾਉਂਦੇ ਹੁੰਦੇ ਹਾਂ ਅਸੀਂ, ਸੋ ਮੈਂ ਵਾਂਟ ਟੂ ਸ਼ੇਅਰ ਦਿਸ ਵਿਦ ਐਵਰੀਬਡੀ ਬਿਫੋਰ ਆਈ ਐਂਡ ਦ ਕਲਾਸ ਟੁਡੇ। We are not done with the concept of Guru. We'll continue discussing this concept for a little bit while more though. One more session and I think we'll be done. ਤੇ ਗੁਰੂ ਦੀ ਕਲੈਰਿਟੀ ਤੁਹਾਨੂੰ ਹੋ ਜਾਏਗੀ, ਨਾਲੇ ਤੁਹਾਨੂੰ ਆਪ ਪਤਾ ਲੱਗ ਜਾਏਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਿੱਥੇ ਗੁਰੂ ਬਾਰੇ ਜ਼ਿਆਦਾ ਡਿਸਕਸ਼ਨ ਆਈ ਹੈ। ਸੋ ਅਗਰ ਤੁਹਾਨੂੰ ਆਪ ਜਾਣਨ ਦੀ ਇੱਛਾ ਜ਼ਿਆਦਾ ਹੋਵੇ, ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋ ਗੁਰੂ ਦੀ ਡੈਫੀਨੇਸ਼ਨਸ। ਹਾਂਜੀ, I'll stop now and see if anybody has any question before I end the class. ਤੁਸੀਂ ਇੱਕ ਜਗ੍ਹਾ ਤੇ ਸ਼ੁਰੂ ਚ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਰਿਜੈਕਟ ਕੀਤਾ ਜਪਜੀ ਚ, ਤੇ ਮੇਰੇ ਕੋਲੋਂ ਮਿਸ ਹੋ ਗਿਆ। ਹੁਣ ਪਤਾ ਨਹੀਂ ਮੈਂ ਕੀ ਕਿਹਾ, ਕੀ ਚੀਜ਼ ਰਿਜੈਕਟ ਕੀਤੀ ਨੇ, ਹੁਣ ਮੈਨੂੰ ਯਾਦ ਨਹੀਂ ਮੈਂ ਕੀ ਕਿਹਾ, ਮੈਨੂੰ ਆਪੇ ਨਹੀਂ ਮੈਨੂੰ ਯਾਦ ਰਹਿੰਦਾ। ਆਈ ਐਮ ਆਲਸੋ ਗੈਟਿੰਗ 올ਡ ਦੀਦੀ, ਸੋ ਮੈਨੂੰ ਹੁਣ ਚੀਜ਼ਾਂ ਕਈ ਵਾਰੀ ਆਪੇ ਕਹਿ ਕੇ ਆਪੇ ਹੀ ਭੁੱਲ ਜਾਂਦਾ ਕਈ ਵਾਰੀ। ਸੋ ਮੈਨੂੰ ਡਸ ਐਨੀਬਡੀ ਐਲਸ ਰਿਮੈਂਬਰ ਵਾਟ ਆਈ ਸੈਡ? ਮੈਂ ਸੋਚ ਰਹੀ ਸਾਂ ਕਿ ਜਪਜੀ ਵਿੱਚ ਕੁਝ ਰਿਜੈਕਟ ਕੀਤਾ ਹੋਣਾ ਨੇ ਜਿਹੜਾ ਗੁਰਮਤਿ ਦੇ ਆਪੋਜ਼ਿਟ ਕੋਈ ਕਨਸੈਪਟ ਹੋਏਗਾ, ਔਰ ਮੈਂ ਨਹੀਂ ਪਤਾ ਮੈਂ ਕੀ ਕਿਹਾ, ਕਿਹੜੀ ਚੀਜ਼ ਜਪਜੀ ਰਿਜੈਕਟ ਕੀਤੀ ਉਹਨਾਂ ਨੇ। ਚਲੋ ਰਿਕਾਰਡਿੰਗ ਸੁਣ ਕੇ ਫਿਰ ਯਾਦ ਆਏਗਾ ਮੈਨੂੰ। ਆਪੇ ਕਿਸੇ ਨੂੰ ਯਾਦ ਹੋਵੇ ਤਾਂ ਦੱਸ ਦਿਓ, ਮੈਨੂੰ ਨਹੀਂ ਯਾਦ ਮੈਂ ਕੀ ਕਿਹਾ, ਮੈਨੂੰ ਖੁਦ ਨੂੰ ਨਹੀਂ ਯਾਦ। ਆਈ ਐਮ ਸੋ ਸੌਰੀ। ਪਰ ਮੈਂ ਸੋਚ ਰਹੀ ਸੀ ਕਿ ਕਿਹੜੀ ਜਗ੍ਹਾ ਤੇ ਕਿਹੜੀ ਪੌੜੀ ਚ ਕੀਤਾ, ਕਿ ਉਹਦੇ ਤੇ ਹਰ ਪੌੜੀ ਪਿਆਰ ਹੀ ਪਿਆਰ ਹੈ। ਨਹੀਂ, ਕਈ ਚੀਜ਼ ਦੀ ਰਿਜੈਕਸ਼ਨ ਵੀ ਆਈ ਹੈ ਨਾ, ਵੀ ਇਹ ਚੀਜ਼ਾਂ ਨਾ ਕਰੋ, ਇਹ ਕਰੋ, ਇਹਨਾਂ ਚੀਜ਼ਾਂ ਤੋਂ ਦੂਰ ਰਹੋ, ਇਹ ਚੀਜ਼ਾਂ ਆਪਣੀ ਜ਼ਿੰਦਗੀ ਚ ਇਹਨਾਂ ਤੋਂ ਦੂਰ ਰਹਿ ਕੇ ਇਹ ਚੀਜ਼ਾਂ ਕਰੋ। ਕਈ ਵਾਰੀ ਉਹ ਵੀ ਸਮਝਾਇਆ ਉਹਨਾਂ ਨੇ ਬਾਣੀ ਵਿੱਚ ਕਿ ਇਹਨਾਂ ਚੀਜ਼ਾਂ ਦੇ ਪਿੱਛੇ ਨਾ ਪੈ ਕੇ ਇਸ ਚੀਜ਼ ਦੇ ਪਿੱਛੇ ਪਵੋ। ਬੜੀ ਜਗ੍ਹਾ ਜਪਜੀ 'ਚ ਵੀ ਡਿਸਕਸ਼ਨ ਆਈ ਹੈ ਬੜੀ ਵਾਰੀ। ਸੋ ਰਿਜੈਕਸ਼ਨ ਇਨ ਦਾ ਸੈਂਸ ਕਿ ਜਿਹੜੀਆਂ ਚੀਜ਼ਾਂ ਦੇ ਸੋਰਸ ਨੈਗੇਟਿਵ એનર્ਜੀ ਜਿੱਥੋਂ ਮਿਲਦੀ ਹੈ ਜਾਂ ਜਿੱਥੋਂ ਨੈਗੇਟਿਵਿਟੀ ਆਉਂਦੀ ਹੈ, ਉਹਨਾਂ ਚੀਜ਼ਾਂ ਤੋਂ ਦੂਰ ਰਹਿਣਾ, ਉਹਨਾਂ ਚੀਜ਼ਾਂ ਤੋਂ ਤੁਸੀਂ ਹਟ ਕੇ ਰਹਿਣਾ ਉਹਨਾਂ ਤੋਂ। ਪਰ ਇੱਕ ਲਾਈਫ ਦੀ ਸਟੇਜ ਉਹ ਵੀ ਆਉਂਦੀ ਹੈ ਕਿ ਆਸ-ਪਾਸ ਹੋਣ ਵੀ ਤਾਂ ਫਰਕ ਨਹੀਂ ਪੈਂਦਾ। ਹੁਣ ਮੈਨੂੰ ਭੁੱਲ ਗਿਆ ਮੈਂ ਕੀ ਕਿਹਾ, I forgot what I said. Hopefully somebody will listen, or I'll try to. I can't listen to my own recording, it's too weird. But अगर किसी ने कुछ सब कुछ देखा होवे तो मैं दस देना मैं की क्या है। अगली बारी पूछ ला। No problem. Beautifully explained. Thank you. No problem. बावन अखिल दी बाणी सारी पढ़ियो। बड़ी सोहनी, बड़ी प्यारी। जिन्होंने पढ़ी है ਸਾਨੂੰ ਵੀ ਭੁੱਲ ਗਿਆ। हाँ जी, ਜੇ ਤੁਹਾਨੂੰ ਭੁੱਲ ਗਿਆ ਤੇ ਸਾਨੂੰ ਵੀ ਭੁੱਲ ਗਿਆ। Amazing what memory becomes a little less though. Anyway, any other questions or comments or anything? Otherwise I'm going to end. Agli Sunday no Saturday no we'll concentrate on Sukhmani ਦੀ 18ਵੀਂ ਅਸ਼ਟਪਦੀ ਦੇ ਉੱਤੇ। ਉਹਦੇ ਚ ਦੋ ਤਿੰਨ ਅਸੀਂ ਪੈਰਾਗ੍ਰਾਫ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਗੁਰੂ ਦੀ ਡੈਫੀਨੇਸ਼ਨ ਬਹੁਤ ਖੂਬਸੂਰਤੀ ਨਾਲ ਜਿਹੜੀ ਗੁਰੂ ਦਾ ਰੋਲ ਔਰ ਗੁਰੂ ਦੀ ਡੈਫੀਨੇਸ਼ਨ ਵੀ ਆਈ ਹੈ। ਵਿਲ ਲੁੱਕ ਐਟ ਦੈਟ। ਹਾਲੇ ਕਿ ਤੁਹਾਨੂੰ ਬੜੀਆਂ ਸਿਮਿਲੈਰਿਟੀ ਨਜ਼ਰ ਆਉਣਗੀਆਂ, ਤੁਸੀਂ ਕਹੋਗੇ ਉਹ ਵੀ ਸੇਮ ਸੀ। ਆਨਸਰ ਇਜ਼ ਯੈਸ, ਪਰ ਤਾਂ ਵੀ ਡਿਫਰੈਂਟ ਪੜ੍ਹਨ ਨਾਲ ਮੇਰਾ ਇੱਕੋ ਹੀ ਮਕਸਦ ਹੁੰਦਾ ਕਿ ਜੇ ਸ਼ਾਇਦ ਇੱਥੋਂ ਇੰਪ੍ਰੈਸ ਹੋ ਜਾਵੋ ਤੇ ਸੁਖਮਨੀ ਬਿਕਮਸ ਅ ਪਾਰਟ ਆਫ ਯੋਰ ਲਾਈਫ। ਮੇ ਬੀ ਪੜ੍ਹਨਾ ਸ਼ੁਰੂ ਕਰ ਦਿਓ ਜ਼ਿਆਦਾ। ਜੇ ਤੁਸੀਂ ਇੰਪ੍ਰੈਸ ਹੋ ਜਾਵੋ ਤਾਂ। ਜਦ ਤੱਕ ਤੁਸੀਂ ਇੰਪ੍ਰੈਸ ਨਹੀਂ ਹੁੰਦੇ ਤਦ ਤੱਕ ਕੁਝ ਨਹੀਂ ਹੋ ਸਕਦਾ। ਤੁਹਾਨੂੰ ਇੰਪ੍ਰੈਸ ਹੋਣਾ ਪਏਗਾ। ਇੰਪ੍ਰੈਸ ਹੋਵੋਗੇ ਤੇ ਫਿਰ ਜੁੜੋਗੇ। ਭਾਈ ਜੋਤ ਸਿੰਘ ਜੀ ਦੇ ਦਰਸ਼ਨ ਕੀਤੇ ਨੇ ਸੰਤ ਸਰੂਪ ਸਿੰਘ ਜੀ, ਅਜੇ ਵੀ ਉਹਨਾਂ ਦਾ ਚਿਹਰਾ ਮੇਰੀ ਨਜ਼ਰ 'ਚ ਰਹਿੰਦਾ। ਭਾਈ ਜੋਤ ਸਿੰਘ ਦੀ ਗੱਲ ਕਰਦੇ ਪਏ ਹੋ? ਹਾਂਜੀ, ਪ੍ਰਿੰਸੀਪਲ ਸਨ ਖਾਲਸਾ ਕਾਲਜ। I know. ਸਕੂਲ 'ਚ ਪੜ੍ਹਦਾ ਸੀ ਉਦੋਂ। ਤੁਸੀਂ ਲੱਕੀ ਹੋ ਵੀਰ ਜੀ, ਤੁਸੀਂ ਲੱਕੀ ਹੋ। ਤੁਹਾਨੂੰ ਇੱਥੇ ਕੋਮਲ ਦੀਦੀ ਬੈਠੇ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਦਰਸ਼ਨ ਕੀਤੇ ਹੋਏ। ਸੋ ਕਈਆਂ ਦੇ ਭਾਗ ਹੁੰਦੇ ਨੇ ਇਹੋ ਜਿਹੇ ਬ੍ਰਹਮ ਗਿਆਨੀਆਂ ਦੀ, ਇਹੋ ਜਿਹੇ ਬੰਦਿਆਂ ਦੀ
ਜਿਨ੍ਹਾਂ ਦੀ ਚਰਨ ਧੂੜ ਮਿਲਣ ਦਾ ਜਿਨ੍ਹਾਂ ਦਾ ਹੈ, ਔਰ ਜਿਹੜੇ ਰੀਅਲਾਈਜ਼ ਸੋਲ ਜਿਹੜੇ ਹੁੰਦੇ ਨੇ ਉਹਨਾਂ ਦੇ ਦਰਸ਼ਨ, ਉਹਨਾਂ ਦਾ ਸੰਗ, ਉਹਨਾਂ ਦੇ ਨਾਲ ਉੱਠਣਾ ਬੈਠਣਾ, ਉਹਦੇ ਨਾਲ ਫਿਰ ਲਾਈਫ ਲੌਂਗ ਚੇਂਜਸ ਤੁਹਾਡੇ ਅੰਦਰ ਪੈਦਾ ਹੁੰਦੀਆਂ। ਤੁਸੀਂ ਰੋਕ ਨਹੀਂ ਸਕਦੇ ਉਹਨਾਂ ਚੇਂਜਸ ਨੂੰ, ਉਹ ਚੇਂਜਸ ਤੁਹਾਡੇ ਚ ਆਣਗੀਆਂ ਹੀ ਆਣਗੀਆਂ। ਉਹ ਛੁਪ ਕੇ ਤੁਹਾਡੇ ਅੰਦਰ ਕਿਧਰੇ ਬੈਠੀਆਂ ਹੁੰਦੀਆਂ ਨੇ, ਕਿਧਰੇ ਕਈ ਵਾਰੀ ਉਹ ਵੀ ਹੁੰਦਾ, ਇੱਕ ਚਿੰਗਾਰੀ ਲੱਗਦੀ ਹੈ ਤਾਂ ਫਟ ਕੇ ਬਾਹਰ ਆ ਜਾਂਦੀਆਂ ਸਾਰੀਆਂ। ਉਹਨਾਂ ਦਾ ਸੰਗਤ, ਉਹ ਇਹਨਾਂ ਦੀ ਸਾਧ ਪੁਰਖਾਂ ਦੀ ਸੰਗਤ ਜਿਹੜੀ ਹੈ ਉਹ ਬਹੁਤ। ਬਾਈ ਦਾ ਵੇ, ਗੁਰਮਤ ਨਿਰਣੇ ਦਾ ਮੁਖਬੰਦ ਜਿਹੜਾ ਕਿਤਾਬ ਦਾ, and I believe a lot of this book was, I think Paisa Pai Veer Singh had his big hand writing a part of that book, ਕਿਉਂਕਿ what strange thing about ਗੁਰਮਤ ਨਿਰਣੇ ਦਾ ਮੁਖਬੰਦ ਜਿਹੜਾ ਹੈ ਉਹ ਭਾਈ ਜੋਤ ਸਿੰਘ ਨੇ ਲਿਖਿਆ ਨਹੀਂ, ਉਹ ਪਾਈਸਾ ਭਾਈ ਵੀਰ ਸਿੰਘ ਨੇ ਲਿਖਿਆ ਹੈ। And I tell you, ਮੈਂ ਉਹਨਾਂ ਦੀਆਂ ਬੜੀਆਂ ਰਾਈਟਿੰਗਸ ਪੜ੍ਹੀਆਂ ਉਹਨਾਂ ਦੀਆਂ, almost everything that I could get my hands on, but I think ਸਭ ਤੋਂ one of the most difficult piece of prose that he wrote though, and I think most complex, ਬਹੁਤ ਮਤਲਬ ਕਿ mature piece of ਜਿਹੜੀ ਉਹਨਾਂ ਨੇ ਜਿਹੜੀ ਥਿਓਲੋਜੀ ਜਿਹੜੀ ਐਕਸਪਲੇਨ ਕੀਤੀ ਹੈ ਨਾ, ਗੁਰਮਤ ਨਿਰਣੇ ਦੇ ਮੁਖਬੰਦ ਵਿੱਚ ਜਿਹੜਾ ਮੁਖਬੰਦ ਹੈ, ਜਿਹੜਾ ਪਹਿਲੇ 10 ਜਿਹੜੇ ਪੇਜ ਜਿਹੜੇ ਲਿਖੇ ਨੇ ਗੁਰਬਾਣੀ ਦੇ ਉੱਤੇ ਜਿਹੜੇ, ਤੇ ਜੇ ਪੜੋਗੇ ਤੇ ਨਿਹਾਲ ਹੋ ਜਾਓਗੇ, ਜੇ ਸਮਝ ਆ ਗਈ ਤੇ ਬਹੁਤ ਵੱਡੀ ਗੱਲ ਹੈ। Maybe one day we will devote to that, understanding what he wrote there, ਗੁਰਮਤ ਨਿਰਣੇ ਦੇ ਜਿਹੜੇ ਪਹਿਲੇ 5-6 ਪੇजेस ਉੱਤੇ ਲਿਖਿਆ ਉੱਤੇ ਮੁਖਬੰਦ, ਤੇ ਦੇਖੋਗੇ ਕਿ ਉਸ ਮੁਖਬੰਦ ਦੇ towards the end ਤੱਕ ਜਾਓਗੇ ਤੇ ਥੱਲੇ ਪਾਈਸਾ ਭਾਈ ਵੀਰ ਸਿੰਘ ਲਿਖਿਆ ਹੋਇਆ ਹੈ। Am I right? ਇੰਦਰਜੀਤ ਜੀ ਤੁਹਾਡੇ ਕੋਲ ਬੁੱਕ ਹੈ, ਤੁਸੀਂ ਦੇਖਦੇ ਪਏ ਹੋ? ਹਾਂਜੀ ਹਾਂਜੀ ਵੀਰ ਜੀ, ਉਹ ਵੀ ਲਿਖਿਆ ਤੇ ਨਾਲ ਥੱਲੇ ਡੇਟ ਵੀ ਪਾਈ ਹੈ, ਸ਼ਿਮਲਾ 24 ਸਤੰਬਰ 1932। ਸ਼ਿਮਲੇ ਇਕੱਠੇ ਹੋਏ ਸਨ ਦੋਨੋਂ, ਤੇ ਸ਼ਿਮਲੇ ਇਕੱਠੇ ਹੋਏ ਸਨ। ਪ੍ਰੋਫੈਸਰ ਸਾਹਿਬ ਬੁੱਕ ਦੀ ਜਿਹੜਾ ਮੁਖਬੰਦ ਉਹਨਾਂ ਨੇ ਲਿਖਿਆ ਬੁੱਕ ਦਾ, ਔਰ ਕਿਆ ਖੂਬਸੂਰਤੀ ਨਾਲ ਪ੍ਰਮਾਤਮਾ ਦੀ ਡੈਫੀਨੇਸ਼ਨ ਤੇ ਗੁਰੂ ਦੀ ਡੈਫੀਨੇਸ਼ਨ, ਗੁਰਬਾਣੀ ਦਾ ਵਿਸਾ ਨਾ ਕਰਨਾ, ਗੁਰਬਾਣੀ ਬਾਰੇ ਸਮਝਾਇਆ ਹੈ। ਮਨੇ ਕਿ ਮੋਤੀ ਪਰੋਏ ਹੈ, ਜਿਸ ਤਰ੍ਹਾਂ ਮੋਤੀ ਪਰੋਂਦਾ ਨਾ ਬੰਦੇ, ਉਸ ਤਰ੍ਹਾਂ ਮੋਤੀ ਪਰੋਏ ਹੋਏ ਨੇ ਉਸ ਲੇਖ ਵਿੱਚ। ਸਾਡੀ ਬਦਕਿਸਮਤੀ ਹੈ ਕੋਈ ਪੜ੍ਹਦਾ ਨਹੀਂ ਹੈ। ਮੈਨੂੰ ਕਈ ਵਾਰੀ ਅੰਦਰੋਂ ਬੜੇ ਵਿਵਲਤਾ ਪੈਦਾ ਹੁੰਦੀ ਹੈ ਇਸ ਕਾਰਨ ਵੀ ਕਿਉਂ ਸਾਡੇ ਵਿੱਚ ਇਹੋ ਜਿਹੀ ਗੱਲ ਹੈ। ਪਰ ਇਹ ਵੀ ਭਾਗ ਹਨ ਆਪਣੇ ਜਿਹੜੇ ਨੇ ਪੜ੍ਹਿਆ, ਜਿਨ੍ਹਾਂ ਨੇ ਨਹੀਂ ਪੜ੍ਹਿਆ। ਸੋ ਬਟ ਜੇ ਟਾਈਮ ਮਿਲੇ ਕਦੀ ਤੁਹਾਨੂੰ ਆਪਣੀ ਬਿਜ਼ੀ ਲਾਈਫ ਵਿੱਚੋਂ, ਤੇ try to read those 7-8 pages ਜਿਹੜਾ ਮੁਖਬੰਦ ਲਿਖਿਆ ਉਹਨਾਂ ਨੇ ਬੁੱਕ ਦਾ, ਔਰ ਤੁਹਾਨੂੰ ਬਹੁਤ ਪੜ੍ਹ ਕੇ ਤੁਹਾਨੂੰ ਬਹੁਤ ਸਕੂਨ ਔਰ ਬਹੁਤ ਤੁਹਾਨੂੰ ਇੱਕ ਮਹਿਸੂਸ ਪੈਦਾ ਹੋਏਗਾ। ਔਰ ਗੁਰਮਤ ਦੀ ਸੱਚੀ ਉਹਨਾਂ ਨੇ ਅੰਦਰਲੀ ਤੁਹਾਨੂੰ ਡੂੰਘਾਈ ਗੁਰਮਤ ਦੀ ਜਿਹੜੀ ਹੈ ਉਹਨਾਂ ਦੀ ਰਾਈਟਿੰਗ ਵਿੱਚੋਂ ਨਜ਼ਰ ਆਉਣਗੀ। ਸੋ ਹਾਂਜੀ, any other questions or comments? Otherwise I'm going to ਫਤਿਹ ਬੁਲਾਉਣ ਲੱਗਾ ਮੈਂ ਫਿਰ। Thank you, Veer ji. Thank you. Really enjoyed the session. ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Uncle G, what Shabad are we doing for Kirtan class today? ਕਾਨੜੇ ਵਾਲੀ ਰੀਤ, ਸਾਜਨਾ ਸੰਤਾਪ।